ਜਿਹੜੀ ਇਹ ਚੀਜ਼ ਹੋਈ ਬੀਤੀ ਆ ਇਹ ਕਦੇ ਵੀ ਭੁੱਲ ਨਹੀਂ ਸਕਦੀ। ਸਾਡਾ ਘਰ ਢਾਹ ਦਿੱਤਾ ਗਿਆ, ਪੁਲਿਸ ਵੱਲੋਂ ਘਰ ਢਾਹ ਦਿੱਤਾ ਗਿਆ, ਭਾਂਡਿਆਂ 'ਚ ਗੋਲੀਆਂ ਮਾਰਤੀਆਂ, ਆਟਿਆਂ 'ਚ ਰੇਹ ਸਪਰੇਅ, ਕਣਕਾਂ ਦੇ ਵਿੱਚ ਮਤਲਬ ਕਿ ਮੱਝਾਂ ਸੀਗੀਆਂ ਜਿਹੜੀਆਂ ਸਾਡੀਆਂ ਉਹਨਾਂ ਦੀ ਸੰਗਲ ਲਾ ਕੇ ਲੈ ਗਏ। ਇੰਨਾ ਧੱਕਾ ਕੀਤਾ ਉਦੋਂ ਦੀ ਸਰਕਾਰ ਨੇ, ਬੁੜੀਆਂ ਤੱਕ ਠੱਗ ਚੱਕ ਕੇ ਥਾਣਿਆਂ 'ਚ ਲੈ ਜਾਣੀਆਂ। ਅੱਜ ਜਿਸ ਜਗ੍ਹਾ ਤੁਸੀਂ ਵੀ ਆਏ ਹੋ ਮੈਂ ਵੀ ਆਏ ਹਾਂ, ਕੀ ਯਾਦ ਆਉਂਦਾ ਇਸ ਧਰਤੀ ਤੇ ਆਉਣ ਨੂੰ ਜੀ ਵੀ ਬਹੁਤ ਕਰਦਾ ਸੀ ਪਹਿਲਾਂ, ਤੇ ਪਰ ਹਿੰਮਤ ਵੀ ਨਹੀਂ ਪਈ। ਜਦੋਂ ਉਹ ਘਰੋਂ ਨਿਕਲੇ ਸੀ ਉਹਨੇ ਪਹਿਲੇ ਦਿਨ ਹੀ ਇਹ ਗੱਲ ਕਹਿਤੀ ਸੀ, ਜਦੋਂ ਘਰ ਢਾਹ ਦਿੱਤਾ ਉਦੋਂ ਹੀ ਕਹਿਤਾ ਸੀ ਮੇਰਾ ਘਰ ਦੀ ਵੰਡ ਨਾ ਪਾਇਓ, ਮੈਂ ਘਰ ਵਾਪਸੀ ਨਹੀਂ ਹੋਣੀ। ਉਹ ਇੱਕ ਕੋਈ ਆਮ ਤਾਂ ਹੈ ਨਹੀਂ, ਜਿਨ੍ਹਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ, ਕਹਿੰਦੇ ਚੀਰਪੜ ਕਰਕੇ ਲੂਣ ਭੁੱਕਦੇ ਰਹੇ। ਜਦੋਂ ਏਰੀਆ ਮੁਕਤਸਰ ਸਾਹਿਬ ਵਾਲਾ ਸਾਂਭਿਆ, ਠੀਕ ਹੈ, ਤੇ ਉੱਥੇ ਦਰਬਾਰ ਸਾਹਿਬ ਤੇ ਅਟੈਕ ਹੁੰਦਾ, ਉਸ ਦਿਨ ਅੰਦਰ ਸੀ ਪਹਿਲੇ ਦਿਨ ਜਿਹੜੀ ਗ੍ਰਿਫਤਾਰੀ। ਅੱਛਾ, ਫੌਜ ਨੇ ਇੱਥੇ ਵੀ ਆਈ ਸੀਗੀ? ਬਹੁਤ ਕੁਛ ਹੋਇਆ ਜੀ ਮੁਕਤਸਰ ਸਾਹਿਬ। ਅੱਛਾ, ਬਹੁਤ ਜ਼ਿਆਦਾ ਕੁਛ ਹੋਇਆ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੋਲੇ ਮਾਰਨੇ 35 ਤੋਂ 37 ਦੇ ਵਿੱਚ ਨੀਅਰ ਅਬਾਊਟ, ਮੈਂ ਹੋ ਸਕਦਾ ਇੱਕ ਅੱਧੇ ਤੇ ਗਲਤ ਹੋਵਾਂ, ਪਰ ਇੱਥੇ ਸਾਡੇ ਉੱਤੋਂ ਗੁਰਦੁਆਰਾ ਸਾਹਿਬਾਂ ਤੇ ਅਟੈਕ ਹੋਇਆ। ਬਿਲਕੁਲ ਫੌਜ ਚੜ੍ਹ ਕੇ ਆਈ ਆ। ਮਿਰਚੀਆ ਜੱਜ ਹੁੰਦਾ ਸੀ, ਅਦਾਲਤ ਲਾਉਂਦਾ ਹੁੰਦਾ ਸੀਗਾ ਜੇਲ੍ਹ ਦੇ ਵਿੱਚ। ਉਹ ਤਾਂ ਜਾ ਕੇ ਇੱਦਾਂ ਦਾ ਸੀਗਾ ਕਿ ਜਿਹੜਾ ਖਾੜਕੂ ਹੁੰਦਾ ਸੀ ਉਹਦੇ ਲਈ ਸਪੈਸ਼ਲ ਜੇਲ੍ਹ 'ਚ ਜਾਂਦਾ ਸੀ, ਜਾਂ ਸਿੰਘ ਦੇ ਲਈ, ਜਾਂ ਸਿੰਘ ਨਾਮ ਲੱਗਦਾ ਸੀ ਉਹਦੇ ਲਈ ਸਪੈਸ਼ਲ ਜੇਲ੍ਹ 'ਚ ਜਾ ਕੇ ਉੱਥੇ ਜਾ ਕੇ ਸਜ਼ਾ ਸੁਣਾ ਕੇ ਆਉਂਦਾ ਸੀ। SHO ਦਾ ਤਾਂ ਕਹਿੰਦੇ ਹਿੰਮਤ ਨਹੀਂ ਪਈ ਸੀ ਗੋਲੀ ਮਾਰਨ ਦੀ, ਹੱਥ ਠਿੜਕਦਾ ਸੀ, ਸਰੀਰ ਸਾਰਾ ਦਾ ਵਿੰਨਿਆ ਹੋਇਆ ਸੀ, ਲੂਣ ਭੁੱਕਿਆ ਹੋਇਆ ਸੀ, ਸਾਰਾ ਜ਼ਖਮੀ ਸੀਗਾ, ਫਿਰ ਵੀ ਕਹਿ ਰਿਹਾ ਸੀ ਕਿ ਤੇਥੋਂ ਨਹੀਂ ਨਿਸ਼ਾਨਾ ਲੱਗਦਾ, ਮੈਨੂੰ ਪਿਸਤੌਲ ਫੜਾ, ਜੇ ਮਾਰਨਾ ਤਾਂ ਫਿਰ ਇੱਥੇ ਹਿੱਕ 'ਚ ਮਾਰੀ, 11 ਵਾਂਗੂ ਕਿਤੇ ਲੱਤਾਂ 'ਚ ਨਾ ਮਾਰੀ। ਕਹਿੰਦੇ ਕਿ ਵਰਿਆਮ ਸਿੰਘ ਸ਼ਹੀਦ ਹੋ ਗਿਆ, ਸਾਰੇ ਪਿੰਡ ਦੀਆਂ ਰੋਟੀਆਂ ਨਹੀਂ ਪੱਕੀਆਂ। ਫਿਰ ਮਾੜੇ ਅਨਸਰ ਹੁੰਦੇ ਤਾਂ ਰੋਟੀ ਨਾ ਪਕਾਉਂਦੇ, ਰੱਜ ਕੇ ਖਾਂਦਾ। ਦੀਵਾਲੀ ਕਾਲੀ ਰਾਤ ਬਣ ਗਈ। ਕਹਿੰਦੇ ਵੀ ਜਿਹੜੇ ਉਸ ਸਮੇਂ ਖਾੜਕੂ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਬਹੁਤਿਆਂ ਤਾਂ ਬਰਬਾਦ ਵੀ ਹੋਇਆ ਤੇ ਬਹੁਤਾਂ ਦੇ ਬਣੇ ਵੀ ਬਹੁਤ ਆ, ਪੈਸਾ ਬਹੁਤ ਆਇਆ। ਤੁਹਾਡੇ ਪਰਿਵਾਰ ਨੂੰ ਕਿੰਨਾ ਕੁ ਪੈਸਾ ਬਣਿਆ? ਫੋਰਚੂਨਰ ਉਸੇ ਪੈਸਿਆਂ ਦੀ ਹੈ। ਉਹ ਜਿਹੜੀ ਉਹਨਾਂ ਨੇ ਜ਼ਿੰਦਗੀ ਦਾਅ 'ਤੇ ਲਾਈ, ਜ਼ਿੰਦਗੀ ਲੇਖੇ ਲਾਤੀ ਕੌਮ ਦੀ ਖਾਤਰ, ਤੇ ਜੇ ਉਹਨਾਂ ਦੇ ਪਰਿਵਾਰ ਨਹੀਂ ਸਾਂਭੇ ਤੇ ਫਿਰ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਸਾਡੇ ਬੰਦਿਆਂ 'ਚ ਕਮੀ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਅੱਜ ਜਿਸ ਜਗ੍ਹਾ ਅਸੀਂ ਬੈਠੇ ਹਾਂ ਇਸ ਨੂੰ ਢੈਪੀ ਵਾਲੀ ਨਹਿਰ ਕਿਹਾ ਜਾਂਦਾ ਹੈ। ਨਹਿਰ ਦੇ ਪਟੜੀ ਹੈ ਜਿਸ ਦੇ ਉੱਤੇ ਬੈਠੇ ਹਾਂ। ਇਹ ਨਹਿਰ ਉਦੋਂ ਮਸ਼ਹੂਰ ਬਹੁਤ ਹੋਈ ਜਦੋਂ ਖਾੜਕੂਵਾਦ ਦਾ ਦੌਰ ਸੀ, ਤੇ ਜਿਸ ਜਗ੍ਹਾ ਅਸੀਂ ਬੈਠੇ ਹਾਂ ਇੱਥੇ ਇੱਕ ਖਾੜਕੂ ਭਾਈ ਵਰਿਆਮ ਸਿੰਘ, ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂ ਵਾਲੀ ਦਾ ਮੁਕਾਬਲਾ ਬਣਾਇਆ ਜਾਂਦਾ। ਇੱਥੇ ਮੁਕਾਬਲਾ ਹੁੰਦਾ, ਇੱਥੇ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਮੈਨੂੰ ਇਸ ਗੱਲ ਬਾਰੇ ਇਲਾਕੇ ਦੇ, ਕਿਉਂਕਿ ਵਰਿਆਮ ਸਿੰਘ ਖੱਪਿਆਂ ਵਾਲੀ ਦਾ ਨਾਮ ਫਰੀਦਕੋਟ, ਮੁਕਤਸਰ ਇੱਧਰਲੇ ਏਰੀਆ ਦੇ ਵਿੱਚ ਕਾਫੀ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ। ਛੋਟੀ ਉਮਰ ਦੇ ਵਿੱਚ ਇਸ ਲਹਿਰ ਨਾਲ ਜੁੜੇ। ਉਸ ਸਮੇਂ ਜੋ ਖਾੜਕੂਵਾਦ ਲਹਿਰ ਚੱਲੀ ਸੀ, ਉਸ ਤੋਂ ਬਾਅਦ ਸ਼ਹੀਦੀ ਹੁੰਦੀ ਹੈ। ਇਲਾਕੇ ਵਿੱਚ ਕਾਫੀ ਨਾਮ ਸੀ। ਉਹਨਾਂ ਦੇ ਪਰਿਵਾਰ ਦੇ ਮੈਂਬਰ ਜਗਮੀਤ ਸਿੰਘ, ਮੈਨੂੰ ਉਹ ਪੱਤਰਕਾਰ ਨੇ ਮੈਨੂੰ ਸਾਡੇ ਫੀਲਡ ਦੇ ਵਿੱਚ ਮਿਲੇ, ਗੱਲਬਾਤ ਹੋਈ। ਜਦੋਂ ਉਹਨਾਂ ਨੇ ਖੱਪਿਆਂ ਵਾਲੀ ਪਿੰਡ ਦੱਸਿਆ, ਮੈਂ ਪੁੱਛਿਆ ਕਿ ਤੁਹਾਡੇ, ਅਸੀਂ ਸੁਣਦੇ ਹਾਂ ਸਾਡੇ ਬਜ਼ੁਰਗਾਂ ਤੋਂ ਕਿ ਵਰਿਆਮ ਸਿੰਘ ਖੱਪਿਆਂ ਵਾਲੀ ਕੋਈ ਸੀ, ਤਾਂ ਉਹ ਕਹਿੰਦੇ ਵਰਿਆਮ ਸਿੰਘ ਖੱਪਿਆਂ ਵਾਲੀ ਮੇਰਾ ਚਾਚਾ ਹੀ ਸੀ। ਤਾਂ ਮੈਂ ਸੋਚਿਆ ਕਿ ਉਹਨਾਂ ਦੇ ਜੀਵਨ ਤੇ ਕੁਝ, ਉਹਨਾਂ ਦੇ ਜੀਵਨ ਬਾਰੇ ਜਾਣਕਾਰੀ, ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਹੜੇ ਉਸ ਸਮੇਂ ਖਾੜਕੂਵਾਦ ਲਹਿਰ ਸੀ, ਜਾਂ ਤਾਂ ਉਹ ਪੂਰੇ ਬਰਬਾਦ ਹੋਏ ਆ ਜਾਂ ਉਹ ਬਹੁਤ ਜ਼ਿਆਦਾ ਬਣ ਚੁੱਕੇ ਆ, ਕਿਉਂਕਿ ਇੱਕ ਪਰਿਵਾਰ ਦਾ ਮੈਂਬਰ ਤਾਂ ਬੇਸ਼ੱਕ ਚਲਿਆ ਗਿਆ ਹੋਵੇ, ਬਾਕੀਆਂ ਦੀ ਜਿਹੜੀ ਹੈ ਜ਼ਿੰਦਗੀ ਬਦਲ ਚੁੱਕੀ ਹੈ। ਤੇ ਉਸ ਵਿਸ਼ੇ ਤੇ ਕੁਝ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੇ ਅਣਛੋਹੇ ਤੱਥ ਹੈ, ਜਿਹੜਿਆਂ ਬਾਰੇ ਨਹੀਂ ਜਾਣਕਾਰੀ, ਕਿਉਂਕਿ ਅਕਸਰ ਦੋ ਧਿਰਾਂ ਹੁੰਦੀਆਂ, ਜਿਸ ਹਮੇਸ਼ਾ ਹੀ ਇੱਕ ਧਿਰ ਦਾ ਵਿਅਕਤੀ ਸ਼ਹੀਦ ਹੁੰਦਾ, ਇੱਕ ਧਿਰ ਦੇ ਲਈ ਉਹ ਅੱਤਵਾਦੀ ਹੁੰਦਾ ਜਾਂ ਉਹ ਮਾੜਾ ਹੁੰਦਾ। ਤਾਂ ਉਹ ਦੋਨੇ ਪੱਖ ਹੀ ਚੰਗੀ ਤਰ੍ਹਾਂ ਜਾਣਨ ਦੇ ਲਈ ਗੱਲਬਾਤ ਕਰਾਂਗੇ। ਮੇਰੇ ਨਾਲ ਮੇਰੇ ਦੋਸਤ ਵੀ ਕਹਿ ਸਕਦੇ ਹੋ, ਵਰਿਆਮ ਸਿੰਘ ਖੱਪਿਆਂ ਵਾਲੀ ਦੇ ਭਤੀਜਾ ਉਹ ਵੀ ਉਹ ਨੇ, ਜਗਮੀਤ ਸਿੰਘ, ਭਾਈ ਜਗਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਅੱਜ ਜਿਸ ਜਗ੍ਹਾ ਤੁਸੀਂ ਵੀ ਆਏ ਹੋ ਮੈਂ ਵੀ ਆਏ ਹਾਂ, ਕੀ ਯਾਦ ਆਉਂਦਾ ਇਸ ਜਗ੍ਹਾ ਨੂੰ? ਤੁਸੀਂ ਤਾਂ, ਮੈਨੂੰ ਲੱਗਦਾ ਤੁਹਾਡੀ ਤਾਂ ਉਮਰ ਹੀ, ਤੁਹਾਡਾ ਜਨਮ ਹੋ ਗਿਆ ਸੀ ਕਿ ਨਹੀਂ?
ਮੇਰਾ ਬਾਅਦ ਦਾ ਜਨਮ। ਬਾਅਦ ਦਾ ਜਨਮ ਹੈ, ਪਰ ਸੁਣਿਆ ਹੋਊਗਾ ਕਿ ਬੰਦੇ ਦੀ ਫੀਲਿੰਗ ਜੁੜ ਜਾਂਦੀ ਹੈ ਉਹ ਚੀਜ਼ ਨਾਲ। ਜ਼ਮੀਨਾਂ ਵੀ ਅਸੀਂ ਦੇਖਿਆ ਨਹੀਂ ਹੁੰਦੀਆਂ, ਸਾਡੇ ਬਜ਼ੁਰਗ ਅੱਜ ਪਾਕਿਸਤਾਨ ਵੀ ਕਹਿ ਦੇਣ ਸਾਡੀਆਂ ਜ਼ਮੀਨਾਂ, ਸਾਡੀ ਫੀਲਿੰਗ ਹੁੰਦੀ ਹੈ ਕਿ ਯਾਰ ਆਹ ਸਾਡੇ ਖੇਤ ਹੋਣਗੇ। ਤਾਂ ਇਹ ਜਗ੍ਹਾ ਤੇ ਆਏ ਹੋ ਜਿੱਥੇ ਚੜ੍ਹਦੀ ਉਮਰ ਦੇ ਵਿੱਚ ਤੁਹਾਡੇ ਚਾਚਾ ਜੀ ਸ਼ਹੀਦ ਹੋਏ ਸੀ। ਕੀ ਵੇਖੋ ਮਨਿੰਦਰ, ਇਸ ਧਰਤੀ ਤੇ ਆਉਣ ਨੂੰ ਜੀ ਵੀ ਬਹੁਤ ਕਰਦਾ ਸੀ ਪਹਿਲਾਂ, ਤੇ ਪਰ ਹਿੰਮਤ ਵੀ ਨਹੀਂ ਪੈਂਦੀ ਸੀ। ਹਿੰਮਤ ਵੀ ਨਹੀਂ। ਮੇਰੇ ਹਿਸਾਬ 'ਚ ਮੈਂ 26 ਸਾਲ ਤੋਂ ਬਾਅਦ ਇੱਥੇ ਆਇਆ। 26 ਸਾਲ ਤੱਕ ਸੁਣਦਾ ਰਿਹਾ ਵੀ ਫਲਾਨੀ ਨਹਿਰ ਸੀ। 27 ਸਾਲ ਤੱਕ ਹੀ ਹੋ ਸਕਦਾ, ਮੈਨੂੰ ਯਾਦ ਨਹੀਂ, 2-3 ਸਾਲ ਪਹਿਲਾਂ ਹੀ ਆਇਆ ਮੈਂ, 30 ਸਾਲ ਉਮਰ ਆ ਮੇਰੀ। ਪਹਿਲਾਂ ਮੈਂ ਸੁਣਦਾ ਹੁੰਦਾ ਸੀਗਾ ਵੀ ਢੈਪੀ ਵਾਲੀ ਨਹਿਰ, ਜਾਂ ਕਿਸੇ ਨੇ ਦੱਸਣਾ ਵੀ ਉੱਥੇ ਨਹਿਰ ਹੈਗੀ, ਮੈਂ ਵੇਖੀ ਹੈ ਜੀ ਉਹ ਨਹਿਰ ਜਿੱਥੇ ਮੁਕਾਬਲਾ ਹੋਇਆ। ਪਰ ਸੋਚਦਾ ਹੁੰਦਾ ਸੀ ਵੀ ਜਾਵਾਂਗੇ ਵੇਖਾਂਗੇ, ਫਿਰ ਆਖੀ ਦਾ ਛੱਡ ਯਾਰ, ਮਨ ਨੂੰ ਦੁੱਖ ਆਉਂਦਾ, ਕਿਉਂਕਿ ਭਾਵੇਂ ਆਪਣਾ ਜਨਮ ਬਾਅਦ ਦਾ ਪਰ ਪਰਿਵਾਰ ਦੀ ਅਟੈਚਮੈਂਟ ਕਦੇ ਖਤਮ ਨਹੀਂ ਹੋ ਸਕਦੀ। ਚਾਹੇ ਮੈਂ ਆਪਦੇ ਦਾਦਾ ਜੀ ਵੀ ਨਹੀਂ ਵੇਖੇ, ਪਰ ਜਦੋਂ ਉਹਨਾਂ ਦਾ ਨਾਂ ਆਊਗਾ ਬੰਦੇ ਦੇ ਮਨ 'ਚ ਆਉਂਦਾ ਹੈ। ਚਾਹੇ ਮੈਂ ਉਹਦੇ ਚਾਚਾ ਜੀ ਨਹੀਂ ਵੇਖੇ, ਮੇਰਾ 5 ਸਾਲ ਬਾਅਦ ਦਾ ਜਨਮ ਕੌਣ ਹੁੰਦਾ, ਪਰ ਉਹ ਕਿਤੇ ਜਦੋਂ ਉਹਨਾਂ ਦਾ ਨਾਂ ਆਉਂਦਾ ਹੈ ਐਟੂ ਕਿਤੇ ਨਾ ਮਨ ਭਾਵਕ ਜਾਂ ਉੱਦਾਂ ਦੀ ਜਿਹੜੀ ਉਹ ਕਹਾਣੀ ਵੀ ਬੀਤੀ ਹੈ ਜਾਂ ਸੁਣਦੇ ਰਹੇ ਆ ਪਰਿਵਾਰ ਤੋਂ, ਉਹ ਦਿਮਾਗ 'ਚ ਆ ਜਾਂਦੀ ਹੈ, ਫਿਰ ਮਨ ਭਾਵਕ ਜਿਹਾ ਹੋ ਜਾਂਦਾ, ਤੇ ਇੱਥੇ ਆਉਣ ਦੀ ਹਿੰਮਤ ਘੱਟ ਪੈਂਦੀ। ਮੇਨ ਗੱਲ ਹੈ। ਅੱਛਾ, ਪਰਿਵਾਰ ਤੋਂ ਸੁਣਦੇ ਹੋਵੋਗੇ ਕਿਵੇਂ ਉਹਨਾਂ ਦਾ ਇਹ ਲਹਿਰ ਨਾਲ, ਕਿੰਨੀ ਉਮਰ ਦੇ ਵਿੱਚ ਉਹ ਲਹਿਰ ਨਾਲ ਜੁੜ ਗਏ ਸੀ, ਤੇ ਕਿਸ ਤੋਂ ਪ੍ਰਭਾਵਿਤ ਹੋ ਕੇ ਵੀ ਇਹ ਚੀਜ਼ ਪਾਸੇ ਸਾਨੂੰ ਚੱਲਣਾ ਚਾਹੀਦਾ? ਵੇਖੋ, ਅੱਜ ਵਿਸਾਖੀ ਦਾ ਦਿਨ ਹੈ, ਤੇ ਵਿਸਾਖੀ ਵਾਲੇ ਦਿਨ ਹੀ ਉਹਨਾਂ ਦਾ ਜਨਮ ਹੁੰਦਾ। ਠੀਕ ਹੈ। ਤੇ ਅਕਸਰ ਹੀ ਆਪਾਂ ਆਪਣੇ ਇਤਿਹਾਸ 'ਚ ਪੜ੍ਹਿਆ ਹੈ, ਸਿੱਖ ਇਤਿਹਾਸ ਇੱਕ ਇੱਦਾਂ ਦਾ ਇਤਿਹਾਸ ਹੈ ਕਿ ਵਿਸਾਖੀ ਵਾਲੇ ਦਿਨ ਗੁਰੂ ਪਾਤਸ਼ਾਹ ਨੇ ਐਡੀ ਵੱਡੀ ਕਿਰਪਾ ਕੀਤੀ, ਸਾਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ, 5 ਪਿਆਰੇ ਜਾਂ ਇੱਦਾਂ ਵੱਡੀ ਕੁਰਬਾਨੀ ਮੰਗੀ। ਉਸ ਤੋਂ ਬਾਅਦ ਖਾਲਸਾ ਪੰਥ ਇੰਨੀ ਵੱਜ ਜਾਂਦੀ ਉਸ ਜੀ। ਤੇ ਉਸ ਦਿਨ ਵਰਿਆਮ ਸਿੰਘ ਖੱਪਿਆਂ ਦਾ ਜਨਮ ਹੁੰਦਾ 1964 ਦੇ ਵਿੱਚ ਵਿਸਾਖੀ ਵਾਲੇ ਦਿਨ। ਠੀਕ ਹੈ। ਬਾਪੂ ਹਰਨਾਮ ਸਿੰਘ, ਮਾਤਾ ਜਗਤਾਰ ਕੌਰ ਜੀ। ਫਿਰ ਜਦੋਂ ਹੋਇਆ ਸੀ 5 ਭਾਈਆਂ ਦਾ ਛੋਟਾ 6ਵਾਂ ਭਾਈ ਸੀਗਾ। ਠੀਕ ਹੈ। ਫਿਰ ਜਦੋਂ ਉਸ ਦਿਨ ਦਾ ਜਨਮ ਹੋਇਆ ਸੀ, ਤੇ ਸੁਭਾਵਿਕ ਗੱਲ ਹੈ ਕਿ ਜਿਹੜੇ ਕੁਦਰਤੀ ਤੌਰ ਤੇ ਇਦਾਂ ਹੋਣਾ, ਤੇ ਫਿਰ ਉਹ ਹੈ ਤਾਂ ਗੁਰੂ ਪਾਤਸ਼ਾਹ ਦਾ ਹੀ ਸੀ ਨਾ। ਇਹ ਆਪਾਂ ਤਾਂ ਹੱਕ ਜਤਾ ਨਹੀਂ ਸਕਦੇ ਵੀ ਆਪਣਾ ਸੀਗਾ, ਦੁੱਖ ਹੁੰਦਾ ਪਰ ਹੈ ਤਾਂ ਗੁਰੂ ਪਾਤਸ਼ਾਹ ਦਾ ਸੀਗਾ, ਕਿ ਜੋ ਗੁਰੂ ਪਾਤਸ਼ਾਹ ਨੂੰ ਭਾਣਾ ਲੱਗਿਆ, ਫਿਰ ਉਹ ਜਿਵੇਂ ਜਿਵੇਂ ਰਾਹ ਮਿਲਦਾ ਗਿਆ ਉਹਨਾਂ ਨੇ ਆਪਦੀ ਗੋਦ 'ਚ ਲੈ ਲਿਆ। ਲਹਿਰ ਨਾਲ ਅਟੈਚਮੈਂਟ ਕਿੰਨੀ ਉਮਰ ਦੇ ਵਿੱਚ ਹੋਈ? ਪਰਿਵਾਰ ਦੇ ਤੁਹਾਨੂੰ ਦੱਸਿਆ ਜਿਵੇਂ 6 ਭਾਈ ਸੀਗੇ ਜੀ। ਪਰਿਵਾਰ ਖੁੱਲਾ ਡੁੱਲਾ ਸੀ, ਜ਼ਮੀਨ ਵੀ ਖੁੱਲੀ ਸੀ, ਚੰਗਾ ਕਾਰੋਬਾਰ ਸੀਗਾ। ਜੇ ਕਹਿ ਲਈਏ ਉਦੋਂ ਦੇ ਸਮੇਂ ਦੇ ਵਿੱਚ, ਪਹਿਲਾਂ ਤਾਂ ਨਹੀਂ ਮੈਂ ਕਹਿੰਦਾ, ਦੂਜਾ ਵੀ ਨਹੀਂ ਕਹਿੰਦਾ, ਹੋ ਸਕਦਾ ਕਿ ਪਹਿਲੇ 10 'ਚ ਕੋਈ ਘਰ ਹੋਈਏ ਸਾਡਾ ਪਿੰਡ ਦੇ ਵਿੱਚੋਂ। ਠੀਕ ਹੈ। ਉਹਨਾਂ ਸਮਿਆਂ ਦੇ ਵਿੱਚ ਆਮ ਘਰ ਕੋਲ ਤਾਂ ਬੋਤਿਆਂ ਦਾ ਜ਼ਮਾਨਾ ਸੀ। ਉਦੋਂ ਪਹਿਲਾਂ ਟਰੈਕਟਰ ਨਵੇਂ ਆਏ ਸੀਗੇ। ਜੀ। ਤੇ ਉਹ ਉਦੋਂ ਟਰੈਕਟਰ ਹੁੰਦੇ ਸੀ ਆਪਣੇ ਕੋਲੇ। ਠੀਕ ਹੈ। ਹੋਰ ਵੀ ਨਿੱਕੇ ਮੋਟੇ ਜਿਹੜੇ ਕਾਰੋਬਾਰ ਸੀਗੇ। ਚਾਚਾ ਜੀ ਦੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਪੋਲਟਰੀ ਫਾਰਮ ਖੋਲ੍ਹਿਆ ਹੋਇਆ ਸੀਗਾ, ਨਾਲ ਪੜ੍ਹਦੇ ਸੀਗੇ। ਠੀਕ ਹੈ। ਪਸ਼ੂ ਡੰਗਰ ਖੁੱਲ੍ਹਾ ਹੁੰਦਾ ਸੀ ਉਦੋਂ, ਜ਼ਮੀਨਾਂ ਵੀ ਖੁੱਲ੍ਹੀਆਂ ਸੀਗੀਆਂ, ਚਾਰਨ ਲਈ ਲੈ ਕੇ ਜਾਣਾ। 6 ਭਾਈ ਸੀ, ਕਿਸੇ ਦੀ ਕਿੱਧਰ ਡਿਊਟੀ, ਕਿਸੇ ਦੀ ਕਿੱਧਰ ਡਿਊਟੀ। ਉਹਨਾਂ 6 ਦੇ ਵਿੱਚੋਂ ਜਿਵੇਂ ਇਹਨਾਂ ਦੀ ਡਿਊਟੀ ਪੋਲਟਰੀ ਫਾਰਮ 'ਤੇ ਸੀ। ਮੇਰੇ ਫਾਦਰ ਸਾਹਿਬ ਜਿਵੇਂ ਮੱਝਾਂ ਚਾਰ ਲੈਂਦੇ ਸੀ, ਜਾਂ ਕੋਈ ਖੇਤੀ ਦਾ ਕੰਮ ਕਰਦਾ ਸੀ, ਕੋਈ ਡੇਅਰੀ ਸੀਗੀ, ਮਤਲਬ ਕਿ ਖੁੱਲ੍ਹਾ ਕਾਰੋਬਾਰ ਸੀਗਾ। ਫਿਰ ਉਹਦੇ ਵਿੱਚੋਂ ਜਦੋਂ ਐਡਾ ਵੱਡਾ ਖੁੱਲ੍ਹਾ ਕਾਰੋਬਾਰ ਹੋਵੇ, ਤੇ ਇਹ ਛੋਟਾ ਹੋਣ ਕਰਕੇ ਥੋੜ੍ਹਾ ਜਿਹਾ ਪੜ੍ਹਾਈ ਵੱਲ ਰੁਚੀ ਜ਼ਿਆਦੀ ਸੀ। ਠੀਕ ਹੈ। ਕੰਮ ਦੇ ਵਿੱਚ ਲਾਇਆ ਨਹੀਂ। ਲਾੜਲਾ ਰੱਖਿਆ ਜਾਂਦਾ ਇਹਨੇ, ਲਾੜਲਾ ਕਹਿ ਲਓ ਜਾਂ ਕਹਿ ਲਓ ਵੀ ਰੁਚੀ ਹੋ ਜਾਂਦੀ, ਚਲ ਤੁਸੀਂ ਪੜ੍ਹ ਲਓ। ਉਦੋਂ ਸਮਾਂ ਹੁੰਦਾ ਨਾ ਇੱਕ ਚੀਜ਼ ਦਾ। ਜੀ। ਜਿਵੇਂ ਆਪਾਂ ਸੁਣਿਆ ਜੀ। ਪਰ ਉਹ ਜਿਵੇਂ ਇਹਨਾਂ ਨੇ 5ਵੀਂ ਦੀ ਪੜ੍ਹਾਈ ਪਿੰਡ ਕੀਤੀ, ਉਸ ਤੋਂ ਬਾਅਦ 8ਵੀਂ ਨਾਲ ਗੁਲਾਬੇ ਵਾਲੇ ਆ, ਫਿਰ ਮੁਕਤਸਰ ਸਾਹਿਬ ਆ ਗਏ। ਫਿਰ ਉਦੋਂ BA ਦੀ ਥਾਂ ਤੇ ਪ੍ਰੈਪ ਹੁੰਦੀ ਸੀ, ਸ਼ਾਇਦ +1 ਪ੍ਰੈਪ ਦੀ ਗੌਰਮੈਂਟ 'ਚ ਆ ਗਏ। ਉਦੋਂ ਜਿਹੜੇ ਨਾਲ ਦੇ ਪੜ੍ਹੇ, ਵੇਖੋ ਤੁਸੀਂ, ਕੋਈ DTO ਬਣ ਗਿਆ, ਕੋਈ SSP, ਕੋਈ ਬੈਂਕ ਮੈਨੇਜਰ, ਕੋਈ ਪਟਵਾਰੀ ਲੱਗ ਗਿਆ। ਪਰ ਇਹਨਾਂ ਦਾ ਰਾਹ ਉਹ ਸੀਗਾ, ਉੱਧਰਲੇ ਰਾਹ ਤੁਰ ਪਏ। ਉੱਧਰੋਂ ਫਿਰ ਸਮਾਂ ਇੱਦਾਂ ਦਾ ਸੀਗਾ, ਉਦੋਂ ਫੈਡਰੇਸ਼ਨ ਦਾ ਬੜਾ ਜ਼ੋਰ ਹੁੰਦਾ ਸੀਗਾ। ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਅਮਰੀਕ ਸਿੰਘ। ਬਿਲਕੁਲ ਜੀ। ਠੀਕ ਹੈ। ਉਹਨਾਂ ਦਾ ਜ਼ੋਰ ਸੀਗਾ ਉਦੋਂ। ਸਾਡੇ ਪਿੰਡ 'ਚੋਂ ਹੀ ਮੇਰੇ ਚਾਚਾ ਜੀ ਲੱਗਦੇ ਆ, ਅਸੀਂ ਚਾਚਾ ਜੀ ਕਹਿੰਦੇ ਆ, ਸਰਦਾਰ ਹਰਭਜਨ ਸਿੰਘ ਜੀ, ਉਹ ਪ੍ਰਧਾਨ ਹੁੰਦੇ ਸੀ। ਫਿਰ ਉਹਨਾਂ ਦੇ ਨਾਲ ਇਕੱਠੇ ਕਲਾਸਮੇਟ ਸੀਗੇ ਜੀ। ਉਹਨਾਂ ਨੇ ਇਹਨਾਂ ਨੂੰ ਵਿੱਚ ਜੋੜ ਲਿਆ। ਫਿਰ ਉਹ ਜੁੜਨ ਕਰਕੇ ਫਿਰ ਇਹਦੋਂ ਬਾਅਦ 'ਚ ਦਰਬਾਰ ਸਾਹਿਬ ਜਾਣ ਲੱਗ ਗਏ ਜੀ। ਸੰਤਾਂ ਨਾਲ ਕਿਤੇ ਛੁੱਟੀ ਹੋਣੀ ਜਦੋਂ ਕਾਲਜ 'ਚੋਂ, ਇਹਨਾਂ ਨੇ ਉੱਥੇ ਚਲੇ ਜਾਣਾ। ਫਿਰ ਜਦੋਂ ਉੱਥੇ ਆਉਣ ਜਾਣ ਲੱਗ ਗਏ, ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਕਹਾਣੀ ਤਾਂ ਪਤਾ ਹੀ ਸੀ ਪੰਜਾਬ ਦੀ ਜਿਹੜੀ ਬਣੀ ਪਈ ਸੀ ਉਦੋਂ ਉਹਨਾਂ ਸਮਿਆਂ ਦੇ ਵਿੱਚ। ਫਿਰ ਉਹ ਹਰੇਕ ਨੂੰ ਹੁੰਦਾ ਹੈ ਕਿ ਮੈਂ ਵੀ ਇਸ ਵਹਿਣ 'ਚ ਵਗ ਕੇ ਵੇਖਾਂ, ਜਾਂ ਗੁਰੂ ਪਾਤਸ਼ਾਹ ਨੇ ਸੇਵਾ ਲੈਣੀ ਹੁੰਦੀ ਹੈ। ਉਸ ਸਮੇਂ ਫਿਰ ਉੱਧਰੋਂ ਅਟੈਚਮੈਂਟ ਹੋ ਗਈ। ਉਦੋਂ ਅਟੈਚਮੈਂਟ। ਸੰਤਾਂ ਨਾਲ ਵੀ ਕਾਫੀ ਨੇੜਤਾ ਰਹੀ। ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਜਿੰਨਾ ਕੁ ਸੁਣਿਆ ਕਿ ਜਾਂਦੇ ਸੀ ਜੀ।
ਮੈਂ ਇਹ ਨਹੀਂ ਕਹਿ ਸਕਦਾ ਕਿ ਹਾਂਜੀ, ਕਿਉਂਕਿ ਮੇਰੇ ਕੋਲ ਕੋਈ ਨਾ ਤਾਂ ਤਸਵੀਰ ਹੈ ਉਹਨਾਂ ਸੰਤਾਂ ਦੇ ਨਾਲ, ਕਿਉਂਕਿ ਤਸਵੀਰਾਂ ਤਾਂ ਵੈਸੇ ਹੀ ਭਾਈ ਸਾਹਿਬ ਦੀਆਂ ਬਹੁਤ ਘੱਟ ਸੀਗੇ, ਸ਼ੌਂਕੀ ਨਹੀਂ ਸੀਗੇ। ਕਈਆਂ ਦਾ ਹੁੰਦਾ ਚਲੋ ਆਪਾਂ ਤਸਵੀਰ ਖਿਚਾ ਲਈ ਜਾਂ ਇੱਦਾਂ, ਉਹਨਾਂ ਨੂੰ ਇੱਦਾਂ ਦਾ ਧਿਆਨ ਨਹੀਂ ਸੀਗਾ, ਉਹਨਾਂ ਦੀ ਹੋਰ ਸੋਚ ਸੀਗੀ। ਠੀਕ ਹੈ। ਕਿ ਜਿਵੇਂ ਸੁਣਿਆ ਨਾਲ ਦਿਆਂ ਤੋਂ ਕਹਿੰਦੇ ਵੀ ਉਹ ਇੱਦਾਂ ਦਾ ਵੀ ਤਾਂ ਸਬੂਤ ਨਹੀਂ ਛੱਡਦੇ ਸੀ, ਉਹਨਾਂ ਨੂੰ ਇਹ ਸਬੂਤ ਬਣ ਜਾਂਦੇ ਉਦੋਂ ਪੁਲਿਸ ਤੁਹਾਨੂੰ ਪਤਾ ਹੀ ਆ ਜੀ। ਦੂਜੀ ਗੱਲ ਇਹ ਸੀਗਾ ਕਿ ਉਹਨਾਂ ਦੀ ਸੋਚ ਇਹ ਸੀ ਵੀ ਇਹਨਾਂ ਚੀਜ਼ਾਂ ਤੋਂ ਲੈਣਾ, ਆਪਾਂ ਸੇਵਾ ਕਰਨ ਆਏ ਹਾਂ। ਜਿਹੜਾ ਬੰਦਾ ਸੇਵਾ ਕਰਨ ਵਾਲਾ ਹੋਊਗਾ, ਆਪਾਂ ਫੋਟੋਆਂ ਖਿਚਾਉਣੇ ਜਾਂ ਕੁਝ ਵੀ ਹੈ, ਜਦੋਂ ਕੰਮ ਹੀ ਸੇਵਾ ਦਾ ਸੀਗਾ ਉਹ। ਫਿਰ ਉਦੋਂ ਸੰਤਾਂ ਦੇ ਕੋਲ ਆਉਂਦੇ ਜਾਂਦੇ ਸੀਗੇ ਜਿਵੇਂ। ਬਾਕੀ ਜਦੋਂ ਦਰਬਾਰ ਸਾਹਿਬ ਮੁਕਤਸਰ ਸਾਹਿਬ ਅਟੈਕ ਹੁੰਦਾ ਹੈ, ਅਸਲ ਵਿੱਚ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਾ ਅਟੈਕ ਹੁੰਦਾ ਹੈ ਉਦੋਂ ਉੱਥੇ ਹੁੰਦੇ, ਉਦੋਂ ਪਹਿਲਾਂ ਉੱਥੋਂ ਉਦੋਂ ਬਾਅਦ 'ਚ ਜਦੋਂ ਜਿਵੇਂ ਫੈਡਰੇਸ਼ਨ ਇਹਨਾਂ ਸਿੰਘਾਂ ਦੀ ਡਿਊਟੀ ਲੱਗੀ ਸੀ, ਸੰਤਾਂ ਨਾਲ ਲੱਗੀ ਜਾਂ ਉਹਨਾਂ ਦੇ ਸਿੰਘਾਂ ਵੱਲੋਂ ਗਾਂਹ ਲੱਗੀ, ਇਹਨਾਂ ਦੀ ਮੁਕਤਸਰ ਸਾਹਿਬ ਲੱਗ ਗਈ ਵੀ ਚਲੋ ਜੀ ਫੌਜ ਹਨਾ ਵੀ ਖਰਾਬ ਨਾ ਕਰੇ, ਤੁਸੀਂ ਆਪੋ ਆਪਣੇ ਏਰੀਆ ਸਾਂਭੋ। ਅੱਛਾ। ਜਦੋਂ ਏਰੀਆ ਮੁਕਤਸਰ ਸਾਹਿਬ ਵਾਲਾ ਸਾਂਭਿਆ, ਠੀਕ ਹੈ, ਤੇ ਉੱਥੇ ਦਰਬਾਰ ਸਾਹਿਬ ਤੇ ਅਟੈਕ ਹੁੰਦਾ। ਉਸ ਦਿਨ ਅੰਦਰ ਸੀ ਪਹਿਲੇ ਦਿਨ ਜਿਹੜੀ ਗ੍ਰਿਫਤਾਰੀ ਹੁੰਦੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਸ ਦਿਨ ਉੱਥੇ ਮੌਜੂਦ ਸੀ। ਇੱਥੇ ਮੁਕਤਸਰ ਸਾਹਿਬ ਅੱਛਾ, ਮੁਕਤਸਰ ਸਾਹਿਬ ਵੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵੀ ਕਹਿ ਦਿੰਦੇ ਨਾ ਆਪਾਂ। ਠੀਕ ਹੈ, ਠੀਕ ਹੈ, ਠੀਕ ਹੈ। ਇਹਨੂੰ ਵੀ ਦਰਬਾਰ ਸਾਹਿਬ ਕਹਿ ਦਿੰਦੇ ਆ। ਇੱਥੇ ਦਰਬਾਰ ਸਾਹਿਬ ਸੀਗੇ, ਇੱਥੇ ਸੀਗੇ। ਹਾਂਜੀ, ਇੱਥੇ ਗ੍ਰਿਫਤਾਰੀ ਹੋਈ ਹੈ। ਇੱਥੇ ਪਹਿਲੀ ਗ੍ਰਿਫਤਾਰੀ ਹੋਈ। ਠੀਕ ਹੈ। ਅੱਛਾ, ਫੌਜ ਨੇ ਇੱਥੇ ਵੀ ਆਈ ਸੀਗੀ। ਬਹੁਤ ਕੁਝ ਹੋਇਆ ਜੀ ਮੁਕਤਸਰ ਸਾਹਿਬ। ਅੱਛਾ, ਬਹੁਤ ਜ਼ਿਆਦਾ ਕੁਝ ਹੋਇਆ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੋਲੇ ਮਾਰਨੇ। ਅੱਛਾ, ਸ਼੍ਰੀ ਮੁਕਤਸਰ ਸਾਹਿਬ ਵੀ ਕੁਝ ਵਾਪਰਿਆ। ਬਹੁਤ ਕੁਝ ਜੀ, ਇਤਿਹਾਸ ਪੜ੍ਹੀ ਬਹੁਤ ਘੱਟ, ਮੈਨੂੰ ਨਹੀਂ ਪਤਾ। ਮੈਂ ਤਾਂ ਚਲੋ ਇਦਾਂ ਹੁੰਦਾ ਹੈ ਕਿ ਮਨਿੰਦਰ ਇਹ ਚੀਜ਼ਾਂ ਸਾਡੇ ਤੋਂ ਲੁਕੋਈਆਂ ਹੀ ਗਈਆਂ ਕਿ ਇਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਜਾਣ ਹੀ ਨਹੀਂ ਦਿੱਤਾ। ਠੀਕ ਹੈ। 35 ਦੇ ਕਰੀਬ ਜਾਂ 35 ਤੋਂ 37 ਦੇ ਵਿੱਚ ਨੀਅਰ ਅਬਾਊਟ ਮੈਂ ਹੋ ਸਕਦਾ ਇੱਕ ਦੇ ਤੇ ਗਲਤ ਹੋਵਾਂ, ਪਰ ਇੱਥੇ ਸਾਡੇ ਉਤੋਂ ਗੁਰਦੁਆਰਾ ਸਾਹਿਬਾਂ ਤੇ ਅਟੈਕ ਹੋਇਆ। ਬਿਲਕੁਲ ਫੌਜ ਚੜ੍ਹ ਕੇ ਆਈ ਆ। ਉੱਥੇ ਤਾਂ ਬਹਾਨਾ ਬਣਾ ਲੈਂਦੇ ਆ ਕਿ ਸੰਤ ਬੈਠੇ ਸੀਗੇ, ਬਾਕੀਆਂ 'ਚ ਕੌਣ ਬੈਠਾ ਹੈ? ਉਹ ਤਾਂ ਆਪਰੇਸ਼ਨ ਬਲੂ ਸਟਾਰ ਦਾ ਨਾਮ ਆਪਰੇਸ਼ਨ ਬਲੂ ਸਟਾਰ ਦਾ ਨਾਮ ਤਾਂ ਦੇਤਾ ਇਹਨਾਂ ਨੇ, ਪਰ ਇੱਥੇ ਕੌਣ ਬੈਠਾ ਸੀ? ਪਰ ਸਾਰਿਆਂ ਥਾਵਾਂ ਤੇ ਧੱਕਾ ਹੋਇਆ। ਠੀਕ ਹੈ। ਉਦੋਂ ਇੱਥੇ ਮੌਜੂਦ ਸੀ, ਉਦੋਂ ਗ੍ਰਿਫਤਾਰੀ ਦਿੱਤੀ। ਉਦੋਂ ਪਹਿਲੀ ਗ੍ਰਿਫਤਾਰੀ ਜਿਹੜੀ ਫਿਰ ਉਹ ਗ੍ਰਿਫਤਾਰੀ ਦਿੱਤੀ ਕਹਿ ਲਓ, ਜਾਂ ਉਹਨਾਂ ਫੜ ਹੀ ਲੈਣਾ ਸੀਗਾ, ਉਹਨਾਂ ਕੋਲ ਛੱਡਣਾ ਸੀ। ਜਿਹੜੀ ਮਿੱਥ ਕੀ ਆ ਗਏ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਹੀਂ ਬਖਸ਼ਿਆ, ਜਿਹਨੂੰ ਨਤਮਸਤਕ ਹੁੰਦੀ ਸਾਰੀ ਦੁਨੀਆ, ਉਹ ਉੱਥੇ ਜਦੋਂ ਚੜ੍ਹ ਕੇ ਆ ਗਏ, ਉਹਨਾਂ ਲਿਹਾਜ਼ ਨਹੀਂ ਕੀਤਾ, ਤੇ ਫਿਰ ਆਮ ਲੋਕ ਜਿਹੜੇ ਉੱਥੇ ਆਏ ਉਹਨਾਂ ਦਾ ਕੀ ਲਿਹਾਜ਼ ਕਰਨਾ ਸੀ? ਉੱਥੇ ਪਹਿਲੀ ਗ੍ਰਿਫਤਾਰੀ ਹੋ ਗਈ। ਉਸ ਤੋਂ ਬਾਅਦ ਇਹ ਦੌਰ ਚੱਲਦਾ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਕਿਵੇਂ ਉਦੋਂ ਬਾਅਦ ਜ਼ਮਾਨਤ ਤੇ ਆਏ ਜਾਂ ਕੀ ਚੱਕਰ ਬਣਿਆ ਸੀ? ਅਸਲ ਵਿੱਚ ਜਦੋਂ ਇਦਾਂ ਦਾ ਕੁਝ ਹੋ ਜਾਂਦਾ ਨਾ, ਤੇ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਜਾਂ ਤੇਜ਼ ਦਿਮਾਗ ਵਾਲੇ ਜਾਂ ਤੇਜ਼ ਬੁੱਧੀ ਵਾਲੇ ਹੁੰਦੇ ਨੇ, ਉਹਨਾਂ ਨੂੰ ਕਦੀ ਪੁਲਿਸ ਬੈਠਣ ਨਹੀਂ ਦਿੰਦੀ। ਜਾਂ ਸਰਕਾਰ ਦਾ ਦਬਾਅ ਹੀ ਇੰਨਾ ਹੁੰਦਾ ਹੈ ਕਿ ਇਹਨਾਂ ਨੂੰ ਬੈਠਣ ਨਹੀਂ ਦੇਣਾ, ਵੀ ਇਹਨਾਂ ਨੂੰ ਟਿਕਣ ਨਾ ਦਿਓ। ਬਿਨਾਂ ਗੱਲ ਤੋਂ ਨਜਾਇਜ਼ ਪਰਚੇ, ਜਦੋਂ ਘਰੇ ਆਉਣਾ ਛਾਪੇਮਾਰੀ ਹੋਣ ਲੱਗ ਜਾਣੀ। ਠੀਕ ਹੈ। ਜਿਵੇਂ ਬਾਪੂ ਜੀ ਦੱਸਦੇ ਹੁੰਦੇ ਆ ਕਿ ਜਦੋਂ ਉਹਨਾਂ ਘਰੇ ਆਉਣਾ ਬਿਨਾਂ ਗੱਲ ਤੋਂ, ਹਨਾ ਵੀ ਇੱਥੋਂ ਦਾ ਹੋ ਗਈ ਸੀ ਜ਼ਮਾਨਤ, ਬਾਅਦ ਦੇ ਵਿੱਚ ਫਿਰ ਉਹਨਾਂ ਘਰੇ ਟਿਕਣ ਨਹੀਂ ਨਾ ਦਿੱਤਾ, ਫਿਰ ਆਪ ਹੀ ਧੱਕਣ ਲੱਗ ਕੇ ਉਸ ਪਾਸੇ ਨੂੰ ਵੀ ਤੁਹਾਡਾ ਰਾਹ ਹੀ ਉਹ ਆ। ਫਿਰ ਕੁਛ ਵਿਧੀ ਬਣ ਜਾਂਦੀ ਹੈ, ਪ੍ਰਮਾਤਮਾ ਦਾ ਹੋਇਆ ਹੁਕਮ ਹੁੰਦਾ ਵੀ ਉਹ ਬੰਦਾ ਤਾਂ ਬਣਨਾ ਹੀ ਆ। ਪਰਿਵਾਰ ਨੂੰ ਮਤਲਬ ਫਿਰ ਉਹਦੇ ਨਾਲ ਪਰਿਵਾਰ ਨੂੰ ਬੜੀਆਂ ਸਮੱਸਿਆਵਾਂ ਆਈਆਂ ਹੋਣਗੀਆਂ ਉਸ ਸਮੇਂ? ਸਮੱਸਿਆਵਾਂ ਜਾਂ ਤਾਂ ਰਾਹ ਪਿਆ ਜਾਣੀਆਂ ਜਾਂ ਵਾਹ ਪਿਆ ਜਾਣੀਆਂ, ਦੋ ਹੀ ਚੀਜ਼ਾਂ ਹੁੰਦੀਆਂ। ਜੇ ਤਾਂ ਜਿਹਦੇ ਨਾਲ ਬੀਤੀ ਏ ਜਾਂ ਤਾਂ ਉਹ ਦੱਸ ਸਕਦਾ, ਜਾਂ ਜਿਹਨੇ ਵੇਖਿਆ ਉਹ ਦੱਸ ਸਕਦਾ। ਦੇਖ ਸਕਦੇ ਤੁਹਾਨੂੰ ਦੱਸਦੇ ਹੋਣਗੇ ਤੁਹਾਡੇ। ਬਹੁਤ ਕੁਝ ਹੋਇਆ ਜੀ, ਹੁਣ ਜੇ ਦੱਸਣ ਲੱਗ ਜੀਏ ਤੇ ਹੋਇਆ ਹੀ ਇੰਨਾ ਕੁਛ ਆ ਯਾਰ। ਫਿਰ ਵੀ ਕੁਝ ਸੰਖੇਪ ਦੇ ਵਿੱਚ ਜ਼ਰੂਰ ਦੱਸੋ। ਜਦੋਂ ਇਹ ਸਭ ਕੁਝ ਹੋਇਆ ਹਨਾ, ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਇਹ ਇੱਥੇ ਸੀਗੇ, ਸੰਤਾਂ ਦੇ ਭਾਈ ਹੁੰਦੇ ਸੀਗੇ ਜਗਜੀਤ ਸਿੰਘ ਰੋਡੇ ਜੀ, ਉਹਨਾਂ ਦਾ ਕਤਲ ਕਹਿ ਲਈਏ ਜਾਂ ਕਿਵੇਂ ਕਹਿ ਲਈਏ, ਮੇਰੇ ਕੋਲ ਸ਼ਬਦ ਨਹੀਂ ਹੋ ਸਕਦਾ, ਮਾਫ ਕਰਨਾ ਮੈਂ ਗਲਤ ਹੋਵਾਂ, ਕਿ ਉਹਨਾਂ ਦਾ ਜਦੋਂ ਉਹਦੇ ਸੰਬੰਧ ਦੇ ਵਿੱਚ ਉਹਨਾਂ ਦਾ ਜਦੋਂ ਡੈਥ ਹੁੰਦੀ ਆ ਅੰਤਿਮ ਸਮੇਂ ਤੋਂ ਬਾਅਦ, ਇੱਕ ਸਾਜ਼ਿਸ਼ ਦੱਸੀ ਜਾਂਦੀ ਸੀ ਉਸ ਸਮੇਂ ਜੀ, ਵੀ ਉਹਨਾਂ ਕੋਲ ਹੋ ਸਕਦਾ ਵੀ ਕਿਸੇ ਨੇ ਸਾਜ਼ਿਸ਼ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਉਹਦੇ ਲਈ ਨਾ ਫੈਡਰੇਸ਼ਨ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਸੀ। ਅੱਛਾ, ਪੰਜਾਬ ਬੰਦ ਦਾ ਸੱਦਾ ਸੀਗਾ, ਤੇ ਆਪੋ ਆਪਣੇ ਏਰੀਏ 'ਚ ਆਮ ਹੀ ਗੱਲ ਆ। ਹੁਣ ਆਪਾਂ ਦੇਖਦੇ ਹੀ ਆ ਕਿਸਾਨੀ ਅੰਦੋਲਨ ਵੇਲੇ ਕੀ ਕਰਦੇ ਰਹੇ, ਆਪਾਂ ਭਾਵੇਂ ਪੱਤਰਕਾਰੀ ਸੀਗੇ, ਚਲੋ ਯਾਰ ਵੀ ਪੰਜਾਬ ਆਪਾਂ ਬੰਦ ਆ, ਜੇ ਆਪਣੀ ਦੁਕਾਨਦਾਰੀ ਤੇ ਆਪਾਂ ਵੀ ਬੰਦ, ਆਪਾਂ ਦਫ਼ਤਰ ਬੰਦ ਰੱਖ ਲਿਆ। ਬਿਲਕੁਲ ਹੁੰਦਾ ਹੀ ਆ। ਉਹ ਉਹਦੇ ਸੰਬੰਧ 'ਚ ਇਹਨਾਂ ਨੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਮੁਕਤਸਰ ਸਾਹਿਬ। ਅਸਲ ਵਿੱਚ ਜ਼ਿਆਦਾ ਕਹਾਣੀ ਉੱਥੋਂ ਵਿਗੜੀ। ਜਦੋਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਕੁਝ ਕੁ ਜਿਵੇਂ ਸ਼ਰਾਰਤੀ ਲੋਕ ਹੁੰਦੇ ਨੇ, ਉਹ ਅੱਜ ਵੀ ਹੈ, ਉਤੋਂ ਵੀ ਹੈ, ਉਹ ਰਹਿਣੇ ਹੀ ਆ, ਉਹ ਰਹਿਣੇ ਸਮਾਜ ਦਾ ਹਿੱਸਾ ਹੈ। ਉਹ ਸ਼ਰਾਰਤੀ ਲੋਕ ਜਿਹੜੇ ਕਿ ਮੈਂ ਮਾਫ ਕਰਨਾ, ਬਹੁਤ ਸਾਰੇ ਸਾਡੇ ਸਤਿਕਾਰਯੋਗ ਵੀ ਨੇ ਉਹਨਾਂ ਦੇ ਵਿੱਚੋਂ ਨਹੀਂ ਕਹਿ ਸਕਦੇ ਹਿੰਦੂ ਪਰਿਵਾਰ, ਉਹਨਾਂ ਦੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਸੀਗੇ ਜਿਹੜੇ ਸ਼ਿਵ ਸੈਨਾ ਨਾਲ ਸੰਬੰਧਿਤ ਲੋਕ ਸੀ। ਹਾਲਾਂਕਿ ਬਹੁਤ ਸਾਰੇ ਹਿੰਦੂ ਵੀ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ, ਵੀ ਉਹਨਾਂ ਨਾਲ ਕੱਟੜਤਾ ਦੇ ਨਾਲ ਸਹਿਮਤ ਨਹੀਂ ਹੈਗੇਗੇ, ਪਰ ਉਹ ਸ਼ਿਵ ਸੈਨਾ RSS ਸ਼ਿਵ ਸੈਨਾ ਕਹਿ ਸਕਦੇ, ਉਹ ਸ਼ਿਵ ਸੈਨਾ ਭਾਰੂ ਸੀ, RSS ਤਾਂ ਹੁੰਦੇ ਜਮਾਨੇ। ਉਹ ਉਹਨਾਂ ਨਾਲ ਸੰਬੰਧਿਤ ਸੀਗੇ ਲੋਕ। ਜਦੋਂ ਇਹਨਾਂ ਨੇ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਦੁਕਾਨਦਾਰੀਆਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀਆਂ, ਉਹਨਾਂ ਤਿਆਬ ਦੇ ਬਲਬ ਮਾਰੇ, ਬੋਤਲਾਂ ਸੱਟਣੀਆਂ ਸ਼ੁਰੂ ਕਰਤੀਆਂ। ਉੱਥੇ
ਮਤਲਬ ਉਹਨਾਂ ਨੇ ਹਮਲਾ ਕਰਤਾ, ਕੁਝ ਕੁ ਨਿਹੱਥੇ ਸਿੰਘਾਂ ਤੇ ਸਾਜ਼ਿਸ਼ ਦੇ ਅਧੀਨ ਇੱਕ ਹਮਲਾ ਕਰਤਾ। ਠੀਕ ਹੈ। ਜਦੋਂ ਉਹ ਹਮਲਾ ਕੀਤਾ ਫਿਰ ਉਹ ਇੱਕ ਲਕੀਰ ਖਿੱਚੀ ਗਈ ਜਿਉਣ ਤੇ ਮਰਨ ਦੀ। ਜਿਹੜੀ ਉਹ ਲਕੀਰ ਖਿੱਚੀ ਗਈ ਜਿਹੜੀ ਜਿਉਣ ਤੇ ਮਰਨ ਦੀ, ਉਹ ਫਿਰ ਕਦੀ ਫਿੱਕੀ ਨਹੀਂ ਪਈ। ਫਿਰ ਉਹ ਆਪਦੇ ਕਹਿ ਨਹੀਂ ਕਰਨੀ, ਤੇ ਉਹਨਾਂ ਦਾ ਫਿਰ ਜਿਹੜਾ ਉਹਨਾਂ ਦੇ ਮਨ 'ਚ ਸੀਗਾ ਯਾਰ ਵੀ ਸਾਨੂੰ ਜਲੀਲ ਕਰੀ ਜਾਂਦੇ, ਸਾਡੀ ਧਰਤੀ ਹੋਵੇ, ਅਸੀਂ ਉਹਨਾਂ ਨੂੰ ਤਾਂ ਰੋਕਦੇ ਹੀ ਨਹੀਂ ਗੇ ਵੀ ਜੋ ਮਰਜ਼ੀ ਕਰੋ, ਪਰ ਜਿੱਥੇ ਧੱਕਾ ਹੋ ਰਿਹਾ ਸਾਡੇ ਗੁਰੂ ਪਾਤਸ਼ਾਹ ਦੀ ਧਰਤੀ ਹੋਵੇ, ਸਾਡੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਨੇ ਸਿਖਾਇਆ ਹੀ ਇਹ ਆ ਜ਼ੁਲਮ ਕਰਨਾ ਨਹੀਂ ਤੇ ਜ਼ੁਲਮ ਸਹਿਣਾ ਵੀ ਨਹੀਂ, ਤੇ ਜ਼ੁਲਮ ਕਿਤੇ ਹੁੰਦਾ ਉਹਨੂੰ ਰੋਕਣਾ ਵੀ ਆ। ਪਰ ਸਾਡੇ ਤੇ ਜ਼ੁਲਮ ਹੋਣ ਲੱਗ ਪਿਆ। ਫਿਰ ਉਹ ਜਦੋਂ ਜ਼ੁਲਮ ਹੋਇਆ ਉਹਦੇ ਵਿੱਚ ਉਸਨੇ DSP ਸੁਲਝੇ ਹੋਏ ਸੀਗੇ, ਉਹਦੇ 'ਚ SDM ਸ਼ਾਇਦ ਜ਼ਖਮੀ ਹੁੰਦੇ ਆ, DSP ਦੇ ਵੀ ਬੋਤਲ ਵੱਜਦੀ। ਫਿਰ ਉਹ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਨਿਹੱਥੇ ਜੇ, ਇਹ ਉਦੋਂ ਕਹਾਣੀ ਜ਼ਿਆਦਾ ਵਿਗੜਦੀ ਸੀ। ਫਿਰ ਉਹਨਾਂ ਨੇ, ਉਹ ਵੀ ਸਿੱਖ ਧਰਮ ਨਾਲ ਸੰਬੰਧਿਤ ਸੀਗੇ, ਉਹਨਾਂ ਨੇ ਕਿਹਾ ਵੀ ਕਿ ਨਹੀਂ, ਕਿ ਤੁਸੀਂ ਅੱਜ ਨਹੀਂ, ਸਮਾਂ ਵੇਖੋ ਵੀ ਇਹਨੂੰ ਵਿਚਾਰੋ, ਮਤਲਬ ਕਿ ਅੱਜ ਤੁਸੀਂ ਨਿਹੱਥੇ ਮਾਰੇ ਜਾਓਗੇ। ਜਾਂ ਕਹਿ ਲਈਓ ਉਹਨਾਂ ਦੇ ਪੁਲਿਸ ਦੇ ਸਮਝਦਾਰੀ ਨਾਲ ਜਿਵੇਂ ਵੀ ਸੀਗੇ, ਥੋੜ੍ਹੇ 2 ਕਦਮ ਪਿੱਛੇ ਹੋਏ, ਇੱਕ ਜਲਾਲਾਬਾਦ ਰੋਡ 'ਤੇ ਫਾਟਕ ਪੈਂਦਾ, ਉੱਥੇ ਆ ਕੇ ਕੁਝ ਉਹਨਾਂ ਦੇ ਸਾਥੀ ਸੀ ਉਹ ਫਿਰ ਪਿੱਛੇ ਆਏ। ਉੱਥੇ ਬਾਂਸ ਦੀਆਂ ਦੁਕਾਨਾਂ ਦੇ ਦੱਸਦੇ ਹੁੰਦੇ, ਵਿੱਚੋਂ ਇੱਕ ਸਾਥੀ ਨੇ ਮੈਨੂੰ ਗੱਲ ਦੱਸੀ ਸੀ ਇਹ ਆਂਦੇ, ਫਿਰ ਉਹ ਜਦੋਂ ਨਹੀਂ ਟਲੇ ਤੇ ਫਿਰ ਅਸੀਂ ਬਾਂਸ ਦੀਆਂ ਜਿਹੜੀਆਂ ਸੀਗੀਆਂ ਬਾਂਸ ਬੂੰਸ ਉੱਥੋਂ ਡਾਂਗਾ ਡੂੰਗਾ ਖਿੱਚ ਲਈਆਂ ਤੇ ਕੁੱਟਮਾਰ ਵੀ ਕੀਤੀ ਉਹਨਾਂ ਦੀ। ਪਰ ਜਿਹੜੀ ਉਹ ਕਹਾਣੀ ਸੀਗੀ ਫਿਰ ਉਹ ਇੱਕ ਵੱਧਦੀ ਗਈ ਜਿਹੜੀ ਕਹਾਣੀ। ਉਸ ਤੋਂ ਬਾਅਦ ਘਰੇ ਬੈਠਣਾ ਤਾਂ ਕੀ, ਫਿਰ ਉਦੋਂ ਬਾਅਦ ਪੁਲਿਸ ਨੇ ਵੀ ਤੰਗ ਕਰਨਾ ਦੂਸਰੇ ਪਾਸੋਂ ਜਦੋਂ ਸਮਾਜ ਦੇ ਵਿੱਚ ਕੁਝ ਉਹ ਲੋਕ ਹਿੱਸੇ ਦੇ ਜਿਹੜੇ ਘਰੇ ਬੈਠਣ ਦਿੰਦੇ ਹੀ ਨਹੀਂ ਸੀ। ਫਿਰ ਇਸੇ ਰਾਹਦਾਰੀ 'ਤੇ ਚੱਲਦਿਆਂ ਫਿਰ ਉਹ ਅੱਗੇ ਵੱਧਦੇ ਗਏ। ਵਿੱਚ ਬਹੁਤ ਸਾਰੇ ਜਿੱਥੇ ਕਿਤੇ ਜਾਂਦੇ ਸੀਗੇ, ਆ ਤੁਹਾਡੇ ਏਰੀਏ ਦੇ ਵਿੱਚ ਠਹਿਰ ਸੀਗੀ ਬਰਗਾੜੀ, ਇੱਥੇ ਮੁਕਾਬਲਾ ਹੁੰਦਾ, ਰੌਕੇ ਪਿੰਡ ਮੁਕਾਬਲਾ ਹੁੰਦਾ। ਫਿਰ ਇੱਥੇ ਤੁਹਾਡੇ 2 ਇੱਥੇ ਜੈਤੋ ਦੇ ਨੇੜੇ 2 ਪੁਲਿਸ ਵਾਲੇ ਮਾਰੇ ਗਏ ਮੁਕਾਬਲੇ 'ਚ ਇਹਨਾਂ ਤੋਂ। ਫਿਰ ਉਦੋਂ ਬਾਅਦ 'ਚ ਫਿਰ ਪਤਾ ਹੀ ਹੈ ਤੁਹਾਨੂੰ, ਉਮਰ ਛੋਟੀ ਸੀਗੀ, 18-20 ਸਾਲ ਉਮਰ ਸੀਗੀ। ਉਹ 2 ਸਾਲ ਦਾ ਸਫ਼ਰ ਕੁਛ ਜੇਲ੍ਹ ਹੋਈ ਉਹਦੇ ਵਿੱਚੋਂ। ਫਿਰ ਇੱਦਾਂ ਚੱਲਦਾ ਗਿਆ ਸਿਸਟਮ ਉਸ ਤਰੀਕੇ ਨਾਲ ਬਣਦਾ। ਬਿਲਕੁਲ। ਪਰਿਵਾਰ ਦਾ ਆਪਾਂ ਉੱਥੇ ਫਿਰ ਮਤਲਬ ਚਲੋ ਉਹਨਾਂ ਦਾ ਤਾਂ ਸੀਗਾ, ਜਦੋਂ ਇਹੋ ਜਿਹਾ ਹਾਲਾਤ ਹੁੰਦਾ ਪਰਿਵਾਰ ਨੂੰ ਵੀ ਜਿਹੜਾ ਸਿਸਟਮ ਵੱਲੋਂ ਤੰਗ ਕੀਤਾ ਜਾਂਦਾ, ਪਰੇਸ਼ਾਨ ਕੀਤਾ ਜਾਂਦਾ। 1 ਤੇ 2 ਹੈ, 1 ਤੇ 2 ਮੈਂ ਕਿਹਾ ਸਿਸਟਮ ਤੰਗ ਕਰਦਾ ਹੈ ਕਿ ਹੁੰਦਾ ਹੈ ਕਿ ਜਿਹੜਾ ਬੰਦਾ ਉਸ ਰਾਹ ਤੇ ਤੁਰਿਆ, ਮੰਨ ਲਓ ਮਨਿੰਦਰ ਸਿੰਘ ਹੈ, ਮਨਿੰਦਰ ਸਿੰਘ ਦੀ ਕੋਈ ਗਲਤੀ ਹੋ ਗਈ ਪ੍ਰਸ਼ਾਸਨ ਦੇ ਵੱਲੋਂ, ਹੋ ਸਕਦਾ ਮਨਿੰਦਰ ਸਿੰਘ ਸਹੀ ਹੋਵੇ, ਪਰ ਉਹਦੇ ਨਾਲ ਅਟੈਚਮੈਂਟ ਆ ਨਾ, ਪਰ ਉਹਦੇ ਲਈ ਤਾਂ ਖਮਿਆਜ਼ਾ ਤਾਂ ਪਰਿਵਾਰ ਨੂੰ ਭੁਗਤਣਾ ਪਿਆ ਬਹੁਤ ਜ਼ਿਆਦਾ। ਸਾਡਾ ਘਰ ਢਾਹ ਦਿੱਤਾ ਗਿਆ ਉਸ ਸਮੇਂ ਪੁਲਿਸ ਵੱਲੋਂ ਘਰ ਢਾਹ ਦਿੱਤਾ ਗਿਆ। ਪੁਲਿਸ ਵੱਲੋਂ ਨਾਲ CRP ਵੀ ਹੋਵੇਗੀ, ਮਤਲਬ ਆਪਾਂ ਸੁਣੀਆਂ ਗੱਲਾਂ, ਉਹਦੇ ਘਰ ਢਾਹ ਦਿੱਤਾ ਗਿਆ। ਘਰ ਢਾਹ ਦੇਣਾ, ਹੁਣ ਤੁਸੀਂ ਆਪਾਂ ਪੱਤਰਕਾਰੀ ਕਰਦੇ ਹਾਂ, ਆਪਣਾ ਕੋਈ ਕੈਮਰਾ ਖੋਹ ਕੇ ਲੈ ਜੇ, ਆਪਣਾ ਮਰਨ ਹੋ ਜਾਂਦਾ। ਆਪਾਂ ਨੂੰ ਐਂ ਲੱਗਦਾ ਨਾ ਵੀ ਅੱਜ ਰੋਟੀ ਨਹੀਂ ਚੰਗੀ ਲੱਗਣੀ, ਅੱਜ ਕੀ ਆਪਾਂ ਨੂੰ ਸਾਰੀ ਉਮਰ ਯਾਦ ਹੀ ਰਹਿੰਦੀ ਹੈ ਉਸ ਏਰੀਏ ਦੀ ਕਹਾਣੀ। ਸਹੀ ਹੈ। ਠੀਕ ਹੈ। ਇੱਕ ਜਾਂ ਆਪਣਾ ਕੋਈ ਲੁੱਟ ਖੋਹ ਜਾਣੀ ਉਹ ਯਾਦ ਰਹਿੰਦੀ ਆ, ਤੇ ਇੱਕ ਜੀ ਆਪਣਾ ਜਾਂ ਅੱਗਾਂ ਜਾਂਦੇ ਨੂੰ ਦਫ਼ਤਰ ਹੀ ਨਾ ਹੋਵੇ, ਜਾਂ ਆਪਾਂ ਜਿੱਥੇ ਬੈਠਣਾ ਉਹ ਚੀਜ਼ ਹੀ ਨਾ ਹੋਵੇ, ਜਾਂ ਆਪਣਾ ਘਰ ਹੀ ਨਾ ਹੋਵੇ। ਇਸ ਤੋਂ ਬਾਅਦ ਤਾਂ ਆਪਾਂ ਘਰੇ ਚਲੇ ਜਾਣਾ, ਪਰਿਵਾਰ ਦੇ ਵਿੱਚ ਘੁਲ ਮਿਲ ਜਾਣਾ, ਤੇ ਇੱਕ ਘਰ ਹੀ ਨਾ ਛੱਡਣਾ ਜਿਹਨੂੰ ਬੰਦਾ ਬੜੇ ਚਾਵਾਂ ਨਾਲ ਬਣਾਉਂਦਾ, ਉਹ ਢਾਹ ਦੇਣਾ। ਫਿਰ ਪੁਲਿਸ ਦਾ ਗੁੱਸਾ ਕਿੰਨਾ ਹੋਊਗਾ, ਘਰ ਢਾਹ ਦੇਣਾ, ਤੇ ਫਿਰ ਜਿਹੜੇ ਭਾਂਡਿਆਂ ਦੇ ਵਿੱਚ ਖਾਣਾ ਉਹ ਭਾਂਡੇ ਵੀ ਨਾ ਛੱਡਣੇ। ਘਰ ਢਾਉਣਾ ਤਾਂ ਇੱਕ ਹੋਰ ਚੀਜ਼ ਆ ਵੀ ਚੱਲ ਢਾਤਾ ਉਹਨਾਂ ਨੇ, ਵੀ ਮੁਖਬਰਾਂ ਨੇ ਮੁਖਬਰੀ ਕਰਤੀ ਤੇ ਘਰ ਢਾਤਾ, ਪਰ ਜਿਹੜੇ ਭਾਂਡਿਆਂ ਦੇ ਵਿੱਚ ਖਾਣਾ ਉਹਨਾਂ ਦਾ ਕੀ ਕਸੂਰ ਸੀ? ਭਾਂਡਿਆਂ 'ਚ ਗੋਲੀਆਂ ਮਾਰਤੀਆਂ। ਅੱਛਾ, ਭਾਂਡਿਆਂ 'ਚ ਵੀ ਗੋਲੀਆਂ ਮਾਰਤੀਆਂ। ਆਟਿਆਂ 'ਚ ਰੇ ਸਪਰੇਅ, ਕਣਕਾਂ ਦੇ ਵਿੱਚ ਅੱਛਾ ਜ਼ਹਿਰ ਮਿਲਾਤਾ, ਜ਼ਹਿਰ ਹੀ ਕਹਿ ਦਿੰਦੇ ਆਪਾਂ, ਰੇ ਸਪਰੇਅ ਇੱਦਾਂ ਕੁਛ ਕਰਕੇ, ਮਤਲਬ ਕਿ ਮੱਝਾਂ ਸੀਗੀਆਂ ਜਿਹੜੀਆਂ ਸਾਡੀਆਂ ਉਹਨਾਂ ਦੀ ਸੰਗਲ ਲਾ ਕੇ ਲੈ ਗਏ, ਮੋਟਰਾਂ ਨੂੰ ਅੱਗ ਲਾਤੀ। ਇੱਕ ਹਿਸਾਬ ਨਾਲ ਵੀ ਤਬਾਹ ਕਰਨੀ ਆਇਆ ਸਿਸਟਮ। ਇੱਕ ਸਿਸਟਮ ਜਾਂ ਸਰਕਾਰ ਇਹ ਗੱਲ ਕਹਿਣ ਆਈ ਸੀ ਕਿ ਵੀ ਅੱਜ ਤੋਂ ਬਾਅਦ ਵੀ ਇਹ ਖਤਮ ਕਰ ਦੇਣਗੇ ਪਰਿਵਾਰ। ਪਰ ਉਹ ਤਾਂ ਗੁਰੂ ਪਾਤਸ਼ਾਹ ਦਾ ਲਾਇਆ ਬੂਟਾ ਹੈ ਨਾ, ਉਹ ਤਾਂ ਖਤਮ ਨਹੀਂ ਹੋ ਸਕਦਾ। ਉਹ ਤਾਂ ਗੁਰੂ ਪਾਤਸ਼ਾਹ ਨੇ ਲਾਇਆ, ਉਹ ਤਾਂ ਉਹਦੇ ਹੁਕਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਨਾ। ਇੱਥੇ ਕਈ ਆਏ ਕਈ ਗਏ, ਪਰ ਉਹ ਤਾਂ ਕਹਾਣੀ ਉਵੇਂ ਚੱਲਦੀ ਰਹੀ। ਪਰ ਉਹਦੇ ਵਿੱਚੋਂ ਤੁਸੀਂ ਇਹ ਹਿਸਾਬ ਲਾਓ ਕਿ ਜਿਹੜੇ ਘਰ ਦਾ ਐਡਾ ਵੱਡਾ ਨੁਕਸਾਨ ਹੋਇਆ ਹੈ, ਉਹ ਨੁਕਸਾਨ ਦੀ ਪੂਰਤੀ ਹੋ ਸਕਦੀ ਹੈ? ਕਦੇ ਵੀ ਨਹੀਂ। ਬੰਦੇ ਦਾ ਮਨ ਹੀ ਨਹੀਂ ਵੱਜਦਾ, ਚਾਹੇ ਲੱਖ ਪੂਰਤੀ ਹੋ ਜਾਏ ਨਹੀਂ ਭਾਈ। ਉਸ ਘਰੇ ਜਾਣ ਤੋਂ ਪੁਲਿਸ ਨੇ ਪਹਿਰੇਦਾਰੀ ਕਰ ਦੇਣੀ, ਪਿੰਡ ਦੇ ਵਿੱਚ ਲੋਕਾਂ ਨੂੰ ਕਹਿ ਦੇਣਾ ਜਿਨ੍ਹਾਂ ਦੀਆਂ ਮੱਝਾਂ ਬੰਨੀਆਂ ਤੇ ਤੁਹਾਡਾ ਵੀ ਇਹੀ ਅਸਰ ਕਰਾਂਗੇ, ਲੋਕਾਂ ਨੂੰ ਡਰਾਉਣਾ। ਫਿਰ ਜੇ ਸਾਰਾ ਬੁੜੀਆਂ ਤੱਕ ਚੱਕ ਕੇ ਥਾਣਿਆਂ 'ਚ ਲੈ ਜਾਣੀਆਂ, ਲਗਾਏ ਆ। ਬਿਲਕੁਲ। ਇੱਕ ਤਾਂ ਆਮ ਗੱਲ
ਇੱਕ ਇਹ ਜਿਹੜੀ ਗੱਲ ਆ ਤੁਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਬੰਦੇ ਨੂੰ ਪੁੱਛ ਸਕਦੇ ਹੋ। ਪਿੰਡ 'ਚ ਕੀ ਤੁਸੀਂ ਆਪਦੇ ਪਿੰਡ 'ਚ ਪੁੱਛ ਲਿਓ। ਛੋਟਾ ਨਾਮ ਥੋੜਾ ਸੀਗਾ ਭਾਈ ਸਾਹਿਬ ਦਾ। ਅਕਸਰ ਜਿਹਨੂੰ ਤੁਸੀਂ ਮਿਲੋਗੇ ਬਹੁਤ ਵੱਡਾ ਨਾਮ ਸੀਗਾ। ਆ ਵਡਿਆਈ ਨਹੀਂ ਕਰਦੇ ਕੋਈ, ਪਰ ਗੱਲ ਇਹ ਆ ਵੀ ਇੰਨਾ ਧੱਕਾ ਕੀਤਾ ਉਦੋਂ ਦੀ ਸਰਕਾਰ ਨੇ ਕਿ ਇੱਕ ਵਾਰ ਬੰਦੇ ਦੇ ਕੋਈ ਆਪਣੀ ਦਾਤਰੀ ਵਾਜੇ ਪੱਠੇ ਵੜਦਿਆਂ ਤੇ ਆਪਣਾ ਉਹ ਦਿਨ ਨਹੀਂ ਰਲਦਾ ਨਾਲ। ਸਹੀ ਹੈ। ਤੇ ਇੱਕ ਜਿਹੜਾ ਸਾਰਾ ਪਰਿਵਾਰ ਹੀ ਖਤਮ ਕਰਨ ਦੀ ਕੋਸ਼ਿਸ਼ ਕਰਨੀ। ਜੇ ਕੋਈ ਘਰੇ ਆਉਣਾ, ਕਿਸੇ ਨੇ ਮਾਲ ਡੰਗਰ ਵੇਖਣਾ, ਚੱਲ ਬੰਨ ਲਗੇ, ਤੇ ਪੁਲਿਸ ਨੇ ਘਰੇ ਨਹੀਂ ਵੜਨ ਦੇਣਾ ਕਿਸੇ ਨੂੰ, ਪਿੰਡ ਤੱਕ ਨਹੀਂ ਆਉਣਾ, ਘਰ ਛਡਾ ਦੇਣੇ। ਇੱਕ ਪੰਛੀ ਦਾ ਆਲ੍ਹਣਾ ਡਿੱਗ ਪਏ ਨਾ, ਜਾਂ ਉਹਦੇ ਵਿੱਚੋਂ ਆਂਡਾ ਡਿੱਗ ਪਏ, ਤੇ ਪੰਛੀ ਬਹੁਤ ਆਪਾਂ ਵੇਖੀ ਤਕਲੀਫ 'ਚ ਹੁੰਦਾ। ਤੇ ਹਜੇ ਉਹਦੇ 'ਚੋਂ ਬੱਚੇ ਨਿਕਲਣੇ ਹੁੰਦੇ, ਤੇ ਇੱਕ ਸਾਰਾ ਪਰਿਵਾਰ ਹੀ ਖਤਮ ਕਰਨ ਦੀ ਕੋਸ਼ਿਸ਼। ਤੁਹਾਡੇ ਪਿਤਾ ਜੀ ਨੂੰ ਵੀ ਲੈ ਗਏ ਸੀ ਪੁਲਿਸ? ਸਾਰਿਆਂ ਨੂੰ ਜਾਂਦੇ ਰਹੇ ਜੀ। ਪਿਤਾ ਜੀ ਤੋਂ ਵੱਡੇ ਮੇਰੇ ਤਾਇਆ ਜੀ ਸਾਰੇ, ਤੇ ਛੋਟੇ ਚਾਚਾ ਜੀ ਸੀ ਇੱਕ ਹੋਰ, ਸਾਰਿਆਂ ਨੂੰ ਤਕਰੀਬਨ ਬਹੁਤ ਜ਼ਿਆਦਾ ਕੀਤਾ। ਬਹੁਤ ਹੀ ਜ਼ਿਆਦਾ ਟੌਰਚਰ ਦੀ ਤਾਂ ਗੱਲ ਹੀ ਛੱਡੋ ਤੁਸੀਂ। ਟੌਰਚਰ ਤੱਕ ਛੋਟਾ ਸ਼ਬਦ ਕਹਿ ਸਕਦੇ ਜੋ ਹਾਲਾਤ ਬੀਤੇ ਆ। ਜਿੰਨੀ ਵਾਹ ਲੱਗੀ ਅਗਲੇ ਨੇ ਲਾਈ। ਕੀ ਕਹਿੰਦੇ ਸੀਗੇ ਵੀ ਵਰਿਆਮ ਨੂੰ ਲਿਖ ਦਿਓ? ਬਾਪੂ ਜੀ ਦੱਸਦੇ ਹੁੰਦੇ ਆ ਵੀ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਸਾਦਕ ਥਾਣੇ ਦੇ ਵਿੱਚ। ਸਾਨੂੰ ਸਾਦਕ ਥਾਣਾ ਪੈਂਦਾ ਸੀਗਾ। ਫੜ ਕੇ ਲੈ ਜਾਂਦੇ ਸੀਗੇ। ਜਦੋਂ ਇਹਨਾਂ ਨੂੰ ਫੜ ਕੇ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਇਸ ਤਰ੍ਹਾਂ ਵੀ ਅਸੀਂ ਉਹਨਾਂ ਨੂੰ ਜਾਂ ਉਹਨਾਂ ਨੂੰ ਪੇਸ਼ ਕਰੋ ਜਾਂ ਕਿਵੇਂ ਵੀ ਆ। ਪੇਸ਼ ਤਾਂ ਹੋਵੇ ਵੀ ਜਦੋਂ ਉਹ ਘਰੋਂ ਨਿਕਲੇ ਸੀ, ਉਹਨੇ ਪਹਿਲੇ ਦਿਨ ਹੀ ਇਹ ਗੱਲ ਕਹਿਤੀ ਸੀ। ਜਦੋਂ ਘਰ ਢਾਹ ਦਿੱਤਾ ਉਦੋਂ ਹੀ ਕਹਿਤਾ ਸੀ ਮੇਰਾ ਘਰ ਦੀ ਵੰਡ ਨਾ ਪਾਇਓ, ਮੈਂ ਘਰ ਵਾਪਸੀ ਨਹੀਂ ਹੋਣੀ ਹੁਣ ਜਿਹੜੀ ਮੈਂ ਰਾਹ ਤੁਰਿਆ। ਪਰ ਉਹ ਪਰਿਵਾਰ ਦੇ ਟੱਚ 'ਚ ਘੱਟ ਸੀਗੇ। ਕਿਤੇ ਮਹੀਨੇ 2 ਮਹੀਨੇ ਗੇੜਾ ਮਾਰਨਾ, ਮਤਲਬ ਕਿ ਉੱਦਾਂ ਨਹੀਂ ਸੀਗੇ ਵੀ ਉਹਨਾਂ ਨੂੰ ਪਤਾ ਸੀ ਵੀ ਪੁਲਿਸ ਤੰਗ ਕਰਦੀ ਹੈ ਰਾਹਦਾਰੀ। ਬਾਪੂ ਦਾਦਾ ਹੁੰਦਾ ਵੀ ਕਦੇ ਕਦੇ ਉਹ ਬੁਲਟ 'ਤੇ ਆਉਂਦਾ ਹੁੰਦਾ ਸੀਗਾ। ਉਹ 10-20 ਮਿੰਟ ਠਹਿਰਨਾ ਤੇ ਤੁਰ ਜਾਣਾ, ਬਸ ਬਾਲਾ ਟਾਈਮ ਤਾਂ ਆਇਆ ਹੀ ਨਹੀਂ। ਫਿਰ ਜਦੋਂ ਪੁਲਿਸ ਤੰਗ ਕਰਨ ਲੱਗ ਪਈ, ਇਹਨਾਂ ਨੂੰ ਸਾਦਕ ਥਾਣੇ ਲੈ ਕੇ ਆਉਂਦੇ ਹੁੰਦੇ ਸਾਰਿਆਂ ਨੂੰ। ਫਿਰ ਉਹਨਾਂ ਕਹਿਣਾ ਵੀ ਜਦੋਂ ਉਹ ਵਰਿਆਮ ਸਿੰਘ ਮਿਲ ਗਿਆ ਉਦੋਂ ਛੱਡਾਂਗੇ। ਹਾਂਜੀ। ਤੇ ਜਦੋਂ ਡੈਡੀ ਦਾਦਾ ਸੀ ਪਿੱਛੇ ਜਿਹਾ, ਉਹ ਕਹਿੰਦਾ ਕਿ ਜਦੋਂ ਇਹਨਾਂ ਨੂੰ ਉੱਥੇ ਲੈ ਗਏ, ਮੈਨੂੰ ਫੜ ਕੇ ਲੈ ਗਏ, ਤੇ ਇਹਨਾਂ ਨੂੰ ਕਹਿੰਦੇ ਵੀ ਅੱਜ ਵਰਿਆਮ ਸਿੰਘ ਨੂੰ ਫੜ ਲੈਣਾ 24 ਘੰਟੇ ਦੇ ਵਿੱਚ। ਤੇ ਸਾਡੇ ਕੋਲ ਪੱਕੀ ਮੁਖਬਰੀ ਆ, ਤੇ ਅੰਦਰ ਬੈਠਾ ਬੰਦਾ ਤਾਂ ਬਾਹਰ ਦੱਸ ਵੀ ਨਹੀਂ ਸਕਦਾ ਕਿ ਹੁਣ ਵੀ ਮੁਖਬਰੀ ਹੋਈ ਜਾਂ ਕੀ ਹੋਇਆ। ਤੇ ਇਹਨਾਂ ਨੂੰ ਪਹਿਲਾਂ ਰੌਕੇ ਪਿੰਡ ਦੇ ਵਿੱਚ ਮੁਕਾਬਲਾ ਕੀਤਾ ਜਾ ਕੇ ਇਹਨਾਂ ਵੀ, ਚਲੋ ਜਿਵੇਂ ਵੀ ਸੂਤਰ ਆਉਂਦਾ ਉੱਥੋਂ ਵੀ ਜੋ ਯੋਧੇ ਸੀਗੇ, ਯੋਧੇ ਇਹਨਾਂ ਚੀਜ਼ਾਂ ਨੂੰ ਕਿੱਥੇ ਹੈ ਨਾ ਲਈਦੇ ਆ। ਉੱਥੋਂ ਆ ਗਏ, ਫਿਰ ਬਰਗਾੜੀ ਆ ਕੇ ਇਹਨਾਂ ਦਾ ਰਾਤ ਨੂੰ ਸੁਬਾਹ 4 ਵਜੇ ਮੁਕਾਬਲਾ ਹੁੰਦਾ। ਫਿਰ ਇੱਥੋਂ ਵੀ ਮੁਕਾਬਲੇ ਦੇ ਵਿੱਚ ਤੁਹਾਨੂੰ ਦੱਸਿਆ ਸੀ ਅੱਗੇ ਵੀ ਕਿ 2 ਪੁਲਿਸ ਵਾਲੇ ਇੱਥੋਂ ਇਹਨਾਂ ਤੋਂ ਮਾਰੇ ਗਏ। ਉੱਥੋਂ ਤਾਂ ਨਿਕਲ ਗਏ, ਘੇਰਾ ਤੋੜ ਕੇ ਇਹਨਾਂ ਦਾ ਅੱਗੇ ਕੋਈ ਪੁਲਿਸ ਵਾਲਿਆਂ ਦੋਵਾਂ ਨੇ ਘੇਰ ਲਿਆ ਕਿਤੇ। ਇੱਕ ਸਿਪਾਹੀ ਸੀ ਤੇ ਇੱਕ ਹੌਲਦਾਰ ਸੀਗਾ, ਉਦੋਂ ਮਾਰੇ ਗਏ। ਫਿਰ ਉਸ ਤੋਂ ਬਾਅਦ ਫਿਰ ਇਹ ਗੱਲ ਦਾ ਗੁੱਸਾ ਜਾ ਕੇ ਬਾਪੂ ਹੋਰਾਂ 'ਤੇ ਕੱਢਦੇ ਸੀ। ਇਹ ਗੱਲ ਦਾ ਗੁੱਸਾ ਤਾਂ ਫਿਰ ਉਹਨੂੰ ਉੱਥੇ ਜਾ ਕੇ ਕੱਢਣਾ ਸੀ ਨਾ। ਇੱਕ ਇੱਥੋਂ ਜਿਹੜੀ ਉਹਨਾਂ ਨਾਲ ਬੀਤੀ ਜਾਂ ਉਹਨਾਂ ਨੂੰ ਨਮੋਛੀ ਦੇ ਵਿੱਚ ਮੁੜਨਾ ਵੀ ਹਾਂਜੀ ਜਿਹੜੇ ਅਸੀਂ ਸਫਲਤਾ ਜਿਹੜੀ ਨਿਕਲੇ ਸੀਗੇ, ਤੇ ਉਹ ਸਫਲਤਾ ਹਾਸਲ ਨਹੀਂ ਹੋਣੀ। ਤੇ ਜਿਹੜਾ ਫਿਰ ਉਹਨਾਂ ਦਾ ਪਰਿਵਾਰ ਦਾ ਮੈਂਬਰ ਹੁੰਦਾ, ਜਦੋਂ ਭਾਂਡਿਆਂ ਦੇ ਕੱਢਦੇ ਰਹੇ ਆ, ਤੇ ਮਨਿੰਦਰ ਫਿਰ ਬੰਦੇ ਤਾਂ ਬਹੁਤ ਤਗੜਾਂ ਦੇ ਗੁੱਸੇ ਕਰਦੇ, ਭਾਂਡਿਆਂ 'ਚ ਗੋਲੀਆਂ ਮਾਰ ਦੇਣਗੇ। ਬਿਲਕੁਲ ਬਹੁਤ ਜ਼ਿਆਦਾ। ਅੱਛਾ, ਤੇ ਫਿਰ ਜਦੋਂ ਸ਼ਹੀਦੀ ਹੁੰਦੀ ਆ ਉਦੋਂ ਕਿਵੇਂ ਕੌਣ ਕਿਹੜੇ ਪੁਲਿਸ ਅਫਸਰ ਸੀ, ਕਿਸ ਤਰੀਕੇ ਦੇ ਨਾਲ ਵਾਕਈ ਮੁਕਾਬਲਾ ਹੋਇਆ, ਜਾਂ ਜਿਵੇਂ ਉਦੋਂ ਮੁਕਾਬਲੇ ਝੂਠੇ ਵੀ ਹੋਏ ਆ ਵੀ ਉਹ ਚੀਜ਼ ਬਣੀ? ਅਸਲ ਦੇ ਵਿੱਚ ਜ਼ਿਆਦਾ ਤਾਂ ਜਿਹੜੇ ਯੋਧਿਆਂ ਦੇ ਮੁਕਾਬਲੇ ਹੋਏ ਝੂਠੇ। ਮਤਲਬ ਜਿਹੜੇ ਇਹਨਾਂ ਨੇ ਕਹਿਤਾ ਵੀ ਫਲਾਣੇ ਥਾਂ 'ਤੇ, ਜਿਵੇਂ ਇਹਦੀ ਵੀ ਖਬਰ ਲੱਗੀ ਸੀ ਉਸ ਸਮੇਂ, ਮੈਂ ਕੋਈ ਅਖਬਾਰ ਦੇ ਵਿੱਚ ਪੜ੍ਹੀ ਸੀਗੀ। ਉਹ ਕਹਿੰਦੇ ਵੀ ਕਿ ਇਸ ਤਰ੍ਹਾਂ ਨਹਿਰ ਦੀ ਢੈਪੀ ਦੀ ਨਹਿਰ 'ਤੇ ਨਾਕਾ ਲੱਗਾ ਸੀ, ਤੇ ਉੱਥੇ ਕੋਈ ਰਾਹਦਾਰੀ ਸਾਈਕਲ 'ਤੇ ਜਾਂਦਾ ਸੀ, ਉਹਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਤੇ ਉਹ ਰੁਕਿਆ ਨਹੀਂ। ਤੇ ਜਦੋਂ ਪੁਲਿਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਅੱਗੋਂ ਉਹਨੇ ਫਾਇਰਿੰਗ ਕੀਤੀ, ਤੇ ਅੱਗੋਂ ਫਾਇਰਿੰਗ ਜਵਾਬੀ ਕਾਰਵਾਈ ਦੇ ਵਿੱਚ ਉਹ ਮਾਰਿਆ ਗਿਆ। ਉਹ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਉਹ ਮਾਰਿਆ ਗਿਆ, ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਵਰਿਆਮ ਸਿੰਘ ਖੱਤਿਆਂ ਦੀ ਸੀ। ਇਹ ਹੋ ਸਕਦਾ, ਮਤਲਬ ਅਕਸਰ ਹੀ ਐਂ ਹੁੰਦਾ, ਹੁਣ ਵੀ ਅੱਜ ਵੀ ਇਹ ਹੁੰਦਾ, ਕਰਦੇ ਹੀ ਆਏ ਆ ਵੀ ਨਾਕਾ ਲੱਗਿਆ ਸੀ, ਭਾਵੇਂ ਫੜਿਆ ਹੋਵੇ, ਭਾਵੇਂ ਪੇਸ਼ ਹੀ ਹੋਇਆ ਹੋਵੇ। ਹਾਂਜੀ, ਉਹ ਤਾਂ ਜਦੋਂ ਵੇਖੋ ਜੀ ਆਪਣੀ ਇਹ ਰਹੀ ਹੈ ਫਿਦਰਤ ਹੀ ਆ ਸਰਕਾਰ ਦੀ, ਇਹਨਾਂ ਨੇ ਕੀਤਾ ਹੀ ਆਏ ਆ, ਚਾਹੇ ਅੱਜ ਆ ਤੇ ਚਾਹੇ ਕੱਲ੍ਹ ਆ, ਕਰਦੇ ਹੀ ਆਏ ਆ। ਅੱਛਾ, ਉਦੋਂ ਫਿਰ ਇਹਨਾਂ ਨੇ ਇਹ ਬਣਾ ਦਿੱਤਾ, ਹਾਲਾਂਕਿ ਫੜਿਆ ਫਿਰੋਜ਼ਪੁਰ ਤੋਂ ਸੀ। ਅੱਛਾ, ਫੜਿਆ ਫਿਰੋਜ਼ਪੁਰ, ਉਹ ਵੀ 2 ਦਿਨ ਪਹਿਲਾਂ। ਠੀਕ ਹੈ। 29 ਨੂੰ। ਅੱਛਾ, 28 ਜਾਂ 29 ਨੂੰ, ਮੈਂ ਗਲਤ ਨਾ ਹੋਵਾਂ, ਜਾਂ 28 ਜਾਂ 29। ਠੀਕ ਹੈ। 28 ਨੂੰ ਫਿਰੋਜ਼ਪੁਰ ਫੜਦੇ, ਇੱਕ ਸਾਥੀ ਨਾਲ ਹੋਰ ਸੀ, ਬੱਸ ਦੀ ਤਲਾਸ਼ੀ ਲੈਂਦੀ ਉਹਦੇ ਲੈਣੇ। ਉਹਨਾਂ ਨੂੰ ਪਤਾ ਸੀਗਾ ਕਿ ਅੱਜ ਇਹਨਾਂ ਦੇ ਕੋਲੇ ਕੋਈ ਹਥਿਆਰ ਨਹੀਂ ਹੈਗਾ, ਉਹ ਹਥਿਆਰ ਹੋਏ ਤਾਂ ਨੇੜੇ ਨਹੀਂ ਆਉਂਦੇ ਸੀ।
ਹਥਿਆਰ ਤੋਂ ਨੇੜੇ ਨਹੀਂ ਆਉਂਦੇ। ਹਥਿਆਰ ਤੇ ਨੇੜੇ ਨਹੀਂ ਆਉਂਦਾ ਸੀ ਕੋਈ ਵੀ, ਉਹਨੂੰ ਪਤਾ ਸੀਗਾ ਉਹਦਾ ਨਿਸ਼ਾਨਾ ਵੀ, ਦਲੇਰ ਵੀ ਹੈ, ਸਭ ਕੁਝ ਵੀ ਹੈ। ਪਰ ਜਦੋਂ ਉਹਨਾਂ ਨੇ ਉੱਥੇ ਅਨਾਉਂਸਮੈਂਟ ਕੀਤੀ ਘੇਰਾਬੰਦੀ ਕਰਕੇ ਔਰ ਨਾਲ ਲੈ ਕੇ ਉਹਨਾਂ ਨੇ ਕਿਹਾ ਕਿ ਬੱਸ ਦੇ ਵਿੱਚ ਭਾਈ ਵਰਿਆਮ ਸਿੰਘ ਬਾਹਰ ਆ ਜੇ। ਸਾਥੀ ਸੀ ਨਾਲ, ਉਹਨੇ ਉਹਨੂੰ ਕਿਹਾ ਵੀ ਤੂੰ ਮੇਰਾ ਸੁਨੇਹਾ ਲਾ ਦੀ। ਹੁਣ ਮੈਂ ਜਦੋਂ ਉਹਨਾਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਗ੍ਰਿਫਤਾਰੀ ਕਰ ਹੀ ਲੈਣੀ, ਹਥਿਆਰ ਤਾਂ ਹੈ ਨਹੀਂ ਆਪਣੇ ਕੋਲ। ਉਹਨੂੰ ਕਹਿੰਦਾ ਤੂੰ ਬੈਠਾ ਰਹਿ। ਉਹ ਉੱਤਰ ਕੇ ਆ ਬਾਹਰ ਗਿਆ। ਚਲਾ ਉਹਨਾਂ ਤੇ ਫੜ ਲਿਆ। ਉਹਨਾਂ ਤੇ ਕਿਹਾ ਸੀ ਵੀ ਜੇ ਤੁਹਾਡੇ 'ਚ ਹਿੰਮਤ ਹੈਗੀ ਹੈ ਦੇਖ ਲਈ ਹਥਿਆਰ ਦੇ ਕੇ ਵੇਖ ਲਓ। ਇਹ ਚੈਲੰਜ ਕੀਤਾ ਚੈਲੰਜ। 14 ਗ੍ਰਿਫਤਾਰੀ ਹੋ ਗਈ। ਕਿਹੜੇ ਅਫਸਰ ਕੋਈ ਹੈ ਨਾਮ ਯਾਦ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਮਤਲਬ ਇੱਥੇ ਤਾਂ ਹੋ ਗਈ ਅਫਸਰਾਂ ਨੇ ਕਿਹੜੇ ਨੇ ਤਸ਼ੱਦਦ ਕੀਤਾ ਉਸ ਸਮੇਂ, ਕਿਹੜੇ ਪੁਲਿਸ ਅਫਸਰ? ਪੁਲਿਸ ਅਫਸਰ ਤਾਂ ਸੋਢੀ ਇੱਕ ਜ਼ਿਆਦਾ ਆਉਂਦਾ ਹੁੰਦਾ ਸੀ ਸਾਡੇ ਉੱਧਰ। ਠੀਕ ਹੈ। ਤੇ ਕੜਿਆਂ ਵਾਲਾ ਵੀ ਰਿਹਾ ਐਂ ਤਾਂ ਸੁਮੇਧ ਸੈਣੀ ਉਦੋਂ ਇੱਧਰ ਹੁੰਦਾ ਸੀਗਾ, SSP ਸ਼ਾਇਦ ਇੱਧਰ ਸੀਗਾ ਸਾਡੇ ਫਰੀਦਕੋਟ 'ਚ। ਕੜਿਆਂ ਵਾਲਾ ਬਹੁਤ ਮਸ਼ਹੂਰ ਰਿਹਾ ਨਾ। ਕੜਿਆਂ ਵਾਲਾ ਵੀ ਬਹੁਤ ਮਸ਼ਹੂਰ ਰਿਹਾ। ਹੋਰ ਵੀ ਇੱਕ ਦੋ ਸੀਗੇ ਇੱਦਾਂ ਕਿ ਜਿਹੜੇ ਮਤਲਬ ਤੰਗ ਕਰਦੇ ਰਹੇ ਆ। ਉਹ ਤੋਂ ਅਸਲ ਵਿੱਚ ਜਿੰਦੀ ਵੀ ਡਿਊਟੀ ਲੱਗਦੀ ਸੀਗੀ ਉਹ ਤੋਂ ਸਰਕਾਰ ਦਾ ਹੁਕਮ ਹੀ ਹੁੰਦਾ ਸੀ ਉਹਨੇ ਕੰਮ ਕਰਨੇ, ਉਹਨਾਂ ਕੰਮ ਕਰਨਾ। ਕੁਛ ਉਹ ਆਪ ਹੀ ਮਤਲਬ ਆਪਦੀਆਂ ਪ੍ਰਮੋਸ਼ਨ ਵਾਲੀ SHO ਨੂੰ ਹੁੰਦਾ ਸੀ ਮੈਂ ਤਾਂ ਉਹਦੇ DSP ਬਣਾ, ਤੇ DSP ਤੋਂ SSP ਬਣਾ ਤੇ ਮੈਂ DGP ਤੱਕ ਜਾਊਂਗਾ। ਬੜੇ ਬਣੇ ਵੀ ਉਦੋਂ, ਬਹੁਤ ਸਾਰੇ ਝੂਠੇ ਮੁੰਡੇ ਵੀ ਮਾਰੇ ਆ। ਨੁਕਸਾਨ ਬਹੁਤ ਜ਼ਿਆਦਾ ਕੀਤਾ ਪੰਜਾਬ ਦਾ। ਮੁਕਾਬਲਾ ਉਹ ਪਤਾ ਵੀ ਉਸ ਸਮੇਂ ਕਿਹਦੇ ਮਤਲਬ ਕਿਹਦੇ ਕਹਿਣ ਤੇ ਜਾਂ ਕਿਹਨੇ ਕੀਤਾ ਸੀ? ਇੱਕ ਟੌਟ ਸੀਗਾ ਸਾਡੇ ਪਿੰਡਾਂ 'ਚੋਂ ਹੀ ਸੀਗਾ। ਅੱਛਾ। ਰੋਡੇ ਪਿੰਡ ਤੋਂ ਸੀ। ਜੋਗਿੰਦਰ ਟੌਟ ਕਹਿ ਦਿੰਦੇ ਉਹਨੂੰ। ਅੱਛਾ। ਉਹਦੀ ਮੁਖਬਰੀ ਨਾਲ ਹੀ ਸਾਰਾ ਕੁਝ ਹੋਇਆ। ਉਹਨੇ ਹੀ ਘੱਟ ਵਾਇਆ। ਓਕੇ। ਉਹਨੇ ਹੀ ਇਹ ਮੁਖਬਰੀ ਕੀਤੀ। ਅਸਲ ਵਿੱਚ ਉਹਨਾਂ ਦੇ ਛੱਡਿਆ ਹੋਇਆ ਸਰਕਾਰ ਦੇ ਵੱਲੋਂ ਇੱਕ ਮੁਖਬਰ ਸੀ ਤੇ ਜਿਹਨੂੰ ਸਰਕਾਰ ਨੇ ਉਹਨੂੰ ਦੁੱਧ ਪੁਲਿਸ ਵਾਲੇ ਵੀ ਦਿੱਤੇ ਸੀ। ਠੀਕ ਹੈ। ਪੰਜ ਸੱਤਾਂ ਦੇ ਗਰੁੱਪ 'ਚ ਰਹਿੰਦਾ ਸੀਗਾ ਬਲਕਿ ਉਹਦੀ ਰੱਖਿਆ ਲਈ ਵੀ ਕੋਈ ਨੁਕਸਾਨ ਨਾ ਹੋਵੇ। ਉਹਦੀਆਂ ਮੁਖਬਰੀਆਂ ਦੇ ਨਾਲ ਹੀ ਜਿਵੇਂ ਉਹਨੇ ਸਪੈਸ਼ਲ ਜਾ ਕੇ ਘੱਟ ਵਾ ਕੇ ਆਇਆ ਸੀ। ਅੱਛਾ। ਉਹ ਕੋਈ ਦੁਸ਼ਮਣੀ ਸੀ ਕਿ ਵੈਸੇ ਇਹ ਮੁਖਬਰ ਨੂੰ ਇੱਕ ਲਾਲਚ ਹੁੰਦਾ ਹੈ, ਦੁਸ਼ਮਣੀ ਤਾਂ ਨਿਭਾ ਹੀ ਨਹੀਂ ਸਕਦਾ। ਜੇ ਦੁਸ਼ਮਣ ਆਪਾਂ ਸਮਝਦੇ ਇੱਕ ਦੂਜੇ ਦੇ ਦੁਸ਼ਮਣ ਆ, ਆਪਾਂ ਨੂੰ ਪਤਾ ਵੀ ਆਪਾਂ ਦੁਸ਼ਮਣੀ ਨਿਭਾ ਲਾਂਗੇ, ਉਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ। ਦੁਸ਼ਮਣ ਤਾਂ ਦੁਸ਼ਮਣੀ ਨਿਭਾ ਹੀ ਨਹੀਂ ਸਕਦਾ ਨਾ, ਉਹ ਦੁਸ਼ਮਣੀ ਨਿਭਾਉਣ ਵਾਲੇ ਹੁੰਦੇ ਹੀ ਨਹੀਂ। ਸਿਰਫ ਉਹਨਾਂ ਦਾ ਜਦੋਂ ਅੱਗੇ ਆ ਗਿਆ ਤੇ ਹੱਥ ਜੋੜ ਲੈਣੇ, ਅੱਗੇ ਪਿੱਛੇ ਪਿੱਠ ਪਿੱਛੇ ਦੱਸ ਦੇਣਾ ਵੀ ਫਲਾਣੀ ਥਾਂ ਤੇ ਫਿਰਦਾ। ਠੀਕ ਹੈ। ਉਹ ਲੋਕ ਹੁੰਦੇ ਨੇ ਜਿਹੜੇ ਬਣੇ ਹੀ ਇਸੇ ਕੰਮ ਲਈ ਹੁੰਦੇ ਨੇ, ਇਸੇ ਚੀਜ਼ ਲਈ ਬਸ। ਜਿਹੜਾ ਅੱਜ ਕੱਲ੍ਹ ਵੀ ਹੈ ਹੀ ਆ ਟਾਊਟ ਜਿਹਨੂੰ ਕਹਿ ਦਿੰਦੇ ਆ, ਮੁਖਬਰ ਕਹਿ ਦਿੰਦੇ ਆ, ਟਾਊਟ ਕਹਿ ਦਿੰਦੇ ਆ ਜਿਹਨੂੰ ਕਹਿ ਦਿੰਦੇ ਆ ਵੀ ਇਹ ਸਾਡੇ ਵਿੱਚ ਹੁਣ ਵਾਲੇ ਕਹਿੰਦੇ ਆ RSS ਦਾ ਬੰਦਾ ਜਿਹੜੀ CID ਲੀਕ ਕਰਦਾ ਵਿੱਚੋਂ। ਉਹ ਬਸ ਉਹ ਗੱਲਾਂ ਬਣੀਆਂ, ਬਸ ਉਦਾਂ ਹੀ ਨਾਮ ਬਦਲਦੇ ਰਹਿੰਦੇ, ਰੂਪ ਬਦਲਦੇ ਰਹਿੰਦੇ ਆ, ਰੂਪ ਕੁਛ। ਅੱਛਾ, ਜਦੋਂ ਫਿਰ ਇੱਥੇ ਮੁਕਾਬਲਾ ਮੁਕਾਬਲਾ ਬਣਾਇਆ ਜਾਂਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਫਿਰ ਕਿਸ ਤਰੀਕੇ ਦਾ ਮਾਹੌਲ ਇਸ ਇਲਾਕੇ 'ਚ ਵੀ ਅਸੀਂ ਸੁਣਿਆ ਬੜਾ ਲੋਕਾਂ ਦੇ ਵਿੱਚ ਮਨ 'ਚ ਵੀ ਜਿਹੜਾ ਆਇਆ ਵੀ ਬਹੁਤ ਇੱਥੇ ਪ੍ਰਕਾਸ਼ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਵੀ, ਉਹ ਵੀ ਕਰ ਲੈਂਦੇ ਸੀ। ਕੋਈ ਅਜਿਹੀ ਘਟਨਾ ਵੀ ਹੈ? ਬਿਲਕੁਲ। ਜਦੋਂ ਇਹ ਮੁਕਾਬਲਾ ਦੀਵਾਲੀ ਦੀ ਰਾਤ ਨੂੰ ਹੁੰਦਾ। ਠੀਕ ਹੈ। ਸਰਕਾਰ ਨੇ ਬੜੀ ਸੋਚ ਸਮਝ ਕੇ ਸਾਜ਼ਿਸ਼ ਦੇ ਅਧੀਨ ਕੰਮ ਕੀਤਾ ਕਿ ਦੀਵਾਲੀ ਦੀ ਰਾਤ ਨੂੰ ਲੋਕ ਬਿਜੀ ਹੁੰਦੇ। ਜਦੋਂ ਉਹਨਾਂ ਨੂੰ ਫਿਰੋਜ਼ਪੁਰ ਤੋਂ ਫੜਿਆ, ਫਰੀਦਕੋਟ ਦੇ CA ਸਟਾਫ ਨੇ ਲਿਆਂਦਾ ਆਪਦੇ ਕੋਲੇ, ਉੱਥੇ ਰੱਖਿਆ 2-3 ਦਿਨ ਤਸ਼ੱਦਦ ਕੀਤਾ, ਰੱਜ ਕੇ ਕਿ ਟਿਕਾਣੇ ਦੱਸ ਦੂਗਾ ਸ਼ਾਇਦ ਵਰਿਆਮ ਸਿੰਘ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਵਰਿਆਮ ਸਿੰਘ ਐਡਾ ਕੱਚਾ ਨਹੀਂ ਸੀਗਾ, ਕਿਉਂਕਿ ਜਿਹੜੇ ਉਹ ਰਾਹ 'ਤੇ ਤੁਰਿਆ ਹੋਇਆ ਸੀਗਾ ਉਹ ਕੋਈ ਆਮ ਜਿਹਾ ਰਾਹ ਤਾਂ ਹੈ ਨਹੀਂ ਸੀਗਾ। ਕੋਈ ਆਮ ਰਾਹ ਹੋਵੇ ਤਾਂ ਬੰਦਾ ਕਹਿ ਦੇ ਉਹਨੂੰ ਵੀ ਇੱਕ ਆਮ ਰਾਹ ਸੀਗਾ, ਪਰ ਉਹ ਇੱਕ ਜਿਹੜਾ ਰਾਹ 'ਤੇ ਸੰਤਾਂ ਦਾ ਇੱਕ ਕਹਿ ਸਕਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਉਹਨਾਂ ਦੇ ਯੋਧਿਆਂ ਦਾ ਐਡਾ ਵੱਡਾ ਯੋਗਦਾਨ ਸੀ ਉਸ ਲਹਿਰ ਨੂੰ। ਉਸ ਤੋਂ ਬਾਅਦ ਹੋਰ ਕਿੱਡੇ ਜਰਨੈਲ ਹੋਏ ਆ, ਉਹਨਾਂ ਦਾ ਐਡਾ ਵੱਡਾ ਯੋਗਦਾਨ ਸੀਗਾ ਇਸ ਲਹਿਰ ਨੂੰ। ਤੇ ਉਹਨਾਂ ਯੋਧਿਆਂ ਦੀਆਂ ਲੀਹਾਂ ਤੇ ਤੁਰੇ ਹੋਏ ਸੀਗੇ ਤੇ ਉਹ ਇੱਕ ਕੋਈ ਆਮ ਤਾਂ ਹੈ ਨਹੀਂ ਸੀ। ਉਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ, ਕਹਿੰਦੇ ਚੀਰਪੜ ਕਰਕੇ ਲੂਣ ਭੁੱਕਦੇ ਰਹੇ। ਅੱਛਾ। ਸਾਰਾ ਸਰੀਰ ਜ਼ਖਮੀ ਕੀਤਾ, ਤੁਰਨ ਫਿਰਨ ਤੋਂ ਮਤਲਬ ਕਿ ਜਿੰਨਾ ਚਿਰ ਤੁਰ ਫਿਰ ਨਹੀਂ ਸਕਦਾ ਸੀਗਾ ਉਹ ਤੋਂ ਉਹਨਾਂ ਨੇ ਦੇਖਿਆ ਵੀ ਹੁਣ ਤਾਂ ਮੰਨਦਾ ਨਹੀਂ, ਹੁਣ ਮੁਕਾਬਲਾ ਹੀ ਕਰਨਾ ਪੈਣਾ। ਹੁਣ ਮੁਕਾਬਲਾ ਕਰਨਾ, ਜੇ ਮੰਨਦਾ ਤਾਂ ਠੀਕ ਹੈ, ਨਹੀਂ ਮੁਕਾਬਲਾ ਕਰਨਾ ਪੈਣਾ। ਪਰ ਕਹਿੰਦੇ ਜੀ ਉਹਨੇ ਇੱਕ ਵੀ ਟਿਕਾਣਾ ਜਾਂ ਇੱਕ ਵੀ ਕਿਸੇ ਸਾਥੀ ਦਾ ਜਾਂ ਸੰਗੀ ਦਾ ਨਾ ਨਹੀਂ ਦਿਆ ਸੀ। ਸਿਰੜ ਦੇ ਬਹੁਤ ਪੱਕੇ ਸੀ, ਕਹਿ ਸਕਦੇ। ਜ਼ੁਬਾਨ ਨਹੀਂ ਖੋਲੀ। ਜ਼ੁਬਾਨ ਉਹਨਾਂ ਦੀ ਜਦੋਂ ਰਾਹ ਹੀ ਇਸ ਤੇ ਤੁਰ ਪਏ, ਉਹਨਾਂ ਨੂੰ ਪਤਾ ਸੀਗਾ ਸਮਾਂ ਹੀ ਮੇਰਾ ਇਹ ਹੈ ਬੜਾ ਵੱਡਾ ਹੁੰਦਾ, ਇਹ ਵੀ ਕੰਮ ਬਹੁਤ ਵੱਡਾ ਹੁੰਦਾ ਵੀ ਤੇ ਕੌਮ ਨਾਲ ਧੋਖਾ ਕਿਉਂ ਕਰਨਾ, ਮਾਰ ਤਾਂ ਫਿਰ ਵੀ ਦੇਣਾ ਹੀ ਹੈ।
ਜਾਂ ਤਾਂ ਹੋਵੇ ਉਹਨਾਂ ਛੱਡ ਦੇਣਾ, ਉਹਨਾਂ ਮਾਰਨਾ ਹੈ, ਉਹਨਾਂ ਦਾ ਉਹ ਕੰਮ ਆ, ਛੱਡਣਾ ਤਾਂ ਉਹਨਾਂ ਹੈ ਨਹੀਂ। ਜੀ। ਫਿਰ ਜਿਹੜੇ ਨਾਲ ਦੇ ਆ ਜਿਨ੍ਹਾਂ ਦੇ ਅਜੇ ਕੋਈ ਮਿਸ਼ਨ ਪਏ ਹੋਣਗੇ, ਵੱਡੇ ਵੱਡੇ ਮਿਸ਼ਨ, ਉਹ ਪੂਰੇ ਕਰਨ ਚੋਂ ਕੀ ਹਰਜ ਆ। ਵੀ ਜਿਹੜੇ ਮਿਸ਼ਨ ਤੇ ਸਾਥੀ ਚੱਲੇ ਨੇ ਬਿਲਕੁਲ ਜੀ, ਜਿਹੜੇ ਹੁੰਦੇ ਹੀ ਆ। ਬਹੁਤ ਵੱਡੀ ਕਹਾਣੀ ਸੀ ਕਿ ਮਿਰਚੀਆ ਜੱਜ ਹੁੰਦਾ ਸੀ, ਅਦਾਲਤ ਲਾਉਂਦਾ ਹੁੰਦਾ ਸੀ ਜੇਲ੍ਹ ਦੇ ਵਿੱਚ। ਕੌਣ ਆ? ਮਿਰਚੀਆ ਜੱਜ। ਮਿਰਚੀਆ ਜੱਜ ਕੌਣ ਸੀ ਉਹ? ਜੱਜ ਸਰਕਾਰੀ। ਅੱਛਾ, ਸਰਕਾਰੀ ਜੱਜ। ਹਾਂਜੀ, ਜੇਲ੍ਹ 'ਚ ਅਦਾਲਤ ਲਾਉਂਦਾ। ਜੇਲ੍ਹ 'ਚ ਅਦਾਲਤ ਲਾਉਂਦਾ ਸੀ। ਅੱਛਾ। ਤੇ ਉੱਥੇ ਇਹਨਾਂ ਦਾ ਵਾਹ ਪੈ ਗਿਆ। ਬਾਅਦ 'ਚ ਉਹਨਾਂ ਨੂੰ ਮਾਰਨ ਦੀ ਵਿਉਂਤਬੰਦੀ ਵੀ ਕੀਤੀ ਸੀ ਇਹਨਾਂ। ਪਰ ਸਿਸਟਮ ਦੇ ਖਿਲਾਫ ਹਟਦੇ ਰਹੇ ਨੇ। ਉਹ ਤਾਂ ਜਾ ਕੇ ਇੱਦਾਂ ਦਾ ਸੀਗਾ ਕਿ ਜਿਹੜਾ ਖਾੜਕੂ ਹੁੰਦਾ ਸੀ ਉਹਦੇ ਲਈ ਸਪੈਸ਼ਲ ਜੇਲ੍ਹ 'ਚ ਜਾਂਦਾ ਸੀ, ਜਾਂ ਸਿੰਘ ਦੇ ਲਈ, ਜਾਂ ਸਿੰਘ ਨਾਮ ਲੱਗਦਾ ਸੀ ਉਹਦੇ ਲਈ ਸਪੈਸ਼ਲ ਜੇਲ੍ਹ 'ਚ ਜਾ ਕੇ ਉੱਥੇ ਜਾ ਕੇ ਸਜ਼ਾ ਸੁਣਾ ਕੇ ਆਉਂਦਾ ਸੀ। ਅੱਛਾ, ਇਹਨਾਂ ਖੁੰਦ ਕਰਾ ਖੌਫ ਖਾਂਦਾ ਸੀ ਸਿੱਖਾਂ। ਅੱਛਾ, ਖੌਫ ਖਾਂਦਾ ਸੀ। ਠੀਕ ਹੈ। ਜੇਲ੍ਹ 'ਚ ਅਦਾਲਤ ਲਾਉਣੀ। ਜੇਲ੍ਹ 'ਚ ਅਦਾਲਤ। ਤੇ ਇੱਕ ਹੋਰ ਵੀ ਹੈ, ਕਹਿੰਦੇ ਵੀ ਜਿਹੜੇ ਉਸ ਸਮੇਂ ਖਾੜਕੂ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਬਹੁਤਿਆਂ ਤਾਂ ਬਰਬਾਦ ਵੀ ਹੋਇਆ ਤੇ ਬਹੁਤਾਂ ਦੇ ਬਣੇ ਵੀ ਬਹੁਤ ਹੈ, ਪੈਸਾ ਬਹੁਤ ਆਇਆ। ਤੁਹਾਡੇ ਪਰਿਵਾਰ ਨੂੰ ਕਿੰਨਾ ਕੁ ਪੈਸਾ ਬਣਿਆ? ਫੋਰਚੂਨਰ ਉਸੇ ਪੈਸਿਆਂ ਦੀ ਹੈ। ਜਿਹੜਾ ਘਾਟਾ ਤਾ ਉਦੋਂ 5-7 ਕਿੱਲੇ ਵੇਚ ਕੇ ਤਾਂ ਜ਼ਮੀਨ ਤੇ ਘਰ ਘੁਰ ਪਾਏ ਆ। ਤੇ ਜਿਹੜੇ ਉਦੋਂ ਬਾਅਦ 'ਚ ਫਿਰ ਪੈਸੇ ਬਚੇ ਸੀਗੇ ਜਿਹੜੇ ਸੰਘਰਸ਼ ਵਾਲੇ, ਉਹਦੇ 'ਚ ਫੋਰਚੂਨਰ ਲੈ ਲਈ ਆ। ਠੀਕ ਹੈ। ਗੱਲ ਕਹਿ ਦੇਣੀ ਤੇ ਜਾਂ ਹਕੀਕਤ ਦੇ ਵਿੱਚ ਹੋਣਾ ਕੀ, ਉਹਦੇ 'ਚ ਬਹੁਤ ਫਰਕ ਹੈ। ਕਿਹਾ ਤਾਂ ਇਹੀ ਜਾਂਦਾ ਨਾ ਵੀ ਪੈਸੇ ਬਹੁਤ ਬਣਾਏ ਹੋਣ। ਬਣਾਏ ਹੋਣਗੇ ਕਈਆਂ ਨੇ ਵੀ, ਪਰ ਜਿਹੜੇ ਇਸ ਰਾਹ 'ਤੇ ਤੁਰੇ ਉਹਨਾਂ ਨੇ ਨਹੀਂ। ਉਹ ਹੋਰ ਲੋਕ ਸੀ, ਉਹ ਲਾਲਚੀ ਕਿਸਮ ਦੇ ਲੋਕ ਹੋਣਗੇ ਜਿਨ੍ਹਾਂ ਨੇ ਪੈਸੇ ਬਣਾਏ। ਬਾਅਦ 'ਚ ਨਹੀਂ ਲੋਕ, ਮਤਲਬ ਹੋਰ ਸੰਸਥਾਵਾਂ ਨੇ ਬੜੀਆਂ ਆਫਰ ਕਹਿੰਦੇ ਆ ਕਿ ਬਾਹਰੋਂ ਪੈਸਾ ਬੜਾ ਆਉਂਦਾ, ਉਹ ਨਹੀਂ ਆਏ ਹੋਏ। ਮੇਰੇ ਹਿਸਾਬ 'ਚ ਸਹੀ ਪਰਿਵਾਰਾਂ ਤੱਕ ਪਹੁੰਚਦਾ ਹੀ ਨਹੀਂ। ਠੀਕ ਹੈ। ਜੇ ਇਹ ਚੀਜ਼ ਪਰਿਵਾਰਾਂ ਤੱਕ ਪਹੁੰਚਦੀ ਹੋਵੇ, ਪਰ ਆਪਾਂ ਮੰਗਦੇ ਨਹੀਂ ਕਿਸੇ ਤੋਂ ਕੋਈ ਇਹ ਚੀਜ਼ ਨੂੰ ਉਸ ਪਾਸੇ ਨਾਲ ਆਵੇ। ਹਾਂਜੀ, ਵੀ ਸ਼ਾਇਦ ਕੋਈ ਵੀ ਖਾਣੀ ਮੰਗਣ ਵਾਸਤੇ ਇੰਟਰਵਿਊ ਕਰੀ ਜਾਂਦਾ। ਆਹੋ, ਇਹ ਵੀ ਹੁੰਦਾ ਹੀ ਆ। ਇਹ ਤਾਂ ਤੁਸੀਂ ਵੈਸੇ ਚਲੋ ਆਪਣਾ ਮੋਹ ਪਿਆਰ ਸੀਗਾ ਉਹ ਤਾਂ ਗੱਲ ਵੱਖਰੀ ਆ। ਪਹਿਲਾਂ ਰਤਨ ਨਾਲ ਕਿਸੇ ਦਾ ਉਹਦੇ ਨਾਲ ਗੱਲ ਬਿਲਕੁਲ ਹੁੰਦੀ ਹੈ ਕਿ ਕੋਈ ਪਤਾ ਉਹਦਾ ਸਿਸਟਮ ਨਹੀਂ ਹੈਗਾ ਗਿਆ। ਪਰ ਬਹੁਤੇ ਪਰਿਵਾਰਾਂ ਤੱਕ ਚੀਜ਼ ਪਹੁੰਚਦੀ ਵੀ ਨਹੀਂ, ਜਿਨ੍ਹਾਂ ਨੂੰ ਲੋੜ ਵੀ ਹੈਗੀ ਆ। ਮੈਂ ਇੱਥੇ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ, ਬਹੁਤ ਸਾਰੇ ਪਰਿਵਾਰਾਂ ਨੂੰ ਲੋੜ ਵੀ ਹੈਗੀ, ਜਿਨ੍ਹਾਂ ਨੇ ਗਵਾਇਆ ਆਪਣਾ ਸਭ ਕੁਝ, ਬਹੁਤ ਕੁਝ। ਜਿਹੜਾ ਤੁਸੀਂ ਵੇਖੋ, ਜਿਹੜਾ ਆਪਦੀ ਜ਼ਿੰਦਗੀ ਆ, ਆਪਾਂ ਹੱਸਦੇ ਖੇਡਦੇ ਇੱਥੇ ਬੈਠੇ ਆ, ਇੱਕ ਸਿਸਟਮ ਜਾਂ ਸਰਕਾਰ ਦੇ ਨਾਲ ਪੰਗਾ ਲੈ ਲੈਣਾ ਉੱਠ ਕੇ, ਉਹਦੇ 'ਚ ਤਾਂ ਅੰਤਰ ਹੈਗਾ ਨਾ। ਉਹ ਜਿਹੜੀ ਉਹਨਾਂ ਨੇ ਜ਼ਿੰਦਗੀ ਦਾਅ 'ਤੇ ਲਾਈ, ਜ਼ਿੰਦਗੀ ਲੇਖੇ ਲਾਤੀ ਕੌਮ ਦੀ ਖਾਤਰ, ਤੇ ਜੇ ਉਹਨਾਂ ਦੇ ਪਰਿਵਾਰ ਨਹੀਂ ਸਾਂਭੇ ਤੇ ਫਿਰ ਕਹਿ ਸਕਦੇ ਆ ਕਿਤੇ ਨਾ ਕਿਤੇ ਸਾਡੇ ਬੰਦਿਆਂ 'ਚ ਕਮੀ ਰਹੀ ਹੈ। ਵਿੱਚ ਕਹਿਣ 'ਚ ਗੁਰੇਜ਼ ਕਿਉਂ ਕਰਨਾ? ਸਾਂਭੇ ਨਹੀਂ ਗਏ, ਸਾਂਭੇ ਨਹੀਂ ਗਏ। ਹੀਰੇ ਪਰਿਵਾਰ ਸੀਗੇ ਜਿਹਨਾਂ ਨੇ ਕੌਮ ਆਪਦੇ ਧਰਮ ਲਈ, ਆਪਣੇ ਕੌਮ ਲਈ। ਦੇਖੋ, ਇੱਦਾਂ ਹੁੰਦਾ ਹੈ ਕਿ ਜੇ ਆਪਾਂ ਬੂਟੇ ਨੂੰ ਪਾਣੀ ਪਾਵਾਂਗੇ ਤੇ ਫਲ ਦੀ ਉਮੀਦ ਰੱਖਾਂਗੇ। ਬਿਲਕੁਲ। ਤੇ ਜੇ ਗਾਂ ਵੀ ਉਮੀਦ ਰੱਖਾਂਗੇ ਕੋਈ ਹੋਰ ਵੀ ਕੌਮ ਲਈ ਉੱਠੂ। ਹਾਂ, ਤੇ ਜੇ ਤੁਸੀਂ ਬੂਟੇ ਨੂੰ ਪਾਣੀ ਨਾ ਪਾਇਆ, ਫਲ ਤੋੜ ਲਿਆ ਤੇ ਪਾਣੀ ਪਾਉਣ ਨਾ ਗਏ, ਤੁਸੀਂ ਬਾਅਦ 'ਚ ਫਿਰ ਆਖੋ ਮਹੀਨੇ ਪਿੱਛੋਂ ਜਾਂ 6 ਮਹੀਨੇ ਪਿੱਛੋਂ ਵੀ ਸਾਨੂੰ ਫਲ ਲੱਗਿਆ ਮਿਲ ਜੂ, ਔਖਾ ਹੈ। ਬਾਕੀ ਇਹ ਫਲ ਜਿਹੜਾ ਜਿੰਨਾ ਚਾਹੀਦਾ ਸਾਡੀ ਕੌਮ ਨੂੰ, ਉਹ ਤਿਆਰ ਹੁੰਦਾ ਰਹਿਣਾ ਹੈ। ਉਹਦੇ 'ਚ ਨਹੀਂ ਕਈ ਇਸ ਚੀਜ਼ ਨੂੰ ਦੂਜੇ ਪਾਸੇ ਲਾ ਲੈਂਦੇ ਵੀ ਸ਼ਾਇਦ ਇਹ ਬੰਦੇ ਨੈਗੇਟਿਵਿਟੀ ਡਿਮੋਰਲਾਈਜ਼ ਕਰਦੇ ਆ ਨਵੇਂ ਮੁੰਡਿਆਂ ਨੂੰ। ਹਾਂ, ਪਰ ਉਹ ਨਹੀਂ, ਉਹ ਤਾਂ ਗੁਰੂ ਪਾਤਸ਼ਾਹ ਦਾ ਹੁਕਮ ਹੋਣਾ ਜਿੱਥੇ ਤੇ ਹੋ ਸਕਦਾ ਕਿਤੇ ਤੇ ਥਾਪੜਾ ਹੋ ਜਾਣਾ। ਪਰ ਗੱਲ ਤਾਂ ਇਹ ਹੈ ਨਾ ਵੀ ਜਿੰਦਾ ਤੁਸੀਂ ਫਲ ਤੋੜਿਆ, ਕਮ ਸੇ ਕਮ ਪਾਣੀ ਤਾਂ ਪਾਉਣਾ ਵਾ। ਪਾਣੀ ਤਾਂ ਪਾਉਣਾ ਜਿੰਦੇ ਤੋਂ ਜੇ ਤੁਸੀਂ ਨਹੀਂ ਪਾਣੀ ਪਾਉਂਦੇ ਤੇ ਫਿਰ ਤੁਸੀਂ ਧੋਖਾ। ਬਾਹਰ ਬੂਰ ਵੀ ਬਹੁਤ ਸੈੱਟ ਹੋਇਆ, ਤੁਹਾਨੂੰ ਨਹੀਂ ਕੋਈ ਆਇਆ ਵੀ ਬਾਹਰ ਬੂਰ ਸੈੱਟ ਕਰਨ ਵਾਲਾ ਜਾਂ ਕੋਈ ਹੋਇਆ? ਚੱਲ ਛੱਡ, ਮਨਿੰਦਰ ਸ਼ਾਲਾ ਦਾ ਕਰੇ ਯਾਰ, ਇਸੇ ਕੰਮ ਲਈ ਇੰਟਰਵਿਊ ਕਰਨ ਬਹਿ ਗਿਆ। ਨਹੀਂ ਫਿਰ ਵੀ ਛੱਡ ਪਰੇ। ਹੈਂ, ਛੱਡ ਪਰੇ, ਆਪਾਂ ਇਸ ਚੀਜ਼ ਤੋਂ ਕੀ ਲੈਣਾ? ਉਹ ਹੋਣਗੇ, ਆਪਾਂ ਨਹੀਂ, ਆਪਣਾ ਕੁਛ ਨਹੀਂ। ਆਪਾਂ ਤਾਂ ਵੈਸੇ ਕੀਤੀ ਹੈ ਇੰਟਰਵਿਊ। ਕਈ ਅਗਲਾਂ ਦਾ ਖਰੇ ਯਾਰ ਜਿਹੜੀ ਆ, ਤੁਸੀਂ ਦੂਜਾ ਸਵਾਲ ਪੁੱਛ ਲਿਆ ਨਾ, ਪਹਿਲਾਂ ਪੈਸੇ ਵਾਲਾ ਪੁੱਛ ਲਿਆ ਤੇ ਫਿਰ ਨਹੀਂ ਆਇਆ ਨਹੀਂ ਨਾ, ਫਿਰ ਉਹ ਇੱਦਾਂ ਬਣ ਜਾਂਦਾ। ਅਗਲਾਂ ਦਾ ਖਰੇ ਯਾਰ ਇੱਦਾਂ ਹੀ ਬੈਠੇ ਗਏ ਇਸ ਕੰਮ ਲਈ ਆ। ਇੱਕ ਹੋਰ ਮੇਰਾ ਸਵਾਲ ਹੈ, ਥੋੜ੍ਹਾ ਜਿਹਾ ਮੇਰੇ ਹਟ ਕੇ ਹੈ। ਇੱਕ ਮੈਂ ਜਿਵੇਂ ਪਹਿਲਾਂ ਕਿਹਾ ਸੀ ਵੀ ਇੱਕ ਧਿਰ ਕਹਿੰਦੀ ਆ ਵੀ ਅੱਤਵਾਦੀ ਸੀ। ਹਾਂ, ਕਿਉਂਕਿ ਦੋ ਧਿਰਾਂ ਹੁੰਦੀਆਂ ਸਮਾਜ ਦੇ ਵਿੱਚ। ਜੇ ਆਪਾਂ ਹਿੰਦੁਸਤਾਨ ਦਾ ਜਿਹੜਾ ਫੌਜੀ ਹੈ ਉਹ ਪਾਕਿਸਤਾਨ ਦੇ ਲਈ ਤਾਂ ਫਿਰ ਉਹ ਮਤਲਬ ਇਮਾਰਤਾਂ ਹੀ ਕਿਹਾ ਜਾਊਗਾ ਉਹਨੂੰ, ਭਾਰਤ ਦੇਸ਼ ਨੂੰ ਸ਼ਹੀਦ ਕਹੂਗਾ ਆਪਦਾ। ਹੁੰਦਾ ਹੀ ਹੈ, ਚਾਹੇ ਪੰਜਾਬ ਇੱਕ ਆ, ਪਰ ਉਧਰਲੇ ਪੰਜਾਬ 'ਚ ਸਾਨੂੰ ਇੱਧਰਲੇ ਨੂੰ ਅੱਤਵਾਦੀ ਕਹਿੰਦੇ, ਆਪਣੇ ਉਧਰਲੇ ਨੂੰ ਅੱਤਵਾਦੀ ਕਹਿੰਦੇ ਆ। ਬੜੇ ਲੋਕ ਅੱਤਵਾਦੀ ਵੀ, ਵਰਿਆਮ ਸਿੰਘ ਖੱਪਿਆਣੀ ਨੂੰ ਅੱਤਵਾਦੀ ਵੀ ਕਹਿੰਦੇ ਆ। ਇਹ ਤੋਂ ਜਦੋਂ ਕੋਈ ਅੱਤਵਾਦੀ ਕਹਿੰਦਾ,
ਠੀਕ ਹੈ, ਉਦੋਂ ਕੀ ਲੱਗਦਾ, ਕੀ ਮਹਿਸੂਸ ਹੁੰਦਾ? ਅਸਲ ਵਿੱਚ ਨਾ ਇਹ ਚੀਜ਼ ਸਮਝਾਈ ਨਹੀਂ ਗਈ ਮੇਰੇ ਹਿਸਾਬ 'ਚ ਤਾਂ। ਬੰਦਾ ਸੰਘਰਸ਼ ਦੇ ਹੱਕ 'ਚ ਹੁੰਦਾ ਹੈ, ਕਹਿ ਰਹੂਗਾ ਅੱਤਵਾਦੀਆਂ ਦੇ ਦੌਰ, ਅੱਤਵਾਦ ਦਾ ਦੌਰ ਆਮ ਗੱਲ ਆ ਨਾ। ਬਿਲਕੁਲ। ਇਹਦਾ ਮਤਲਬ ਫਿਰ ਸਾਨੂੰ ਸਮਝਾਈ ਨਹੀਂ ਕਿ ਅੱਤਵਾਦ ਤੇ ਉਹਦੇ 'ਚ ਫਰਕ ਹੁੰਦਾ ਨਾ। ਇਹ ਤਾਂ ਖਾੜਕੂ ਸੀ, ਯੋਧੇ ਸੀ ਯਾਰ। ਇਹ ਕੋਈ ਨਜਾਇਜ਼ ਬੈਲੈਂਸ ਤਾਂ ਨਹੀਂ ਕੀਤਾ ਕਿਤੇ। ਜੇ ਕੋਈ ਮਾਰਿਆ ਤਾਂ ਉਹਦਾ ਕਸੂਰ ਹੋਊਗਾ, ਜੇ ਨਹੀਂ ਕਸੂਰ ਸੀ ਤੇ ਨਹੀਂ ਮਾਰਿਆ ਹੋਣਾ। ਜੇ ਕਿਸੇ ਤੁਹਾਡੇ ਏਰੀਆ ਯਾਰ, ਮਤਲਬ ਤੁਸੀਂ ਇਹ ਗੱਲ ਦੀ ਮੈਂ ਅੱਜ ਗਰੰਟੀ ਦੇ ਸਕਦਾ, ਅੱਤਵਾਦੀ ਜਾਂ ਜਿੱਥੋਂ ਰੋਟੀ ਖਾਊਗਾ ਜਾਂ ਜਿਹੜਾ ਮਾੜਾ ਬੰਦਾ ਹੋਊਗਾ, ਮਾੜਾ ਅਨਸਰ ਹੋਊਗਾ, ਜਿਹਨੂੰ ਇਹਨਾਂ ਦਾ ਕਹਿਣ ਦਾ ਮਤਲਬ ਅੱਤਵਾਦੀ ਤਾਂ ਕਹਿ ਦਿੰਦੇ ਨਾ, ਮਾੜਾ ਅਨਸਰ। ਜਿਹੜਾ ਮਾੜਾ ਅਨਸਰ ਕਿਤੋਂ ਰੋਟੀ ਖਾਊਗਾ, ਜਾਂ ਆਪਣੇ ਵੀ ਬਹੁਤ ਸਾਰੇ ਟੀਮ 'ਚ ਹੁੰਦੇ ਹੀ ਆ ਬੰਦੇ, ਉਹਨਾਂ ਦੀ ਜਿਹੜੀ ਸੋਚਣੀ ਹੁੰਦੀ ਜਾਂ ਉਹਨਾਂ ਦਾ ਦਿਮਾਗ ਕਿੱਥੇ ਤੱਕ ਖੜਾ ਹੁੰਦਾ। ਪਰ ਆ ਤੁਹਾਡੇ ਏਰੀਆ 'ਚੋਂ ਇੱਥੇ ਬਹੁਤ ਸਾਰੇ ਪਿੰਡਾਂ 'ਚ ਰਹੇ ਆ, ਜਿਹੜੇ ਮਰਜੀ ਪਿੰਡ ਚਲੇ ਜਾਓ ਤੇ ਨਾਂ ਲੈ ਦਿਓ, ਕਿਉਂਕਿ ਆਪਾਂ ਇੱਥੇ ਮੈਨੂੰ ਲੱਗ ਗਿਆ ਇੱਧਰ ਕਿਤੇ ਆਉਣਾ, ਪਤਾ ਲੱਗਣਾ ਮੇਰੇ ਨਾਂ ਨਾਲ ਜਗਮੀਤ ਸਿੰਘ ਖੱਪਿਆ ਨਹੀਂ ਲੱਗਦਾ। ਜਦੋਂ ਲੱਗਣਾ ਨਾ ਪਿੱਛੋਂ ਇੱਕ ਜਾਂ ਦੋ ਬਜ਼ੁਰਗਾਂ ਨੇ ਪੁੱਛਣਾ ਹੀ ਪੁੱਛਣਾ, ਵਿਰਿਆਮ ਦਾ ਕੀ ਰਿਸ਼ਤੇਦਾਰੀ ਤੁਹਾਡੇ ਨਾਲ, ਵੀ ਤੂੰ ਉਸ ਪਿੰਡ ਦਾ, ਉਸ ਪਿੰਡ ਦਾ, ਪਰਿਵਾਰ ਕਿਵੇਂ ਆ। ਜੇ ਕਹਿ ਦੇਣਾ ਬਾਪੂ ਉਸੇ ਪਰਿਵਾਰ 'ਚੋਂ ਹੀ ਆ। ਖਾਸ ਕਰਕੇ ਜਿਹੜੇ ਵੱਡੀ ਉਮਰ ਦੇ ਆ। ਅੱਜ ਕੱਲ੍ਹ ਦਾ ਯੂਥ ਨੂੰ ਇਹ ਚੀਜ਼ਾਂ ਸਮਝਾਉਣੀਆਂ ਪੈਣੀਆਂ ਕਿ ਉਹ ਸਮਾਂ ਕੀ ਸੀਗਾ। ਪਰ ਜੇ ਉਹ ਪੁੱਛਦੇ ਆ ਤੇ ਜਿਹੜੇ ਉਹ ਬਜ਼ੁਰਗ ਹੋ ਗਏ ਜਿਨ੍ਹਾਂ ਦੀ 60 70 ਸਾਲ ਉਮਰ ਹੋ ਗਈ, ਉਦੋਂ ਜਵਾਨੀ 'ਚ ਹੋਣਗੇ ਯਾਰ, ਉਹ ਫਿਰ ਜਵਾਕ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਅੱਤਵਾਦੀ ਸੀ ਕਿ ਕੀ ਸੀ। ਜੇ ਉਹਨਾਂ ਮਾੜੇ ਕੰਮ ਕੀਤੇ ਹੁੰਦੇ ਤੇ ਉਹ ਵੀ ਕਹਿ ਦਿੰਦਾ ਯਾਰ ਵੀ ਤੂੰ ਉਸ ਮਾੜੇ ਅਨਸਰ ਦੇ ਪਿੰਡ ਤੋਂ ਅਗਲੇ ਨੂੰ ਕਿ ਬਿੱਲ ਲਾਉਣਾ ਹੈ। ਬੜੇ ਸਮੇਂ, ਉਸ ਸਮੇਂ ਦੇ ਵਿੱਚ ਬੜੇ ਅਜਿਹੇ ਲੋਕ ਵੀ ਰਲ ਗਏ ਸੀ ਜਿਹੜੇ ਲਹਿਰ ਨੂੰ ਬਦਨਾਮ ਵੀ ਕਰ ਰਹੇ ਸੀ, ਤਾਂ ਕਰਕੇ ਉਹਦੇ ਕਰਕੇ ਵਿੱਚ ਬੜੇ ਬਹੁਤ ਸੀ। ਸਰਕਾਰ ਦੇ ਕੰਮ ਸੀ ਉਹ, ਸਰਕਾਰ ਦੇ ਬਹੁਤ ਸਾਰੇ ਵਾੜੇ ਗਏ ਸੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜੇ ਦੂਸਰੇ ਪੱਖ ਤੋਂ ਲੈਂਦੇ ਆ ਤੇ ਬਹੁਤ ਸਾਰੇ ਵਿੱਚ ਗਲਤ ਅਨਸਰ ਸੀ, ਵੀ ਲਹਿਰ ਬਦਨਾਮ ਹੋ ਗਈ। ਉਹ ਸਰਕਾਰੀ ਅਨਸਰ ਸੀ ਕਿ ਜਿਨ੍ਹਾਂ ਨੇ ਘਰਾਂ ਦੇ ਵਿੱਚ ਜਾ ਕੇ ਰੋਟੀ ਖਾਣ ਗਏ, ਅਗਲੇ ਦੀ ਧੀ ਭੈਣ ਤੇ ਮਾੜੀ ਨਿਗਾਹ ਰੱਖੀ, ਜਾਂ ਅਗਲੇ ਘਰੋਂ ਦੁੱਧ ਪੀ ਲਿਆ, ਰੋਟੀ ਖਾ ਲਈ। ਸਰਕਾਰ ਨੂੰ, ਪੁਲਿਸ ਨੂੰ ਜਾਂ ਆਪਦੇ ਯਾਰ ਦੋਸਤ ਨੂੰ, SHO ਦੇ DSP ਬਣਿਆ ਵੇਖਣਾ ਚਾਹੁੰਦੇ, ਤੈਨੂੰ ਦੱਸਦਾ ਵੀ ਫਲਾਨੇ ਬੰਦੇ ਸੀ, 5 ਬੰਦੇ ਅਸੀਂ ਰੋਟੀ ਖਾ ਕੇ ਆਏ ਆ, ਤੇ ਉਹਨਾਂ ਨੂੰ ਦੱਸ ਦਿਓ ਵੀ ਆਹ ਕੁੜੀ ਨੇ ਰੋਟੀਆਂ ਪਕਾਈਆਂ ਤੇ ਆ ਮਾਤਾ ਆਟਾ ਗੁੰਨ ਕੇ ਲਿਆਈ ਸੀ। ਅੱਛਾ, ਇਹੋ ਜਿਹਾ ਕੁਛ ਕਰਦੇ ਵੀ ਉਹਨੇ ਸਾਰੀ CID ਦੇਤੀ ਤੇ ਉਹ ਜਾ ਕੇ ਸਵੇਰ ਜਾ ਕੇ ਨੱਪ ਲੈਂਦੇ ਸੀ, ਹਾਂਜੀ ਦੱਸੋ ਵੀ ਤੁਹਾਡੇ ਘਰੇ 5 ਅੱਤਵਾਦੀ ਆਏ ਸੀ, ਉਹਨਾਂ ਤਾਂ ਅੱਤਵਾਦੀ ਕਹਿਣਾ। ਉਹ ਤਾਂ ਸੰਘਰਸ਼ ਨੂੰ ਫੇਲ ਕਰਨ ਲਈ ਇੱਕ ਰਾਹ ਬਣਾਇਆ ਗਿਆ ਨਾ। ਫਿਰ ਉਸ ਤੋਂ ਬਾਅਦ ਕੀ ਹੋਇਆ, ਮੰਨ ਲਓ ਤੁਸੀਂ ਹੋ ਸੰਘਰਸ਼ ਦੇ ਰਾਹ ਤੁਰੇ ਹੋ, ਤੁਸੀਂ ਮੇਰੇ ਘਰੇ ਰੋਟੀ ਖਾ ਲਈ, CID ਕੁਦਰਤੀ ਤੌਰ ਤੇ ਲੀਕ ਹੋ ਗਈ, ਮੈਂ ਨਹੀਂ ਤੈਨੂੰ ਕਹਿੰਦਾ ਤੂੰ ਕੀਤੀ ਹੈ, ਕੁਦਰਤੀ ਤੌਰ ਤੇ ਲੀਕ ਹੋ ਗਈ, ਉਹਨਾਂ ਆ ਕੇ ਨੱਪ ਲਿਆ ਮੈਨੂੰ, ਮੈਂ ਰੋਟੀ ਖਵਾਈ, ਮੇਰਾ ਪਰਿਵਾਰ ਨੂੰ ਇਹ ਚੀਜ਼ ਦਾ ਰੋਟੀ ਖਵਾਉਣ ਕਰਕੇ ਸਰਕਾਰ ਨੇ ਡੰਨ ਦੇਤਾ, ਪਰਿਵਾਰ ਨੂੰ ਫੜ ਕੇ ਥਾਣੇ ਹੀ ਲੈ ਗਿਆ, ਬੇਇੱਜ਼ਤੀ ਹੀ ਕਰਤੀ। ਪਰ ਉਹ ਪਰਿਵਾਰ ਦੁਆਰਾ ਕੀ ਕਹੂਗਾ? ਸਹੀ ਹੈ ਵੀ ਉਹ ਪਰਿਵਾਰ ਨੂੰ ਵੇਖ ਕੇ ਉਹਦੇ ਸਾਰੇ ਰਿਸ਼ਤੇਦਾਰ ਜਿਹੜੇ ਬੈਂਕਾਂ 'ਚ ਬੈਠੇ, ਢਾਣੀਆਂ ਕਹਿ ਦਿੰਦੇ, ਬੈਂਕਾਂ ਕਹਿੰਦੇ, ਡੇਰੇ ਕਹਿ ਦਿੰਦੇ ਕਈ, ਉਹ ਬੈਠੇ ਉਹ ਕੀ ਸੋਚਣਗੇ ਵੀ ਯਾਰ ਆਪਦੇ ਆਪਣੇ ਬੰਦਿਆਂ ਨੂੰ ਗਾਹ ਮੈਸੇਜ ਲੱਗ ਜਾਂਦਾ ਬਈ ਯਾਰ ਫਲਾਨਾ ਖਾੜਕੂ ਰੋਟੀ ਖਾ ਕੇ ਗਿਆ ਸੀਗਾ, ਜਾਂ ਫਲਾਨਾ ਬੰਦਾ ਰੋਟੀ ਖਾ ਕੇ ਗਿਆ ਸੀ, ਜਾਂ ਫਲਾਨਾ ਸਾਡੇ ਘਰ ਰਾਤੀ ਸਿੰਘ ਆਏ ਸੀ, ਸੰਤ ਦੇ ਨੇ ਪੁਲਿਸ ਨੇ ਚੱਕ ਲਿਆ, ਸਾਡਾ ਤਾਂ ਹਾਲ ਕੀਤਾ, ਦੂਜਾ ਬੰਦਾ ਗੇਟ ਹੀ ਨਹੀਂ ਖੋਲਦਾ। ਫਿਰ ਉਹ ਸਾਰੀਆਂ ਢਾਣੀਆਂ ਤੇ ਠਹਿਰਾਂ ਹੁੰਦੀਆਂ ਸੀ ਇਹਨਾਂ ਚੀਜ਼ਾਂ ਕਰਕੇ, ਉਹ ਚੀਜ਼ਾਂ ਬਦਨਾਮ ਹੋ ਗਈ। ਜਿਹੜੀ ਉਹ ਚੀਜ਼ ਬਦਨਾਮ ਹੋਈ ਉਹ ਫਿਰ ਕੀਤੀ ਕਿੰਨੇ ਆ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਸਿਸਟਮ ਦੇ ਵਿੱਚ। ਕਿਉਂਕਿ ਜਿਹੜੇ ਯੋਧੇ ਜਾਂ ਖਾੜਕੂ ਹੁੰਦੇ ਆ ਨਾ, ਜਿਹੜੇ ਇਸ ਰਾਹ ਤੇ ਤੁਰ ਪਏ ਸੀਗੇ, ਉਹ ਇਦਾਂ ਦਾ ਕੰਮ ਕਰਨਗੇ ਜਾਂ ਇਹੋ ਜਿਹਾ ਕੰਮ ਕਰਨ ਨਾਲ ਦੀ ਜਿੱਦਣ ਅੰਤਮ ਸਮਾਂ ਹੁੰਦਾ ਜਾਂ ਅੰਤਮ ਅਰਦਾਸ ਹੁੰਦੀ ਹੈ, ਲੱਖਾਂ ਦੀ ਗਿਣਤੀ 'ਚ ਇਕੱਠ ਨਹੀਂ ਹੁੰਦਾ। ਅੱਛਾ, ਜਦੋਂ ਸੱਚ ਆਪਾਂ ਅੰਤਮ ਅਰਦਾਸ ਤੇ ਸੀਗੇ ਵੀ ਇੱਥੇ ਕਹਿੰਦੇ ਇਸ ਜਗ੍ਹਾ ਤੇ ਮਹਾਰਾਜ ਪ੍ਰਕਾਸ਼ ਹੋ ਕੇ ਇਸੇ ਨਹਿਰ ਤੇ ਦੱਸਦੇ ਆ, ਜਿੱਥੇ ਨਹਿਰ ਤੇ ਬੈਠੇ ਆਪਾਂ। ਠੀਕ ਹੈ, ਪੁਲਿਸ ਉਹ ਵੀ ਨਹੀਂ ਕਹਿੰਦੇ ਸੀ ਕੋਈ ਗੱਲ? ਪੁਲਿਸ ਨੇ ਤਾਂ ਵੇਖੋ ਇੱਥੇ ਇਸ ਪਿੰਡ ਦਾ ਸਰਪੰਚ ਸੀਗਾ ਢੈਪੀ ਦਾ, ਕਹਿੰਦੇ ਉਸ ਰਾਤ ਦਾਣੇ ਸੱਟ ਕੇ ਆਉਂਦੇ, ਆਹ ਹੀ ਸੀਜ਼ਨ ਸੀਗਾ, ਆਹ ਹੀ ਦਿਨ ਦਿਹਾੜਾ ਸੀਗਾ ਕਹਿ ਸਕਦੇ ਹਾਂ। ਨਹੀਂ ਸੌਰੀ, ਉਹ ਸੀ ਅਗਲੇ ਸੀ ਅਕਤੂਬਰ ਮਹੀਨੇ ਦੀ ਗੱਲ ਆ, ਪਰ ਉਦੋਂ ਮਤਲਬ ਕਿ ਦਾਣੇ ਸੱਟ ਕੇ ਆਉਂਦਾ ਸੀ, ਝੋਨਾ ਦੀ ਫਸਲ ਵੱਢੀ ਹੋਣੀ ਹੈ, ਉਹ ਦਾਣੇ ਸੱਟ ਕੇ ਮੰਡੀ ਤੋਂ ਕੋਟਕਪੂਰੇ ਤੋਂ ਵਾਪਸ ਆਉਂਦਾ ਸੀ, ਕਹਿੰਦੇ ਇਸੇ ਰਸਤੇ ਲੰਘਦੇ ਹੁੰਦੇ ਸੀ ਜੀ। ਪਰ ਉਹ ਦੱਸਦੇ ਵੀ ਉਹ ਨਾਕਾ ਲੱਗਾ ਸੀ ਉਸ ਰਾਤ ਉੱਥੇ, ਤੇ ਉਹਨੂੰ ਮਾਣਾ ਪਿੰਡ ਦੇ ਵੀਰ ਦੀ ਜਾਣਾ ਪਿਆ। 1.5-2 ਸਾਲ ਪਹਿਲਾਂ ਉਸ ਸਰਪੰਚ ਦੀ ਡੈਥ ਹੋ ਗਈ। ਠੀਕ ਹੈ, ਉਹਦਾ ਬੇਟਾ ਟੱਕਰਿਆ ਸੀ ਪਿੱਛੇ ਜਿਹਾ ਮੈਨੂੰ, ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਸੀ ਉਦੋਂ ਪੁੱਛ ਕੇ ਆਇਆ ਸੀ ਉੱਥੋਂ,
ਤੇ ਉਹਨਾਂ ਨੇ ਪੁੱਛ ਲਿਆ ਵੀ ਹਾਂਜੀ ਵੀ ਤੁਸੀਂ ਕੌਣ ਇੱਥੇ ਉਸ ਥਾਂ ਤੇ ਕੋਈ ਜਾਣਾ ਮਤਲਬ ਚਲੋ ਗੱਲਬਾਤ ਹੋਈ ਪਤਾ ਲੱਗਿਆ ਆਪਣੇ ਉਹਨਾਂ ਨੇ ਗੱਲ ਦੱਸੀ ਵੀ ਇਸ ਤਰ੍ਹਾਂ ਕਰਕੇ ਬਾਪੂ ਜਾਉਂਦਾ ਹੁੰਦਾ ਤੈਨੂੰ ਮਿਲਾ ਹੀ ਦਿੰਦੇ। ਫਿਰ ਉਸ ਗੱਲ ਤੋਂ ਮੈਨੂੰ ਪਤਾ ਲੱਗਾ ਜਿੱਥੋਂ ਉਹ ਕਹਿੰਦੇ ਵੀ ਉਹਨੂੰ ਵਲ ਕੇ ਜਾਣਾ ਪਿਆ, ਉਹ ਘਰੇ ਨਹੀਂ ਗਿਆ। ਕਹਿੰਦੇ ਕਿ ਵਰਿਆਮ ਸਿੰਘ ਸ਼ਹੀਦ ਹੋ ਗਿਆ, ਸਾਰੇ ਪਿੰਡ ਦੀਆਂ ਰੋਟੀਆਂ ਨਹੀਂ ਪੱਕੀਆਂ। ਫਿਰ ਮਾੜੇ ਅਨਸਰ ਹੁੰਦੇ ਤੇ ਰੋਟੀ ਨਾ ਪਕਾਉਂਦੇ, ਰੱਜ ਕੇ ਖਾਂਦਾ ਅਗਵਾ। ਵੀ ਮਗਰੋਂ ਲਿਆ। ਹਾਂ ਵੀ ਕਹਿ ਦਿੰਦੇ ਮਾੜਾ ਬੰਦਾ ਮਗਰੋਂ ਲਿਆ। ਦੀਵਾਲੀ ਕਾਲੀ ਰਾਤ ਬਣ ਗਈ। ਉਹ ਸਮੇਂ ਉਹ ਦੱਸਦੇ ਫਿਰਾਂਦੇ ਵੀ ਉੱਥੋਂ ਆਏ, ਫਿਰ ਵੇਖਿਆ ਆ ਨੇੜੇ ਘਰ ਹੈਗੇ ਆ। ਫਿਰ ਇਹਨਾਂ ਨੇ ਆ ਕੇ ਇੱਥੋਂ ਪਤਾ ਕੀਤਾ ਵੀ ਕੀ ਹੋਇਆ। ਫਿਰ ਪੁਲਿਸ ਤੁਹਾਨੂੰ ਪਤਾ ਹੀ ਵੀ ਉਹਨਾਂ ਨੇ ਮੁਕਾਬਲਾ ਕੋਸ਼ਿਸ਼ ਕਰਤਾ। SHO ਦਾ ਤਾਂ ਕਹਿੰਦੇ ਹਿੰਮਤ ਨਹੀਂ ਪਈ ਸੀ ਗੋਲੀ ਮਾਰਨ ਦੀ, ਹੱਥ ਥਿੜਕਦਾ ਸੀਗਾ। ਅੱਛਾ। ਵਿੱਚੋਂ ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਵਿੱਚੋਂ ਹੀ ਇੱਕ ਸਿਪਾਹੀ ਸੀਗਾ ਜਿਹੜਾ ਰਿਟਾਇਰਮੈਂਟ ਹੋਇਆ ਸੀ, ਉਹਨੇ ਮੈਨੂੰ ਗੱਲ ਦੱਸੀ। ਠੀਕ ਹੈ ਵੀ ਉਹਦੀ ਕੋਈ ਹਿੰਮਤ ਨਹੀਂ ਪਈ ਹੈ। ਉਹਦੀ ਹਿੰਮਤ ਨਹੀਂ ਪਈ ਸੀ। ਹੁਣ ਮੈਂ ਉਹ ਸ਼ਬਦ ਵਰਤ ਨਹੀਂ ਸਕਦਾ ਗਾ ਕਿ ਜਦੋਂ ਉਸ ਟਾਈਮ ਉਹਨਾਂ ਦੀ ਆਪ 'ਚ ਵਾਰਤਾਲਾਪ ਹੋਈ ਵੀ ਉਹਦੀ ਹਿੰਮਤ ਨਹੀਂ ਪੈਂਦੀ ਸੀ, ਨਿਸ਼ਾਨਾ ਔਕਦਾ ਸੀ ਆਪਦੇ ਆਪ ਨੂੰ, ਬੜਾ ਖੱਬੀ ਖਾਂ ਖਵਾਉਂਦਾ ਸੀ ਕਿ ਉਹਦੀ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਹਿੱਕ 'ਚ ਗੋਲੀ ਮਾਰ ਦਿਆਂ। ਅਦਾ ਅਸੀਂ ਸੋਚਦੇ ਹੁੰਦੇ ਸੀ ਵੀ ਖਾਲਿਸਤਾਨ ਯਾਰ ਐਵੇਂ ਮਰਦੇ ਫਿਰਦੇ ਮੁੰਡੇ ਸਾਡੇ, ਤੁਸੀਂ ਵੀ ਸਾਡੇ ਵਾਂਗੂ ਡਿਊਟੀਆਂ 'ਤੇ ਲੱਗੋ ਤੇ 4 ਛਿੱਲੜ ਜਾਣਗੇ ਘਰੇ। ਪਰ ਉਹਨਾਂ ਮੈਂ ਉਦੋਂ ਵਰਿਆਮ ਸਿੰਘ ਸਿਰੜੀ ਵੇਖਿਆ ਇੰਨਾ, ਕਹਿੰਦਾ ਮੇਰੇ ਮਨ 'ਚ ਇੱਕ ਗੱਲ ਬਹਿ ਗਈ ਸੀ ਵੀ ਖਾਲਿਸਤਾਨ ਕਿਸੇ ਦਿਨ ਜ਼ਰੂਰ ਬਣੇਗਾ, ਚਾਹੇ ਅੱਜ ਤੇ ਚਾਹੇ 100 ਸਾਲ ਬਾਅਦ। ਕਿ ਮੌਤ ਨੂੰ ਵੇਖ ਕੇ ਵੀ ਨਹੀਂ ਘਬਰਾਇਆ ਹੋਣਾ। ਸਰੀਰ ਸਾਰਾ ਦਾ ਵਿੰਨਿਆ ਹੋਇਆ ਸੀ, ਲੂਣ ਭੁੱਕਿਆ ਹੋਇਆ ਸੀ, ਸਾਰਾ ਜ਼ਖਮੀ ਸੀਗਾ। ਫਿਰ ਵੀ ਕਹਿ ਰਿਹਾ ਸੀ ਕਿ ਤੇਥੋਂ ਨਹੀਂ ਨਿਸ਼ਾਨਾ ਲੱਗਦਾ, ਮੈਨੂੰ ਪਿਸਤੌਲ ਫੜਾ। ਬਹੁਤ ਵੱਡੀ ਗੱਲ ਹੁੰਦੀ ਹੈ। ਕਹਿੰਦਾ ਸੀ ਤੂੰ ਮੈਨੂੰ ਇੱਕ ਵਾਰੀ ਹੱਥ ਖੋਲ ਕੇ ਦੱਸ, ਤੂੰ ਮੈਨੂੰ ਇੱਕ ਵਾਰੀ ਪਿਸਤੌਲ ਫੜਾ, ਮੈਂ ਤੈਨੂੰ ਦੱਸਦਾ ਨਿਸ਼ਾਨਾ ਚੀਜ਼ ਕੀ ਹੁੰਦੀ ਹੈ। ਜੇ ਮਾਰਨਾ ਤਾਂ ਫਿਰ ਇੱਥੇ ਹਿੱਕ 'ਚ ਮਾਰੀ, ਗੈਰਾਂ ਵਾਂਗੂ ਕਿਤੇ ਲੱਤਾਂ 'ਚ ਨਾ ਮਾਰੀ। ਆ ਗੱਲਾਂ ਹੋਈਆਂ ਲਾਸਟ। ਐਡੀ ਵੱਡੀ ਗੱਲ ਹੋਵੇ ਜਾਂ ਇੱਕ ਬੰਦਾ ਉਦੋਂ ਅੰਬ ਦਾ ਦਰਖਤ ਕਹਿੰਦੇ ਹੁੰਦਾ ਸੀ ਇੱਥੇ, ਉਹਦੇ ਨਾਲ ਨੂੜਿਆ ਸੀਗਾ, ਬੰਨਿਆ ਹੋਵੇ ਬੰਦਾ, ਇੱਕ ਗੱਲ ਇੰਨੀ ਕਹਿ ਰਿਹਾ ਬੰਦਾ ਦੋਵੇਂ ਕਹਿੰਦਾ ਹੁੰਦਾ, ਉਹ ਤਾਂ ਆਏ ਹੁੰਦਾ ਵੀ ਇਹ ਵੱਜ ਗਈ ਤਾਂ ਵੱਜ ਗਈ ਯਾਰ, ਮਿਹਨਤ ਕਰਕੇ ਵੱਜ ਗਈ। ਹਾਂ ਮਿਹਨਤ ਕਰਕੇ ਜੋ ਵੀ ਕਹਿ ਰਿਹਾ, ਜਾਂ ਇੱਕ ਬੰਦੇ ਨੇ ਵੀ ਮੈਂ ਤਾਂ ਮਰੇ ਪਿਆ ਯਾਰ, ਜਿੱਥੇ ਮਰਜ਼ੀ ਮਾਰੇ ਹਾਂ ਵੀ ਮੈਨੂੰ ਕੀ ਆ ਯਾਰ, ਹੁਣ ਤਾਂ ਮਾਰ ਹੀ ਦੇਣਾ ਇਹਨੇ। ਹਾਂ ਫਿਰ ਇਹ ਗੱਲ ਕਹਿਣੀ। ਹਾਂ ਤੇ ਫਿਰ ਇੱਥੋਂ ਚੱਕ ਕੇ ਸਰੀਰ ਰਾਤੋਂ ਰਾਤ ਜਾਨਾਂ ਜਿਵੇਂ ਵੀ ਸੰਸਕਾਰ ਕਰਤਾ। ਫਿਰ ਇੰਨਾ ਕੀ ਡਰ ਸੀ ਸਰਕਾਰ ਨੂੰ। ਸੰਸਕਾਰ ਵੀ ਸਰਕਾਰ ਕੀਤਾ। ਅੱਛਾ ਸਭ ਕੁਝ ਚੋਰੀ ਕੀਤਾ ਵਾ। ਬਾਅਦ 'ਚ ਪਰਿਵਾਰ ਨੂੰ ਤਾਂ ਦੱਸਿਆ ਵੀ ਆਹ ਫੁੱਲ ਆ ਵੀ ਆਹ ਥਾਂ 'ਤੇ ਚੁੱਕ ਲਓ। ਪਰਿਵਾਰ ਨੂੰ ਤਾਂ ਚੀਜ਼ਾਂ ਨਸੀਬ ਹੀ ਨਹੀਂ ਹੋਈਆਂ ਤੇ ਪਰਿਵਾਰ ਕਿੱਥੇ ਜਾਊ। ਜਾਂ ਪਰਿਵਾਰ ਮਨ ਵੈਸੇ ਹੀ ਭਾਵੁਕ ਹੋ ਜਾਂਦਾ ਇਹਨਾਂ ਗੱਲਾਂ। ਬੜਾ ਮੈਂ ਕੰਟਰੋਲ ਜਾ ਕਰਕੇ ਬੈਠਾ ਹੋਇਆ ਸੀ ਤੇਰੇ ਕੋਲੇ, ਮੈਨੂੰ ਇਹ ਸੀ ਚੱਲ ਯਾਰ ਵੀ ਕਿਉਂ ਗੱਲਾਂ ਇੱਦਾਂ ਦੀਆਂ ਚਾਹੁੰਦਾ, ਮੈਂ ਆਉਣਾ ਨਹੀਂ ਚਾਹੁੰਦਾ ਸੀ। ਪਰ ਜਿਹੜੀ ਇਹ ਚੀਜ਼ ਹੋਈ ਬੀਤੀ ਆ, ਇਹ ਕਦੇ ਵੀ ਭੁੱਲ ਨਹੀਂ ਸਕਦੀ, ਚਾਹੇ ਆਪਾਂ ਬਾਅਦ 'ਚ ਜੰਮੇ ਆ ਤੇ ਚਾਹੇ ਆਪਾਂ ਸੁਣੀਏ। ਇਹ ਤਾਂ ਆਪਾਂ ਵੈਸੇ ਹੀ ਕਿਸੇ ਦੀ ਸੁਣ ਲਈਏ ਤੇ ਆਪਾਂ ਭਾਵੁਕ ਹੋਏ, ਤਾਂ ਆਪਦੇ ਪਰਿਵਾਰ ਦਾ ਖੂਨ ਸੀ ਮਤਲਬ। ਬਿਲਕੁਲ ਮਨਿੰਦਰ, ਜਦੋਂ ਇਹ ਗੱਲਾਂ ਹੁੰਦੀਆਂ ਨਾ, ਜਾਂ ਤਾਂ ਮੈਂ ਤੈਨੂੰ ਤੋਂ ਪਹਿਲਾਂ ਸ਼ੁਰੂ 'ਚ ਇਹ ਗੱਲ ਕਹੀ ਸੀ, ਉਹ ਹੀ ਦੱਸ ਸਕਦਾ ਜਿਹਦੇ ਨਾਲ ਜਿਸਤਾਨ ਲੱਗ ਗਈ। ਹਾਂ ਸੋਈ ਤਾਂ ਇਹ ਕੋਈ ਆਮ ਬੰਦੇ ਦੀ ਇਹ ਵੱਸ ਦੀ ਗੱਲ ਨਹੀਂ ਹੁੰਦੀ। ਮੈਂ ਕਈ ਆਪਣੇ ਵੀਰ ਹੈਗੇ ਆਪਣੇ ਹੁਣ ਟੱਚ 'ਚ ਬਹੁਤ, ਮੈਂ ਇੰਟਰਵਿਊ ਕਰਨੀ ਆ, ਬਹੁਤ ਕਹਿ ਦਿੰਦੇ ਆ, ਮੈਂ ਇਸੇ ਕਰਕੇ ਛੇਤੀ ਕਰਦਾ ਤਾਂ ਮੈਂ ਤੇਰੇ ਨਾਲ ਬੜਾ ਵੱਜ ਕੇ ਜਾਂ ਬੈਠਾ ਹੋਇਆ ਸੀ ਵੀ ਨਹੀਂ ਅੱਜ ਨਾ ਮਨ ਭਾਵਕ ਨਹੀਂ ਹੁੰਦੇ ਨਾ, ਸ਼ਾਇਦ ਅਗਲਾ ਕਹਿ ਦਿੰਦਾ ਕਿ ਰੋ ਕੇ ਖੇਖਣ ਕਰਦੇ ਆ, ਪਰ ਨਹੀਂ ਗੱਲ ਤਾਂ ਉਹ ਨਹੀਂ ਭੁੱਲ ਸਕਦੀ। ਅਟੈਚਮੈਂਟ ਹੁੰਦੀ ਹੈ ਤੁਹਾਡੇ ਮਨ ਦੀ, ਤੁਹਾਡਾ ਮਨ ਖੜਾ ਕਿੱਥੇ ਆ, ਮਨ ਖੜਾ ਕਿੱਥੇ। ਕਿਉਂਕਿ ਆਪਾਂ ਜਿਹੜਾ ਯਾਰ ਦੁਕਾਨਦਾਰੀਆਂ ਕਰਨੀਆਂ ਇਸ ਕੰਮ ਇਹ ਜਿਹੜੇ ਪਰਿਵਾਰ ਨਾਲ ਬੀਤ ਗਈ, ਜਾਂ ਤਾਂ ਉਹਦੇ ਪਿੰਡ ਨੂੰ ਪਤਾ, ਜਾਂ ਉਹਦੇ ਰਿਸ਼ਤੇਦਾਰਾਂ ਨੂੰ ਪਤਾ, ਤੇ ਜਾਂ ਉਹਨੂੰ ਪਤਾ। ਸਭ ਤੋਂ ਮੇਨ ਤਾਂ ਉਹਨੂੰ ਪਤਾ ਜਿਹਦੇ ਘਰ 'ਚ ਹੋਇਆ। ਹਾਂ ਬਦਨਾਮੀ ਉਹ ਲੋਕ ਹੀ ਕਰਦੇ ਜਿਨ੍ਹਾਂ ਨੇ ਕੁਝ ਬਣਾਇਆ ਹੁੰਦਾ। ਜਿਹਨੇ ਗਵਾਇਆ ਉਹ ਬਦਨਾਮੀ ਉਹ ਲੋਕ ਹੀ ਕਰਦੇ ਨੇ, ਜਾਂ ਮਾੜੇ ਕਮੈਂਟ ਉਹ ਹੀ ਕਰਦੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਕੇ ਇਹਨਾਂ ਨਾਵਾਂ ਤੇ PR ਲੈ ਗਏ। ਤੁਸੀਂ ਸਵਾਲ ਕੀਤਾ ਸੀ, ਮੈਂ ਤਾਂ ਕਹਿੰਦਾ ਛੱਡ ਯਾਰ ਇੱਥੇ ਕੀ ਬੋਲਣਾ, ਪਰ ਰੌਲਾ ਇਸ ਗੱਲ ਦਾ ਹੈ, ਉਦੋਂ ਦੁੱਖ ਹੁੰਦਾ। ਉਹ ਅਸੀਂ PR ਨਹੀਂ ਭਾਲਦੇਗੇ। ਜੇ ਵਰਿਆਮ ਸਿੰਘ ਸਾਡੇ ਪਰਿਵਾਰ 'ਚੋਂ ਨਾ ਹੁੰਦਾ ਤੇ ਫਿਰ ਵੀ ਆਹ ਹੀ ਕਰਕੇ ਖਾਣੀ ਸੀ। ਸਹੀ ਹੈ। ਸਾਨੂੰ ਤਾਂ ਮਾਣ ਆ ਕਿ ਅਸੀਂ ਉਸ ਪਰਿਵਾਰ 'ਚੋਂ। ਵੱਡੀ ਗੱਲ ਹੈ ਵੀ ਚਲੋ ਜਿੱਥੇ ਕਿਤੇ ਜਾਈਏ, ਚਾਹੇ ਕੋਈ ਅਫਸਰ ਹੀ ਖੜਾ ਯਾਰ, ਉਹਨੂੰ ਵੀ ਪਤਾ ਵੀ ਉਸ ਪਰਿਵਾਰ 'ਚੋਂ, ਚਾਹੇ ਉਹਨੇ ਘੁੱਗੀ ਦੂਜੂ ਹੀ ਬਾਉਣੀ ਹੋਵੇ, ਪਰ ਜਾਣਦਾ ਤਾਂ ਹੈ ਨਾ ਯਾਰ। ਬੰਦਾ ਜਾਣ ਪਛਾਣ ਲਿਓ ਤੁਰਿਆ ਫਿਰਦਾ ਉਹ ਦੁਨੀਆ ਤੇ, ਕਰਨਾ ਵੀ ਕੀ ਹੈ ਤੁਸੀਂ। ਸਹੀ ਹੈ।
ਹਰੇਕ ਬੰਦੇ ਨੂੰ ਹੁੰਦਾ ਕਿ ਮੇਰੀ ਜਾਣ ਪਛਾਣ ਹੋਵੇ। ਜੇ ਆਪਾਂ ਪੱਤਰਕਾਰੀ 'ਚ ਮਾਈਕ ਚੱਕਿਆ ਤੇ ਆਪਾਂ ਨੂੰ ਇਹ ਹੁੰਦਾ ਵੀ ਚਿਹਰਾ ਬਣੇ ਨਾ ਬਣੇ। ਹਾਂ ਤੇ ਉਹ ਲੋਕ ਜਿਹੜੇ ਲੋਕ ਸਭ ਕੁਝ ਕਰ ਗਏ, ਜਿਹਦਾ ਇੰਨਾ 20 ਸਾਲ 30 ਸਾਲਾਂ ਬਾਅਦ ਵੀ ਜਿਹੜਾ ਨਾਂ ਇਸ ਤਰੀਕੇ ਨਾਲ ਹੋਣਾ, ਇਹ ਵੱਡੀ ਗੱਲ ਆ। ਬਿਲਕੁਲ 36 ਸਾਲ ਹੀ ਹੋ ਗਏ ਤੁਹਾਡੇ ਹਿਸਾਬ ਨਾਲ ਤਾਂ। 86 ਦੀ ਗੱਲ ਆ ਜੀ, ਤੁਸੀਂ ਆਪੇ ਲਾ ਲਓ। 36 ਸਾਲ ਹੋ ਗਏ। 36 ਸਾਲ ਬਾਅਦ ਜਿਹੜਾ ਅੱਜ ਤੱਕ ਵੀ ਨਾਮ ਨਾ ਭੁੱਲਣਾ, ਇਹ ਨਾ ਭੁੱਲ ਖਤਮ ਹੋਣਾ ਖਤਮ ਨਹੀਂ ਹੁੰਦੇ। ਸ਼ਹੀਦਾਂ ਦਾ ਤਾਂ ਸਿਸਟਮ ਆ ਜੀ। ਜਦੋਂ ਕਿਤੇ ਕੌਮ ਤੇ ਭੀੜ ਪੈਂਦੀ ਜਾਂ ਸਮਾਂ ਬਦਲਦਾ ਰਹਿੰਦਾ, ਇਹ ਇਤਿਹਾਸ ਜਿਹੜਾ ਪਿਛਲੇ ਦੀਆਂ ਆਉਂਦੀਆਂ ਰਹਿਣੀਆਂ, ਉੱਥੇ ਗੱਲਾਂ ਹੀ ਰਹਿਣਗੀਆਂ। ਇਹ ਸਭ ਕੁਝ ਚੱਲਦਾ ਰਹਿਣਾ, ਨਾ ਧਰਤੀ ਬਦਲੇ ਨਾ ਧਰਤੀ, ਸਭ ਕੁਝ ਉੱਦਾਂ ਰਹਿਣਾ। ਕਦੇ ਚਾਚੇ ਦੀਆਂ ਕਦੇ ਤਾਏ ਦੀਆਂ, ਸਭ ਕੁਝ ਉਹ ਤਾਂ ਚੱਲਦਾ ਹੀ ਰਹਿਣਾ। ਕਦੇ ਸਰਕਾਰ ਦੀਆਂ ਉੱਤੇ ਤੇ ਕਦੇ ਉਹ ਤਾਂ ਸਮਾਂ ਕੁਦਰਤ, ਇਹ ਤਾਂ ਬਹੁਤ ਬਲਵਾਨ ਹੈ। ਜਦੋਂ ਨਹਿਰਾਂ ਦੇ ਖੂਨ ਨਾਲ ਭਗ ਖਾਲੇ ਵਗ ਗਏ ਸੀਗੇ, ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਸਿੰਘ ਸ਼ਹੀਦ ਹੁੰਦੇ ਸੀ, ਉਦੋਂ ਬਾਅਦ 'ਚ ਵੀ ਖਾਲਸਾ ਰਾਜ ਸਥਾਪਿਤ ਹੋਇਆ ਨਾ, ਇਤਿਹਾਸ ਕਹਿੰਦਾ ਨਾ। ਤੇ ਫਿਰ ਹੁਣ ਕੀ ਹੋ ਗਿਆ? ਇੰਨੀ ਵੀ ਗੱਲ ਨਹੀਂ ਹੈਗੀ, ਦਿਲ ਨਹੀਂ ਛੱਡਣਾ ਚਾਹੀਦਾ, ਕੁਝ ਨਹੀਂ ਹੁੰਦਾ, ਜੋ ਹੋਊਗਾ ਪਰਮਾਤਮਾ ਕਰੂਗਾ। ਜੇ ਹੁਣ ਬਾਲੇ ਤਾਂ ਇਸੇ ਗੱਲ 'ਚ ਹੀ ਹੋ ਗਏ ਔਰ ਵੀ ਐਂ ਹੋ ਗਿਆ, ਕੁਝ ਨਹੀਂ ਹੁੰਦਾ। ਜੋ ਕਰਨਾ ਤਾਂ ਪਰਮਾਤਮਾ ਨੇ ਹੀ ਆ, ਪਰ ਸਮੇਂ ਤੋਂ ਪਹਿਲਾਂ ਜੇ ਤੁਸੀਂ ਕਰਦੇ ਹੋ ਤਾਂ ਫਿਰ ਤੁਸੀਂ ਆਪ ਦਾ ਸਹੀ ਹੈ, ਸਮਾਂ ਵਿਚਾਰ ਲਓ। ਇਹ ਗੱਲ ਜ਼ਰੂਰੀ ਹੈਗੀ। ਬਾਕੀ ਉਹ ਸਮਾਂ ਇਦਾਂ ਦਾ ਸੀਗਾ ਵੀ ਉਹ ਇਹ ਕਦੀ ਭੁੱਲ ਨਹੀਂ ਸਕਦਾ। ਅਸਲ ਵਿੱਚ ਨਾ ਭਾਵੇਂ ਬਾਅਦ 'ਚ ਜਨਮ ਹੋਏ ਨੇ, ਪਰ ਜੋ ਦੇਖਿਆ ਨਾ ਪਰਿਵਾਰ 'ਚ ਨਹੀਂ ਭੁੱਲਿਆ ਜਾ ਸਕਦਾ, ਨਹੀਂ ਭੁੱਲਿਆ ਜਾ ਸਕਦਾ। ਜੋ ਧਨ ਤੇ ਹੜਾਇਆ ਹੈ। ਮੈਂ ਤੇਰੇ ਨਾਲ ਇਹੀ ਗੱਲ ਕਰਦਾ ਪਿਆ ਸੀ, ਮੈਂ ਕਿਹਾ ਵੀ ਉੱਦਾਂ ਦੀ ਸ਼ਰਟ ਮੇਰੇ ਆਹ ਪਾਈ ਸੀ ਜਦੋਂ ਪਹਿਲੀ ਇੰਟਰਵਿਊ ਹੋਈ, ਕੁਦਰਤੀ ਉਹ ਤੂੰ ਇੰਟਰਵਿਊ ਦੇਖਦਾ ਪਿਆ ਸੀ, ਮੇਰੇ ਤਾਂ ਦਿਮਾਗ 'ਚ ਆ ਗਈ ਉਹੀ ਪੱਗ। ਸਹੀ ਹੈ। ਕਿੰਨੇ ਮਹੀਨੇ ਪਹਿਲਾਂ ਹੋਈ ਇੰਟਰਵਿਊ? 5 ਮਹੀਨੇ ਹੋ ਗਏ ਉਹਨੂੰ। ਅਕਤੂਬਰ 'ਚ ਹੋਈ ਹੈ। ਅਕਤੂਬਰ 'ਚ ਹੋਈ ਹੈ। 30 ਅਕਤੂਬਰ ਨੂੰ ਸ਼ਾਇਦ ਹੋਈ ਹੈ। 6 ਮਹੀਨੇ ਹੋ ਗਏ। 6 ਮਹੀਨੇ ਹੋ ਗਏ ਤੇ ਉਹ ਕੁਦਰਤੀ ਤੌਰ ਤੇ ਆ। ਤੇ ਨਾਲੇ ਆਪਾਂ ਵੀ ਚਲੋ ਇਹ ਗੱਲ ਆ, ਚੱਲ ਛੱਡੋ ਇਹ ਤਾਂ ਕੀ ਗੱਲ ਹੈਗੀ ਆ, ਪਰ ਵੈਸੇ ਗੱਲ ਕਰਦੇ ਵੀ ਜੋ ਪਿੱਛੇ ਵੇਖਿਆ ਨਾ, ਉਹ ਚੀਜ਼ਾਂ ਕਰਕੇ ਇਹ ਚੀਜ਼ ਆ ਲੱਗਦਾ ਵੀ ਬਹੁਤ ਵਧੀਆ ਫਿਰਦੇ ਆ ਜ਼ਿੰਦਗੀ ਜਿਉਣੇ ਫਿਰਦੇ। ਤੂੰ ਬਹੁਤ ਤਰੱਕੀ ਕਰ ਲਈ, ਇੱਥੇ ਹੀ ਲੱਗੀ ਜਾਂਦਾ, ਬਹੁਤ ਤਰੱਕੀ ਕਰ ਲਈ। ਹਾਲਾਂਕਿ ਮੋਟਰਸਾਈਕਲ ਤੇ ਆਏ ਆ, ਪਰ ਸਹੀ ਤਰੱਕੀ ਹੈ ਤਾਂ ਸੱਚੀ ਹੈ ਨਾ। ਇਹ ਇੱਥੇ ਹੀ ਮਾਣ ਜਿਹਾ ਮਹਿਸੂਸ ਹੋਈ ਜਾਂਦਾ ਵੀ ਠੀਕ ਆ ਯਾਰ, ਬਹੁਤ ਠੀਕ ਆ ਜੋ ਹਾਲਾਂਕਿ ਹਰੇਕ ਬੰਦੇ ਦੀ ਸੋਚ ਬਹੁਤ ਗਾਂਹ ਦੀ ਹੁੰਦੀ ਹੈ, ਪਰ ਜੋ ਕੁਝ ਵੇਖਿਆ ਤੇ ਜਾਂ ਹਟਾਇਆ ਆਪਦੇ ਪਿੰਡੇ ਤੇ, ਜੇ ਉਹ ਨਾ ਛੇੜੀਏ ਤਾਂ ਬਾਲਾ ਡੂੰਘਾ ਹੈ। ਪਰ ਇੱਕ ਗੱਲ ਹੋਰ ਵੀ ਹੈ, ਫਿਰ ਉਹ ਜੇ ਉਹ ਨਾਵਾਂ ਨਾਲ ਆਪਾਂ ਜੁੜੇ ਆਏ ਤਾਂ ਮਨ ਨੂੰ ਇੱਕ, ਜੇ ਅਸੀਂ ਕਹੀਏ, ਹੌਸਲਾ ਵੀ ਹੁੰਦਾ ਅੰਦਰੋਂ, ਤੇ ਇੱਕ ਮਨ ਦੇ ਵਿੱਚ ਖੁਸ਼ੀ ਵੀ ਹੁੰਦੀ ਹੈ, ਤੇ ਇੱਕ ਬੰਦਾ ਆਪਦੇ ਆਪ ਨੂੰ ਜ਼ਿੰਦਗੀ 'ਚ ਬਚਾ ਕੇ ਵੀ ਰੱਖਦਾ ਵੀ ਯਾਰ ਉਹਦੇ ਨਾਲ ਜੁੜੇ ਹੋਏ ਆ, ਕੋਈ ਗਲਤੀ ਵੀ ਨਾ ਜ਼ਿੰਦਗੀ ਦੇ ਵਿੱਚ ਹੋਵੇ। ਦੇਖੋ ਇਹ ਸਭ ਤੋਂ ਵੱਡੀ, ਮੈਂ ਆਪਦੀ, ਚਲੋ ਕੈਮਰੇ ਅੱਗੇ ਰਹਿ ਨਹੀਂ ਦਿਓ ਤੁਸੀਂ, ਪਤਾ ਨਹੀਂ ਹੁੰਦਾ ਬੰਦੇ ਤੋਂ ਕਿੱਥੇ ਗਲਤੀ ਹੋ ਜਾਏ, ਦੱਸ ਦਿਓ ਚਲੋ। ਪਰ ਜੇ ਅੱਜ ਤੋਂ 30 ਸਾਲ ਤੋਂ ਪਹਿਲਾਂ ਜੇ ਕੋਈ ਜ਼ਿੰਦਗੀ 'ਚ ਦਾਗ ਨਹੀਂ ਹੈਗਾ ਤਾਂ ਇਸੇ ਕਰਕੇ ਹੀ ਹੈ ਵੀ ਅੱਜ ਤੱਕ ਜਿਹੜਾ ਚਲੋ ਗਾਂ ਦਾ ਭੁੱਖ ਸਾਬਤ ਕਰਦੇ, ਪੱਤਰਕਾਰੀ 'ਚ ਵੀ ਸਾਬਤ ਕਰਦੇ। ਮਨ ਤੇ ਬੋਝ ਰਹਿੰਦਾ ਵੀ ਉਹਨੂੰ ਦਾਗ ਲੱਗੂਗਾ ਜੇ ਕੋਈ ਗਲਤੀ। ਬਿਲਕੁਲ, ਆ ਜੇ ਪੱਤਰਕਾਰੀ 'ਚ ਵੀ ਕੋਈ ਸਾਬਤ ਕਰਦੇ ਧੌਣ ਲਵਾ ਦੂੰ, ਨਹੀਂ ਤਾਂ 6 ਮਹੀਨਿਆਂ ਜੀ ਕੋਠੀਆਂ ਪਾ ਜਾਂਦੇ ਅਗਲੇ। ਪਰ ਅੱਜ ਦੀ ਤਰੀਕ ਤੱਕ ਗਾਂ ਦਾ ਮੈਂ ਕੋਈ ਭਰੋਸਾ ਨਹੀਂ ਕਰਦਾ। ਗੁਰੂ ਪਾਤਸ਼ਾਹ ਦੇ ਹੱਥ ਵਾਸਾ ਪਤਾ ਨਹੀਂ ਕੀ ਹੋਣਾ ਕੀ ਨਹੀਂ। ਪਰ ਇੱਕ ਮਨ ਤੇ ਬੋਝ ਤਾਂ ਪਾਈ ਰੱਖਿਆ ਨਾ ਵੀ ਮਤਲਬ ਯਾਰ ਵੀ ਆਪਾਂ ਹਮੇਸ਼ਾ ਹੀ ਰਹਿੰਦਾ ਵੀਰ ਜੀ, ਜਦੋਂ ਨਾ ਤੁਹਾਡੇ ਨਾਲ ਮਗਰ ਕੋਈ ਨਾ ਬੋਲਦਾ ਨਾ, ਉਹ ਵੀ ਉਹ ਨਾਮ ਜਿਹਦੇ ਤੇ ਕਦੇ ਜਿਨ੍ਹਾਂ ਨੇ ਜ਼ਿੰਦਗੀਆਂ ਆਪਦੀਆਂ ਚੀਜ਼ਾਂ ਪਿੱਛੇ ਲਾਤੀਆਂ, ਜਿਹਨਾਂ ਤੇ ਪੂਰੀ ਕੌਮ ਮਾਣ ਕਰਦੀ, ਅੱਜ ਵੀ ਕਰਦੀ ਹੈ, ਅੱਜ ਵੀ ਕਰਦੀ ਹੈ, ਪੂਰੀ ਕੌਮ ਮਾਣ ਕਰਦੀ ਜਿਨ੍ਹਾਂ ਤੇ, ਉਹਨਾਂ ਦੇ ਕਰਕੇ ਅੱਜ ਤੱਕ ਜੇ 30 ਸਾਲ ਦੀ ਉਮਰ ਦੇ ਵਿੱਚ ਜੇ ਅਸੀਂ ਬਚੇ ਹਾਂ ਕਿਸੇ ਕੰਮ ਤੋਂ, ਨਸ਼ੇ ਪੱਤੇ ਤੋਂ ਕਹਿ ਲਾ, ਮਾੜੀ ਸੰਗਤ ਤੋਂ ਕਹਿ ਲਾ, ਤੇ ਉਹੀ ਕਾਰਨ ਹੈ ਕਿ ਉਹਦੇ ਵਿੱਚ ਕੋਈ ਨਾ ਬੋਲਦਾ। ਜੇ ਕੋਈ ਯਾਰ ਮਤਲਬ ਮੰਡੀਰ 'ਚ ਖੜੇ ਕਿਤੇ ਜਾਂ ਕਿਤੇ ਡੀਜੇ ਤੇ ਨੱਚਦੇ ਵੀ ਹੋਈਏ ਜਾਂ ਨੱਚਣ ਦੀ ਹਿੰਮਤ ਵੀ ਕੀਤੀ, ਸਭ ਤੋਂ ਪਹਿਲਾਂ ਇਹ ਸੋਚੀਦਾ ਯਾਰ ਅਗਲਾ ਕਹੂਗਾ ਯਾਰ ਉਹਨਾਂ ਦਾ ਮੁੰਡਾ, ਉਹਦਾ ਭਤੀਜਾ ਯਾਰ ਆ ਕਰੀ ਜਾਂਦਾ। ਹਾਂ, ਹਾਲੇ ਗੱਲ ਕੁਛ ਨਹੀਂ, ਇੱਥੇ ਜਹੇਦਰਾਂ ਦੇ ਮੁੰਡੇ ਨੱਚੀ ਜਾਂਦੇ ਆ, ਪਰ ਅਸੀਂ ਡੀਜੇ ਤੇ ਨੱਚਣ ਲੱਗਿਆ ਵੀ ਗਰੇਜ ਨਹੀਂ, ਫਿਰ ਫਰਕ ਹੈ। ਹਾਂ, ਬੇਸਮਝੀ 'ਚ ਛੋਟੇ ਹੁੰਦਿਆਂ ਕੋਈ ਜੋ ਹੋਇਆ ਹੋਵੇ, ਜਦੋਂ ਤੋਂ ਅਕਲ ਆਈ ਹੈ, ਜਦੋਂ ਤੋਂ ਇਸ ਚੀਜ਼ ਦਾ ਪਤਾ ਲੱਗਾ। ਜਦੋਂ ਨਹੀਂ ਪਤਾ ਸੀਗਾ ਉਦੋਂ ਆਮ ਲੋਕ ਤਾਂ ਜੋ ਮਰਜ਼ੀ ਲੰਘ ਜੇ, ਪਰ ਜਦੋਂ ਪਤਾ ਲੱਗਣ ਲੱਗਾ, ਜਦੋਂ ਕਿਸੇ ਨੇ ਪੁੱਛਣਾ ਵੀ ਕਿਹੜਾ ਪਿੰਡ ਹੈ ਜੀ, ਖੱਪਿਆਂ ਵਾਲੀ, ਅੱਛਾ ਜੋਧੇ ਦੇ ਪਿੰਡ ਦਾ ਤੂੰ, ਉਦੋਂ ਫਿਰ ਇਹ ਚੀਜ਼ ਦਾ ਪਤਾ ਲੱਗਣ ਲੱਗਾ ਮੈਂ ਉਹਦੇ ਪਰਿਵਾਰ ਦਾ। ਹਾਂ, ਉਦੋਂ ਇੱਕ ਸੱਟ ਹੋਰ ਵੱਜਣੀ, ਮੈਂ ਤਾਂ ਉਹਦੇ ਪਰਿਵਾਰ ਦਾ। ਹਾਲਾਂਕਿ ਤੁਸੀਂ ਨਾਮ ਹੀ ਕਹੋ, ਫਿਰ ਅਗਲਾ ਆਪ ਹੀ ਪੁੱਛ ਲੈਂਦਾ ਵੀ ਉੱਥੇ ਫਲਾਣੇ ਸਿੰਘ ਦਾ ਪਰਿਵਾਰ ਹੈਗਾ। ਹੁਣ ਜੇ ਆਪਾਂ ਦੋ ਇਕੱਠੇ ਬੈਠੇ ਆ, ਆਪਾਂ ਹੋ ਜਾਣਾ ਜ਼ਿੰਦਗੀ 'ਚ ਜੀ, ਇਹ ਕੋਈ ਥੋੜੇ ਸਮੇਂ ਦੀ ਖੇਡ ਹੀ ਹੈ, ਅਗਲਾ ਪੁੱਛ ਲਓ
ਤੂੰ ਹੀ ਨਾਲ ਦੇ ਨੇ ਕਹਿ ਦੇਣਾ ਜੀ ਉਸੇ ਪਰਿਵਾਰ ਚੋਂ ਆ। ਉਸੇ ਪਰਿਵਾਰ ਚ ਜਾਂ ਮੇਰੀ ਕਿਤੇ ਗੱਲ ਚੱਲਦੀ ਯਾਰ, ਅਗਲਾ ਮੈਨੂੰ ਪੁੱਛਿਆ ਸੀ, ਇੱਥੇ ਨਾਲ ਹੀ ਪਿੰਡ ਆ ਮੇਰੇ ਨਾਨਕੇ ਆ, ਮੈਨੂੰ ਪੁੱਛਿਆ ਸੀ ਕਹਿੰਦੇ ਯਾਰ ਉੱਥੇ ਵੈਸੇ ਹੀ ਗੱਲ ਚੱਲ ਪਈ ਵੀਰੇ। ਮੈਂ ਕਿਹਾ ਉਹਦਾ ਭਤੀਜਾ ਤਾਂ ਸਾਡੇ ਨਾਲ ਹੁੰਦਾ ਪੱਤਰਕਾਰੀ ਦੇ ਵਿੱਚ। ਉੱਥੇ ਮਤਲਬ ਗੱਲ ਚੱਲਦੀ ਹੈ ਤਾਂ ਗੱਲ 'ਚ ਫਿਰ ਨਾਂ ਤਾਂ ਲਿਆ ਹੀ ਉੱਥੇ ਤਾਂ ਫਿਰ ਐ ਹੋ ਜਾਂਦੀ ਨਾ ਗੱਲ, ਜਾਂ ਅਗਲਾ ਕਹਿੰਦਾ ਵੀ ਉਹਦਾ ਭਤੀਜਾ ਬੈਠਾ ਜੀ, ਫਿਰ ਜੇ ਉੱਥੇ ਆਪਾਂ ਉਦਾਂ ਦੇ ਕੰਮ ਕਰੀ ਜਾਂਦੇ ਇਹ ਤਾਂ ਅਗਲਾ ਕੀ ਸੋਚੂ। ਭਤੀਜਾ ਚਿੱਟੇ ਦਾ ਟੀਕਾ ਲਾਈ ਫਿਰਦਾ ਹੋਵੇ ਤੇ ਜਾਂ ਕਹਿ ਲਓ, ਮਤਲਬ ਇੱਕ ਐਗਜ਼ਾਮਪਲ ਹੈ, ਕੁਝ ਵੀ ਕਹਿ ਲਓ, ਜਾਂ ਉੱਥੇ ਆਪਣਾ ਕਿਰਦਾਰ ਸਹੀ ਨਾ ਹੋਵੇ, ਉਹ ਕਿਰਦਾਰ ਨੂੰ ਸੱਟ ਉਹਨਾਂ ਨੂੰ ਵੱਜਦੀ ਹੈ ਨਾ, ਉਹਨਾਂ ਨੂੰ। ਹਾਂ ਇੱਥੇ ਆਪਾਂ ਨੂੰ ਸੋਚਣਾ ਸਹੀ ਹੈ, ਆਪਦੀ ਸਮਝ ਆਓ, ਸਭ ਦੇ ਨਾਲ ਚੱਲੀ ਜਾਂਦੀ। ਸਮਝੋ। ਬਹੁਤ ਬਹੁਤ ਧੰਨਵਾਦ ਜੀ ਮੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਤਾਂ ਗੱਲਬਾਤ ਕੀਤੀ, ਜੇ ਵੱਧ ਘੱਟ ਬੋਲਿਆ ਗਿਆ ਹੋਵੇ ਕਿਸੇ ਨੂੰ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਹੋਵੇ ਤਾਂ ਮਾਫੀ ਮੰਗਦੇ ਹਾਂ, ਕਿਉਂਕਿ ਆਪਣਾ ਮਨ ਹੈ ਨਹੀਂ ਕਿਸੇ ਦੀ ਠੇਸ ਪਹੁੰਚਾਉਣਾ। ਆਪਣਾ ਤੇ ਇਹ ਆ ਵੀ ਸਾਰੇ ਜਿਹੜੇ ਭਰਾ ਨਹੀਂ ਆਪਾਂ ਦਾ ਮਕਸਦ ਸੀ ਕਿ ਤਾਂ ਕਿ ਪਤਾ ਲੱਗ ਸਕੇ ਸਾਡੀ ਕੌਮ ਛੋਟੀ ਹੈ, ਕਈ ਵਾਰ ਅਗਰ ਨੂੰ ਗਲਤ ਲੈ ਜਾਂਦਾ। ਆਪਣਾ ਮਤਲਬ ਆਪਣੀ ਸੋਚ ਹੈ ਵੀ ਸਾਰਿਆਂ ਨੂੰ ਇਕੱਠੇ ਰੱਖੋ। ਨਹੀਂ ਜੇ ਕਿਸੇ ਦੇ ਮਨ ਨੂੰ, ਕਿਸੇ ਸਾਡੇ ਸਿੱਖ ਭਰਾ ਦੇ ਮਨ ਨੂੰ ਠੇਸ ਪਹੁੰਚੀ ਤਾਂ ਮਾਫੀ ਮੰਗ। ਪਤਾ ਲੱਗ ਬਿਲਕੁਲ ਆਪਣਾ ਮਕਸਦ ਹੀ ਇਹ ਸੀ ਭਾਈ ਵਰਿਆਮ ਸਿੰਘ ਜੀ ਦੀ ਜ਼ਿੰਦਗੀ ਤੇ ਗੱਲਬਾਤ ਕਰਨ ਦਾ, ਕਿ ਲੋਕਾਂ ਨੂੰ ਪਤਾ ਲੱਗ ਸਕੇ, ਨਵੀਂ ਜਿਹੜੀ ਜਨਰੇਸ਼ਨ ਆ ਉਹਨੂੰ ਪਤਾ ਲੱਗ ਸਕੇ। ਜਿਹੜਾ ਅੱਜ ਕੱਲ੍ਹ ਬੜੀਆਂ ਤਰੀਕੇ ਦੇ ਨਾਲ ਕਿਹਾ ਵੀ ਜਾਂਦਾ ਕਿ ਭਾਈ ਉਹ ਤਾਂ ਇਸ ਤਰੀਕੇ ਨਾਲ ਗਲਤ ਲੋਕ ਸੀ, ਅੱਤਵਾਦੀ ਸੀ, ਪਰ ਅਸਲ ਉਹ ਪਰਿਵਾਰ ਨੇ ਕੀ ਝੱਲਿਆ, ਜਾਂ ਹੁਣ ਜਿਹੜੇ ਕਹਿ ਦਿੰਦੇ ਆ ਕਿ ਇਸ ਤਰੀਕੇ ਦੇ ਨਾਲ ਐਂ ਕਰ ਲਓ ਜੀ, ਤਾਂ ਉਹਨਾਂ ਨੂੰ ਸਹੀ ਪਤਾ ਲੱਗ ਸਕੇ ਕਿ ਜੋ ਅਸਲ ਖਾੜਕੂ ਸੀ, ਜੋ ਅਸਲ ਖਾੜਕੂ ਸਿੰਘ ਸੀ, ਉਹਨਾਂ ਨੇ ਕੀ ਕੀ ਜ਼ਿੰਦਗੀ 'ਚ ਸੰਤਾਪ ਹੰਢਾਏ, ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਸਾਹਮਣੇ ਮੌਤ ਦਿਖਦੀ ਹੋਵੇ ਉਦੋਂ ਵੀ ਇਸ ਜੋਸ਼ ਨਾਲ ਕਹਿਣਾ ਕਿ ਭਾਈ ਜਾਂ ਤਾਂ ਤੂੰ ਮੈਨੂੰ ਪਿਸਟਲ ਦੇ ਦੇ ਜਾਂ ਫਿਰ ਤੂੰ ਮੇਰੇ ਮਾਰ ਦੇ, ਐਂ ਜੇ ਨਾ ਖੜ। ਤਾਂ ਐਡੀ ਵੱਡੀ ਗੱਲ ਕਹਿਣੀ ਬਹੁਤ ਵੱਡੀ ਜ਼ਰੂਰਤ ਦੀ ਗੱਲ ਹੁੰਦੀ ਹੈ। ਉਹ ਯੋਧਿਆਂ ਨੂੰ ਜਿਹੜੀ ਗੱਲਬਾਤ ਕਰਨੀ, ਅੱਜ ਜਿਹੜਾ ਉਹਨਾਂ ਦਾ ਜਨਮ ਦਿਨ ਹੈ ਤੇ ਜਨਮ ਦਿਨ ਦੇ ਉੱਤੇ ਉਹਨਾਂ ਦੇ ਨਾਲ ਵਿਸ਼ੇਸ਼ ਮੁਲਾਕਾਤ ਉਹਨਾਂ ਦੇ ਭਤੀਜੇ ਦੇ ਨਾਲ ਸੀਗੀ। ਹੋਰ ਜਿਹੜੀਆਂ ਮੁਲਾਕਾਤਾਂ, ਹੋਰ ਇਸ ਤਰੀਕੇ ਦੀਆਂ ਇੰਟਰਵਿਊਆਂ ਦੇ ਲਈ ਜੁੜੇ ਰਹੋ ਲੋਕ ਵਾਈ ਟੀਵੀ ਦੇ।